अच्छा, जो आपने बात कही है जमील साहब, पहले उसको तो क्लियर हो जाने दें। आपकी नज़र में अगर ऐसा हो जाए जिस तरह आपने फरमाया है कि शेख साहब या यासिर चौधरी साहब या साकी साहब अगर वो मुसलमान हो गए और बीवी उनकी नहीं हुई उनके साथ, उसने इस्लाम कबूल नहीं किया, और वो जमात के साथ जुड़ी रह सकती है? बिल्कुल जुड़ी रह सकती है। निकाह उसका जायज़ है? मतलब क्या है निकाह उसका जायज़ है? उस औरत का उस मर्द मुसलमान से निकाह बरकरार रहेगा या टूट जाएगा? बरकरार है, बिल्कुल बरकरार है। हाँ बिल्कुल है। उस औरत का क्या कसूर है? उसके बच्चे हैं, लेकिन उस औरत की अपनी मर्जी है। नहीं, आपकी जाती राय है या जमाती राय है? जमाती राय भी है। जमाती राय तो ये नहीं है। नहीं, जमाती राय तो ये है कि निकाह जो उसका पुराना है, हमको न तोड़ने वाले, उसका तो हुआ है पहले का। हाँ, अगर कोई नया निकाह करता है और वो कहता है कि मैं अहमदी हूँ, क्योंकि अहमदी तो किसी गैर अहमदी के साथ निकाह नहीं पढ़ाते, जाहिर है कि वो किसी गैर अहमदी के पास जाएगा। गैर अहमदी निकाह पढ़ाने से पहले कहेगा जी ये गाला करो नाउजुबिल्लाह खुदा के नबी और रसूल को, हजरत मिर्जा गुलाम अहमद कादियानी अलैहिस्सलाम, तो वो निकाह को वो फिर उसका जो है अहमदी के साथ तल्लक क्या रहा, वो तो खुद ही निकल गया। तो वो तो अभी मल्लमा कारी होगी ना जी कि मैंने गैर अहमदी के साथ निकाह कर लिया, गैर अहमदी से पढ़ा लिया है और मैं अभी भी अहमदी हूँ। नॉनसेंस। जमील साहब ये बात समझ आने दें कि अगर औरत अहमदी है और उसने एक ऐसे बंदे से निकाह किया हुआ है जो उसको छोड़ देता है अहमदियत को, इस्लाम कबूल कर लेता है, निकाह कायम रहा या खत्म हो गया? निकाह उसका कायम है। अपना स्टेरियल साहब, हाँ जी, निकाह कायम रहेगा कि खत्म हो जाएगा? तुसी पहले ये दसो ना, मैं ਤੁਹਾਡੇ ਕੋਲ ਕੋ ਮਹੀਨਾ ਡੇਢ ਪਹਿਲੇ ਵੀ ਸਵਾਲ ਪੁੱਛਿਆ ਸੀ। ਇੱਕ ਮੌਲਵੀ ਮੌਲਾਨਾ ਸਾਹਿਬ ਜਿਹੜੇ ਬੜੇ ਮਸ਼ਹੂਰ ਹੋਣ, ਉਹਨਾਂ ਨੂੰ ਇਹ ਦੱਸਿਆ ਜਾਏ ਕਿ ਲੜਕਾ ਅਹਿਮਦੀ ਹੈ ਔਰ ਲੜਕੀ ਗੈਰ ਅਹਿਮਦੀ ਹੈ ਤੇ ਉਹ ਨਿਕਾਹ ਪੜਾਉਣ ਤੇ ਉਹਦਾ ਉਹਨਾਂ ਵਾਸਤੇ ਕੀ ਹੁਕਮ ਹੈ? ਨਹੀਂ, ਅਹਿਮਦੀ ਲੜਕੇ ਨਾਲ ਗੈਰ ਅਹਿਮਦੀ ਲੜਕੀ ਦਾ ਨਿਕਾਹ ਤੇ ਹੁੰਦਾ ਹੀ ਨਹੀਂ ਹੈ। नहीं हुंदा ना। ते अगर एक मौलाना जेड़े मशहूर मरूफ होन किसी जगह ते कराची च, ਉਹਨਾਂ ਦੇ ਜ਼ੇਰੇ ਇਹਤਮਾਮ ਕੋਈ ਇਦਾਰਾ ਵੀ ਚੱਲਦਾ ਹੋਏ, ਇਹ ਉਹਨਾਂ ਨੂੰ ਪੁੱਛਿਆ ਜਾ ਸਕਦਾ ਨਾ ਕਿ ਤੁਸੀਂ ਇਹ ਕਿਉਂ, ਅਗਰ ਤੇ ਲਾਇਲਮੀ ਚ ਕੀਤਾ ਹੈ ਤੇ ਫਿਰ ਗੁਨਾਹ ਤੇ ਨਹੀਂ ਹੁੰਦਾ ਕਿਸੇ ਦਾ। ਜਾਏ ਕਿ ਇਹ ਜਿਹੜਾ ਲੜਕਾ ਹੈ ਇਹ ਜਮਾਤ ਅਹਿਮਦੀਆ ਖਿਲਾਫਤ ਗਰੁੱਪ ਨਾਲ ਤਲਕ ਰੱਖਦਾ ਹੈ, ਮਿਰਜ਼ਾ ਬਸ਼ੀਰੁद्दीन महमूद ਦਾ ਪੈਰੋਕਾਰ ਹੈ ਮਿਰਜ਼ਾ ਸਾਹਿਬ ਦੇ ਬਾਅਦ, ਔਰ ਲੜਕੀ ਜਿਹੜੀ ਹੈ ਮੁਸਲਮਾਨ ਹੈ ਤੁਹਾਡੇ ਤਰ੍ਹਾਂ ਦੀ। ਅਗਰ ਬੰਦਾ ਜਾਣ ਬੁੱਝ ਕੇ ਤੁਹਾਡੇ ਅਕਾਇਦ ਔਰ ਨਜ਼ਰੀਆਤ ਨੂੰ, ਮਿਰਜ਼ਾ ਸਾਹਿਬ ਦੇ ਦਾਅਵੇ ਨਬੂਵਤ ਨੂੰ ਜਾਣਨ ਤੋਂ ਬਾਅਦ ਅਗਰ ਉਹ ਨਿਕਾਹ ਕਿਸੇ ਮੁਸਲਮਾਨ ਬੱਚੀ ਦਾ ਤੁਹਾਡੇ ਕਿਸੇ ਮੁੰਡੇ ਨਾਲ ਕਰਵਾਉਂਦਾ ਹੈ, ਫਿਰ ਉਹ ਅਲਬੱਤਾ ਕਾਬਲੇ ਮਵਾਖਜ਼ਾ ਹੈ। ਕਿਉਂਕਿ हाँ, मेरा जाती मामला तुसी जुमला बोलता है ना, हाँ जी, मेरा सक्का मामा वो और ਤੁਹਾਡੇ ਮੌਲਾਨਾ ਇhtisham-ul Haq थानवी साहब, ਉਹਨਾਂ ਨੇ 1964 ਸਾਨੂੰ ਬਜ਼ੁਰਗਾਂ ਨੇ ਦੱਸਿਆ 500 ਰੁਪਇਆ ਉਸ ਦੌਰ ਵਿੱਚ ਉਹਨਾਂ ਨੇ ਫੀਸ ਲਈ ਸੀ ਨਿਕਾਹ ਪੜਾਉਣ ਦੀ। ਇਹ ਸਾਰੀਆਂ ਚੀਜ਼ਾਂ ਦਾ ਉਹਨਾਂ ਨੂੰ ਪਤਾ ਸੀ, ਲੜਕੀ ਦੀ ਵਾਲਦਾ ਨੂੰ ਵੀ ਪਤਾ ਸੀ, ਲੜਕੇ ਦੇ ਵਾਲਿਦ ਨੂੰ ਵੀ ਪਤਾ ਸੀ ਕਿ ਇਹ ਲੜਕਾ ਅਹਿਮਦੀ ਹੈ, ਅਸੀਂ ਅਹਿਮਦੀ ਨਹੀਂ। ਹੁਣ ਪਹਿਲੇ ਤੇ ਮੌਲਾਨਾ ਦਾ ਨਿਕਾਹ ਭੰਨੋ ਨਾ, ਅੱਗੋਂ ਔਲਾਦ ਤੇ ਜੋ ਫਤਵਾ ਲੈਣਾ। 1964 ਵਿੱਚ ਮੈਂ ਉਹੀ ਅਰਜ਼ ਕਰ ਰਿਹਾ ਨਾ, 1964 ਦੀ ਗੱਲ ਅੱਜ ਪੇ ਬਿਆਨ ਕਰਦੇ ਹੋ, ਹੁਣ ਤੇ ਮੇਰੇ ਖਿਆਲ ਹੱਡੀਆਂ ਨੂੰ ਮਿੱਟੀ ਵੀ ਖਾ ਗਈ ਹੋਣੀ ਹੈ। ਨਹੀਂ, 1964 ਵਿੱਚ ਕੋਈ ਹੋਰ ਇਸਲਾਮ ਸੀ ਜਨਾਬ ਵਾਬੀ ਸਾਹਿਬ, ਕੀ ਗੱਲਾਂ ਕਰ ਲਓ। ਇੰਜ ਕਰੋ ਉਹਨਾਂ ਨਾਲ ਗੱਲ ਕਰ ਲੈਣ ਦਿਓ, ਫਿਰ ਤੁਸੀਂ ਕਰ ਲਿਓ। ਜਮੀਲ ਸਾਹਿਬ ਗੱਲ ਇਹ ਹੈ 1964 ਤੋਂ ਪਹਿਲੇ ਹੋਰ ਜ਼ਿਆਦਾ ਲਾ ਇਲਮੀ ਸੀ, ਲੋਕਾਂ ਨੂੰ ਵਾਕਫੀਅਤ ਨਹੀਂ ਸੀ ਕਾਦੀਆਨੀ ਅਕਾਇਦ ਔਰ ਨਜ਼ਰੀਆਤ ਦੇ ਬਾਰੇ। ਈਵਨ 1920 ਦੇ ਲਗਭਗ ਵਜ਼ੀਰਾਬਾਦ ਦੀ ਅਦਾਲਤ ਵਿੱਚ ਸ਼ੇਖ ਬਟਾਲਵੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ ਬੰਦੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਅਕਾਇਦ ਔਰ ਨਜ਼ਰੀਆਤ ਤੋਂ ਵਾਕਫ ਨਹੀਂ ਹੈ, ਉਹ ਅੰਨੇ ਵਾਹ ਫਾਲੋ ਕਰ ਰਹੇ ਨੇ, ਜਿਸ ਤਰ੍ਹਾਂ ਕਿਸੇ ਪੀਰ ਨੂੰ ਕੋਈ ਅੰਨੇ ਭਗਤ ਫਾਲੋ ਕਰ ਰਹੇ ਹੁੰਦੇ ਨੇ। ਉਹ ਬੰਦੇ ਕਾਫਰ ਨਹੀਂ ਹੁੰਦੇ, ਕਾਫਰ ਉਹ ਨੇ ਜਿਹੜੇ ਉਹਦੇ ਅਕਾਇਦ ਔਰ ਨਜ਼ਰੀਆਤ ਨੂੰ ਜਾਣਦਿਆਂ ਬੁੱਝਦਿਆਂ ਫਿਰ ਉਹਨੂੰ ਫਾਲੋ ਕਰਦੇ। ਇਹ ਹੀ ਮਾਮਲਾ ਇੱਥੇ ਵੀ 1964 ਵਿੱਚ ਹੋਵੇ ਜਾਂ 1994 ਵਿੱਚ ਹੋਵੇ,
ਕੋਈ ਅਸ਼ਰਫ ਅਲੀ ਸਾਹਿਬ ਹੋਣ ਜਾਂ ਉਹ ਕੋਈ ਵੀ ਹੋਣ, ਅਗਰ ਉਹਨਾਂ ਨੂੰ ਇਹ ਪਤਾ ਹੈ ਕਿ ਬਈ ਉਹਨਾਂ ਨੇ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ ਹੈ ਔਰ ਇਹ ਜਿਹੜੇ ਕਾਦੀਆਨੀ ਗਰੋਹ ਹੈ ਇਹ ਇਹਨਾਂ ਦਾ ਉਹ ਬੰਦਾ ਹੈ ਜਿਹਦੇ ਨਾਲ ਮੈਂ ਆਪਣੀ ਇੱਕ ਬੱਚੀ ਦਾ ਮੁਸਲਮਾਨ ਬੱਚੀ ਦਾ ਨਿਕਾਹ ਕਰਾਉਣ ਲੱਗਾ, ਫਿਰ ਉਹ ਮੌਲਵੀ ਕਾਬਲੇ ਮਵਾਖਜ਼ਾ ਹੈ। ਉਹਦੇ ਤੇ ਕੀ ਹੱਦ ਲੱਗਦੀ ਹੈ, ਕੀ ਤਾਜ਼ੀਰ ਹੈ, ਕੀ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਇਹ ਮੇਰਾ ਮੈਂਡੇਟ ਨਹੀਂ ਹੈ, ਇਹ ਤੇ ਕਿਸੇ ਕਾਜ਼ੀ ਦਾ ਮੈਂਡੇਟ ਹੈ, ਲੇਕਿਨ ਹੈ ਉਹ ਬੰਦਾ ਕਾਬਲੇ ਮਵਾਖਜ਼ਾ। ਇਹ ਗੱਲ ਦੱਸੋ ਅਮਨ ਨਜ਼ੀਰ ਸਾਹਿਬ, ਇਸਲਾਮ ਦੀ ਲੋਕਾਂ ਨੂੰ ਕਿਦੋਂ ਸਮਝ ਆਈ ਸੀ? ਕਰਬਲਾ ਦੇ ਵਾਕਿਆ ਤੋਂ ਬਾਅਦ ਕਿ ਕਰਬਲਾ ਦੇ ਵਾਕਿਆ ਤੋਂ ਪਹਿਲੇ? ਮੇਰਾ ਇਹ ਸਵਾਲ ਹੈ, ਮੇਰੀ ਗੱਲ ਸੁਣੋ, ਸੰਜੀਦਾ ਗੱਲ ਕਰੋ, ਫਿਰ ਤਾਰਕ ਸਾਹਿਬ ਨਾਲ ਕੋਈ ਹਾਦਸਾ ਇਹਨਾਂ ਨੂੰ ਡੱਕੋ ਨਾ, ਇਹਨਾਂ ਨੂੰ ਸਮਝਾਓ ਵੀ ਸੰਜੀਦਾ ਗੱਲ ਕਰ ਲੈਣ। ਥੋੜੀ ਦੇਰ ਮੇਰੇ ਕੋ 5-7 ਮਿੰਟ ਹੀ ਨੇ, ਹਾਂ ਥੋੜੀ ਜੀ ਇਹਨਾਂ ਦੀ ਬਰਾਡ ਮੈਨੂੰ ਭਖਾ ਕੇ ਜਾਣ ਦਿਓ, ਕੋ 4 ਬੰਦੇ ਆ ਜਾਣ। ਭਖਾ ਦਿਓ ਹੋ ਗਏ ਨੇ 40-41 ਬੰਦੇ। ਅੱਛਾ ਗੱਲ ਸੁਣ, ਕਿੰਨੇ ਬੰਦਿਆਂ ਦੇ ਪੈਸੇ ਤੁਹਾਨੂੰ ਘੱਲਣੇ ਨੇ ਉਤੋਂ? ਤੁਸੀਂ ਜਿਸੇ ਆਏ 20 ਬੰਦੇ ਸਨ, ਪੈਸਿਆਂ ਦੀ ਮੰਨਣੀ ਲੋੜ, ਪੈਸੇ ਮੈਨੂੰ ਆਪਣੀ ਨਹੀਂ, ਜਿਸੇ ਤੁਸੀਂ ਆਏ 20 ਬੰਦੇ ਸਨ, ਉਤਲੇ 20 ਬੰਦਿਆਂ ਦੇ ਪੈਸੇ मैं हम चंदा देने वाले लोग हैं, हमें पैसों की जरूरत नहीं है। अच्छा गल तो सुनो, गल है कि अपने ताडे पीर मेहर अली शाह साहब होण या शेख बटालवी साहब या अशरफ अली थानवी साहब, रशीद गंगोई साहब या एहतशामुल हक थानवी साहब, अशरफ अली थानवी साहब, जिन्ना भी सिलसिला है इन्हां नूं मेरा अज भी यकीन है कि जमात अहमदिया दा तुहाडे नालों ज्यादा अकायद दा इलम सी, क्योंकि ये आलम दीन सी। इन्हां दी बेस ते तुसीं जिहड़ा है ਉਹ ਫਤਵੇ ਲਾਏ ਨੇ ਨਾ, ਜਾਂ ਗਲਤ ਗੱਲ, ਮੈਂ ਇਸ ਗੱਲ ਨਾਲ ਐਗਰੀ ਨਹੀਂ ਹਾਂ ਜਿਹੜੀ ਤੁਸੀਂ ਕਰਦੇ ਪਏ ਹੋ। ਮਤਲਬ ਅੱਜ ਤੁਹਾਨੂੰ ਜ਼ਿਆਦਾ ਇਲਮ ਹੈ ਉਹਨਾਂ ਤੋਂ? ਮੈਨੂੰ ਜਿਹੜਾ ਤੁਹਾਡਾ ਇਲਮ ਹੈ ਨਾ, ਹਾਂਜੀ, ਉਹ ਪਾਕਿਸਤਾਨ ਦੇ ਵਿੱਚ ਜਿਹੜੇ 1950 ਤੋਂ ਔਨਵਰਡ ਜਿਹੜੇ ਮੌਲਵੀ ਹੋਏ ਨੇ ਨਾ, ਬਿਲਕੁਲ 74 ਤੋਂ ਬਾਅਦ ਜਿਹੜੇ ਹੋਏ ਨੇ, ਜਦੋਂ ਪਾਬੰਦੀਆਂ ਲੱਗ ਗਈਆਂ ਤੇ ਉਹਨਾਂ ਨੇ ਆਪਸ 'ਚ ਲੜਨਾ ਸ਼ੁਰੂ ਕਰਤਾ, ਨੂਰ ਬਸ਼ਰ ਤੇ ਬਾਹਾਂ ਕੁੰਝ ਕੇ, ਉਹਨਾਂ ਸਾਰੇ ਮੌਲਵੀਆਂ ਨੂੰ ਮੈਨੂੰ ਜ਼ਿਆਦਾ ਪਤਾ ਕਾਦੀਆਨੀਅਤ ਦਾ। ਅੱਛਾ, यानी कि मौलाना सनाउल्लाह अमृतसरी, ਉਹਨਾਂ ਨੂੰ ਨਹੀਂ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਮੌਲਾਨਾ ਸਨਾਉल्लाह अमृतसरी ਹੋਰਾਂ ਦੀ ਗੱਲ ਨਹੀਂ, ਉਹਨਾਂ ਨੂੰ ਤੇ ਅਸੀਂ ਫਾਲੋ ਕਰਨਾ ਹੈ, ਉਹਨਾਂ ਦੀ ਤੇ ਰਹਿਨਮਾਈ 'ਚ ਕੰਮ ਕਰਨਾ ਨਹੀਂ, ਯਾਨੀ ਕਿ ਉਹ ਮੁਸਲਮਾਨਾਂ ਨੂੰ ਕਾਦੀਆਨੀਆਂ ਦੇ ਮੁਤਲਕ ਡਾਕਟਰ ਇਸਰਾਰ ਸਾਹਿਬ ਨੇ, ਉਹ ਇੱਕ ਮਿੰਟ ਯਾਰ ਜਮੀਲ ਸਾਹਿਬ ਸੰਜੀਦਾ, ਡਾਕਟਰ ਇਸਰਾਰ ਸਾਹਿਬ ਨੇ ਸੰਜੀਦਾ ਗੱਲ ਤੁਹਾਡੇ ਸਾਹਮਣੇ, ਮੈਂ ਉਹਨਾਂ ਦੀ ਵੀਡੀਓ ਲਾ ਦਿੰਦਾ ਵਾ। ਡਾਕਟਰ ਇਸਰਾਰ ਸਾਹਿਬ ਨੇ ਸਰਾਹਤ ਦੇ ਨਾਲ ਗਲਤੀ ਕੀਤੀ ਹੈ, ਵਾਹ, ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਜਨਾਬ ਉਹ ਮੁਨਾਜ਼ਰੇ ਕੀਤੇ ਨੇ, ਕਿਤੇ ਨਹੀਂ ਮੁਨਾਜ਼ਰੇ, ਈਵਨ ਹਨੀਫ ਕੁਰੈਸ਼ੀ ਸਾਹਿਬ ਨੇ ਕਹਿਤਾ 70-75 ਮੁਨਾਜ਼ਰੇ ਕਰਦੇ ਰਹੋ, ਮੈਂ ਫੋਨ ਕਰਵਾਇਆ, ਹਨੀਫ ਕੁਰੈਸ਼ੀ ਸਾਹਿਬ ਤੋਂ ਵੀ ਹੈ ਉਹ ਤਾਂ ਆਪਕਾ ਬੱਚਾ 70-75 ਦੇ ਮੁੰਡੇ ਨੇ ਲਿਖੇ, ਤੁਸੀਂ ਕਿਤੇ 70-75 ਲਾਏ ਨੇ। ਸੁਣਾਵਾ ਮੁਫਤੀ ਹਨੀਫ ਕੁਰੈਸ਼ੀ ਸਾਹਿਬ ਦੀ ਆਡੀਓ? ਮੈਨੂੰ ਪਤਾ ਹੈ, ਮੈਂ ਲੇਕਿਨ ਮੁਫਤੀ ਕੁਰੈਸ਼ੀ ਸਾਹਿਬ ਤੇ ਜਵਾਨ ਬੰਦੇ ਨੇ ਅੱਜ ਕੱਲ ਦੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਚੱਲਿਆ। ਮੈਂ ਤਾਂ ਹੀ ਕਿਹਾ ਕਿ 70-75 ਤੋਂ ਜਿਹੜੇ ਔਨਵਰਡ ਮੌਲਵੀ ਨੇ ਨਾ, ਤੁਹਾਡੇ ਨੇ ਵੀ ਛੋਟੀ ਉਮਰ ਦੇ ਨੇ ਉਹ ਤਾਂ। ਨਹੀਂ, ਮੇਰੇ ਨਾਲ ਵੱਡੇ ਨੇ, ਜਿਹੜੇ 90s ਤੋਂ, ਇਹ ਤੇ 90s ਤੋਂ ਬਾਅਦ ਮੌਲਵੀ ਬਣੇ ਨੇ ਨਾ, ਜਿਹੜੇ 80s ਤੋਂ ਬਾਅਦ 90s ਤੋਂ ਬਾਅਦ ਮੌਲਵੀ ਬਣੇ ਨੇ ਨਾ, ਇਹਨਾਂ ਨੂੰ ਕਾਦੀਆਨੀਅਤ ਦੇ ਬਾਰੇ ਬਹੁਤ ਘੱਟ ਪਤਾ, ਯਾਨੀ ਕਿ ਉਹਨਾਂ ਦਾ ਨੌਲੇਜ ਤੁਸੀਂ ਅਪਡੇਟ ਵੀ ਨਹੀਂ ਕੀਤਾ। ਨਹੀਂ, ਅਪਡੇਟ ਕਰਨ ਦੀ ਪਾਕਿਸਤਾਨ 'ਚ ਅਸਲ ਦੇ ਵਿੱਚ ਜ਼ਰੂਰਤ ਨਹੀਂ ਸੀ ਨਾ। ਗੱਲ ਤੇ ਸੁਣੋ ਨਾ, ਹੁਣ ਤੁਸੀਂ ਜਦੋਂ ਤਲਬ ਘਟ ਜੇ ਤੇ ਪਿੱਛੋਂ ਰਸਦ ਜਿਹੜੀ ਹੈ ਨਾ ਉਹ ਵੀ ਘਟ ਜਾਂਦੀ। ਮੇਰੀ ਗੱਲ ਸੁਣੋ ਨਾ, 2010 ਤੋਂ ਬਾਅਦ ਤੇ ਤੁਹਾਡੇ 'ਚ ਇਲਮ ਦਾ ਇਜ਼ਾਫਾ ਹੋ ਗਿਆ ਕਿ ਅਜੇ ਉੱਥੇ ਹੀ ਹੈ? ਮੈਨੂੰ ਸ਼ੱਕ ਪੈਂਦਾ ਸਾਕੀ ਸਾਹਿਬ ਆ ਗਏ ਨੇ ਤੇ ਜਮ ਜਮਾਨ, ਮੈਂ ਉਹਨਾਂ ਨੂੰ ਕੀ ਕਹਿਣਾ, ਉਹਨਾਂ ਨੂੰ ਮੋਨੀਟਰ ਬਣਾਓ ਨਾ, ਮੈਂ ਚੁੱਕਾਂ ਇਹਨਾਂ ਨੂੰ ਅਮਰ ਭਾਈ। 2010 ਤੱਕ ਤੇ ਇਸਲਾਮ ਦੀ ਤਾਲੀਮ ਆਮ ਉਲਮਾ ਕੋ ਪਹੁੰਚ ਗਈ ਸੀ ਕਿ ਉਹ ਵੀ ਅਜੇ ਪਿੱਛੇ ਹੀ ਸੀ? ਅਜੇ ਵੀ ਨਹੀਂ ਆਈ 2010 ਤੱਕ? ਹਾਂਜੀ, ਨਹੀਂ, 2010 ਤੱਕ ਤੇ ਹੋਰ ਜ਼ਿਆਦਾ ਹਾਲਾਤ ਜਿਹੜੇ ਨੇ ਨਾ, ਮੈਂ ਪਾ ਦੱਸਣਾ ਕਿ 1970-80 ਤੋਂ ਬਾਅਦ ਔਨਵਰਡ ਮਾਮਲਾ ਖਰਾਬ ਹੋਇਆ। ਕਾਦੀਆਨੀਅਤ ਦੇ ਬਾਰੇ ਸਾਡੇ ਉਲਮਾ ਨੂੰ, ਸਾਡੇ ਆਵਾਮ ਨੂੰ ਬਹੁਤ ਘੱਟ ਨੌਲੇਜ ਸੀ। ਅਲਬੱਤਾ ਪਹਿਲੇ ਜਿਹੜੇ ਸਨ, ਜਦੋਂ ਖਾਸ ਕਰਕੇ ਹਰਾਰੀ ਸਨ, ਉਦੋਂ ਫਿਰ ਵੀ ਲੋਕਾਂ ਨੂੰ ਕੁਝ ਨਾ, ਲੇਕਿਨ ਉਦੋਂ ਲੈਕ ਆਫ ਕਮਿਊਨੀਕੇਸ਼ਨ ਸੀ, ਉਦੋਂ ਲੋਕਾਂ ਕੋਲ ਰਿਸੋਰਸਿਸ ਨਹੀਂ ਸਨ, ਲਿਹਾਜ਼ਾ ਉਲਮਾ ਨੂੰ ਉਦੋਂ ਪਤਾ ਸੀ, ਆਮ ਆਵਾਮ ਨੂੰ ਉਦੋਂ ਵੀ ਪਤਾ ਨਹੀਂ ਸੀ। ਇਹ ਪ੍ਰੋਬਲਮ ਤੇ ਹੈ। ਇਹ ਦੇਖੋ ਪੁੱਠੀ ਗੱਲ ਕਰਦੇ ਤੁਹਾਨੂੰ, ਯਾਨੀ ਕਿ ਜਦੋਂ ਸਿਰਫ ਅਖਬਾਰ ਸੀ ਔਰ ਰੇਡੀਓ ਨਵਾਂ ਇਜਾਦ ਹੋਇਆ ਔਰ ਇਸ਼ਤਿਹਾਰਾਂ ਤੇ ਡਿਪੈਂਡੈਂਟ ਸੀ, ਉਦੋਂ ਜ਼ਿਆਦਾ ਇਲਮ ਸੀ।
70-80 ਦੀ ਦਿਹਾਈ ਜਦੋਂ ਟੀਵੀ ਆ ਗਿਆ ਔਰ ਉਸ ਤੋਂ ਇਲਾਵਾ ਟੀਵੀ ਤੇ ਕਾਦੀਆਨੀਅਤ ਦੀ ਤਬਲੀਗ ਹੁੰਦੀ ਸੀ, ਟੀਵੀ ਤੇ ਕਾਦੀਆਨੀਅਤ ਦੇ ਕਾਇਦ ਦੱਸਦੇ ਸਨ। ਨਹੀਂ ਹੋਏ ਨਾ, ਲੇਕਿਨ ਤੁਹਾਡੇ ਕੋਲ ਤਾਂ ਟੀਵੀ ਹੈਗਾ ਸੀ ਨਾ ਜਮੀਲ ਸਾਹਿਬ। ਸਾਡੇ ਘਰ ਟੀਵੀ ਹੁੰਦਾ ਸੀ ਤੇ ਉਹ ਬਲੈਕ ਐਂਡ ਵਾਈਟ ਟੀਵੀ ਦੇ ਉੱਤੇ ਨਾ ਸ਼ਾਮੀ ਸਿਰਫ ਡਰਾਮਾ ਸੋਨਾ ਚਾਂਦੀ ਵੇਖਿਆ ਜਾਂਦਾ ਸੀ ਬਸ। ਨਹੀਂ ਤੇ ਤੁਸੀਂ ਮੁਸਲਮਾਨਾਂ ਨੇ ਆਪਣਾ ਟੀਵੀ ਬਣਾਉਣਾ ਸੀ ਨਾ। ਬਹੁਤ ਪੜੀ ਜਾਂਦੀ ਸੀ ਉਸ ਦੌਰ ਦੀ ਤੁਸੀਂ ਗੱਲ ਕਰਦੇ ਹੋ। 5-7 ਕਿਸਮ ਦੀਆਂ ਅਖਬਾਰਾਂ ਜਿਹੜੀਆਂ ਨੇ ਉਹ ਆਉਂਦੀਆਂ ਸੀ ਲਾਹੌਰ ਤੋਂ, ਫੈਸਲਾਬਾਦ। ਭਾਈ ਉਹਨਾਂ ਅਖਬਾਰਾਂ ਦੇ ਉੱਤੇ ਦੱਸੋ ਕਿਹੜੀ ਅਖਬਾਰ ਦੇ ਉੱਤੇ ਕਾਦੀਆਨੀਅਤ ਦੇ ਬਾਰੇ ਦੱਸਿਆ ਜਾਂਦਾ? ਇਹ ਦੱਸੋ ਨਾ ਕਿ 83 ਵਿੱਚ ਜੰਗ ਅਖਬਾਰ ਦੇ ਛੋਟੀ ਜਿਹੀ ਸੁਰਖੀ ਲੱਗੀ ਸੀ ਕਿ ਅਸਲਮ ਕੁਰੈਸ਼ੀ ਸਾਹਿਬ ਲਾਪਤਾ ਹੋ ਗਏ ਤੇ 84 ਚ ਉਹਦੀਆਂ ਜਿਹੜੀਆਂ ਹੈਡਲਾਈਨ ਆਉਂਦੀਆਂ ਸੀ। ਕੀ ਕਰਦੇ ਇਹੋ ਜਿਹਾ ਕੋਈ ਹਾਦਸਾ, ਕੋਈ ਵੱਡਾ ਵਾਕਿਆ ਹੋ ਜੇ, ਕਤਲ ਹੋ ਜੇ। ਭਾਈਜਾਨ ਨਜ਼ੀਰ ਸਾਹਿਬ ਇਹਨੂੰ ਕਹਿੰਦੇ ਪੰਜਾਬੀ ਚ ਗੱਟੇ ਬੇਰ ਰਲਾਣਾ। ਇਹ ਘਟੇ ਬੇਰ ਨਾ ਰਲਾਇਆ ਕਰੋ ਜਾਂ ਖੱਟੇ ਬੇਰ ਨਾ ਰਲਾਇਆ ਕਰੋ। ਮੈਂ ਕਹਿੰਦਾ ਕੋਈ ਕਤਲੋ ਗਾਰਤ ਹੋ ਜੇ, ਕੋਈ ਹਾਦਸਾ ਹੋ ਜੇ, ਕੋਈ ਲੜਾਈ ਦੰਗਾ ਹੋ ਜੇ ਨਾ, ਤੇ ਲੌਜੀਕਲ ਹੈ ਕਿ ਲੋਕਾਂ ਨੂੰ ਪਤਾ ਲੱਗ ਗਿਆ ਹੋਏਗਾ ਵੀ ਇੱਥੇ ਹੈ ਮਸਲਾ। ਲੇਕਿਨ ਮੈਂ ਦੱਸਿਆ ਕਿ ਕਿਤਾਬਾਂ ਦੇ ਬਾਰੇ, ਅਕਾਇਦ ਔਰ ਨਜ਼ਰੀਆਤ ਦੇ ਬਾਰੇ ਇੰਨਾ ਘੱਟ ਨੌਲੇਜ ਹੈ ਕਿ ਸਾਡੇ ਬਹੁਤ ਵੱਡੇ ਵੱਡੇ ਉਲਮਾ ਨੇ ਫਾਸ਼ ਗਲਤੀਆਂ ਕੀਤੀਆਂ ਨੇ ਗੁਫ਼ਤਗੂ ਦੇ ਵਿੱਚ। ਔਰ ਅਲਾਮਾ ਇਹਸਾਨ ਲਾਈ ਜ਼ਹੀਰ ਵਿਚਾਰਾ ਕਿਤਾਬ ਵੀ ਲਿਖ ਗਿਆ 70 ਵਿੱਚ ਰੱਦੇ ਉਹਨਾਂ ਦੀ ਕਿਤਾਬ। ਉਹਦੇ ਬਾਵਜੂਦ ਅਹਿਲੇ ਹਦੀਸ ਨੂੰ ਵੀ ਕੁਝ ਨਹੀਂ ਪਤਾ। ਵੇਖ ਯਾਰ, ਅਹਿਲੇ ਹਦੀਸ ਹੋਣ ਜਾਂ ਬਰੇਲਵੀ ਹੋਣ ਜਾਂ ਦਿਓਬੰਦੀ ਹੋਣ, ਉਹਨਾਂ ਨੂੰ ਹਰ ਚੀਜ਼ ਨੂੰ ਜੋੜਨ ਦੀ ਤੁਹਾਡੇ ਕਾਇਦਾ ਨਹੀਂ ਸੀ ਯਾਰ, ਨਹੀਂ ਸੀ ਪਤਾ। ਅਹਿਲੇ ਹਦੀਸਾਂ ਨੂੰ ਵੀ ਨਹੀਂ ਸੀ ਪਤਾ, ਸਵਾਏ ਚੀਦਾ ਉਲਮਾ ਦੇ ਨਹੀਂ ਸੀ ਪਤਾ। ਉਹ ਭਾਈਜਾਨ ਗੱਲ ਇਹ ਕਿ ਤੁਹਾਨੂੰ ਅਜੇ ਸਾਰਿਆਂ ਨੂੰ ਆਪਣੇ ਆਪਣੇ ਕਾਇਦ ਦਾ ਵੀ ਨਹੀਂ ਪਤਾ। ਇਹ ਤੁਹਾਡਾ ਵੀ ਹਾਲ ਹੈ, ਇਹ ਤੁਹਾਡਾ ਆਪਣਾ ਵੀ ਹਾਲ ਹੈ ਕਿ ਜਿਹੜੇ ਤੁਹਾਡੇ ਮੇਰੀ ਗੱਲ ਸੁਣੋ। ਤੁਸੀਂ ਜਮੀਲ ਸਾਹਿਬ ਇੰਜ ਨਾ ਕਰੋ। ਮੈਂ ਤੁਹਾਨੂੰ ਬਾਰ-ਬਾਰ ਫਿਰ ਰਿਕੁਐਸਟ ਕਰਨਾ, ਸੰਜੀਦਾ ਗੱਲ ਪੈਂਦੀ। ਸਾਡੇ ਉਲਮਾ ਨੂੰ ਅਗਰ ਤੁਹਾਡਾ ਨਹੀਂ ਸੀ ਪਤਾ ਤੇ ਨਾਰਮਲ ਹੈ। ਤੁਹਾਡੇ ਆਪਣੇ ਮਰਬੀਆਂ ਨੂੰ ਇਹ ਤੱਕ ਤੁਹਾਡੇ ਅਕਾਇਦ ਦਾ ਨਹੀਂ ਪਤਾ। ਤੁਹਾਡੇ ਮਰਬੀਆਂ ਨੇ ਕੁੰਡੀਆਂ ਮਾਰ ਲੀਆਂ ਨੇ। ਮੈਂ ਸਿਰਫ ਸਵਾਲ ਕਰਨ ਗਿਆ ਵਾ 2 ਦਿਨ, ਐਮਜੀ ਦੀ ਬਰਾਡ ਬੰਦ ਹੋ ਗਈ ਹੈ। ਉਹਨਾਂ ਕਿਹਾ ਅਸੀਂ ਅਮਰ ਨੂੰ ਨਹੀਂ ਲੈਣਾ, ਸਵਾਲ ਤੱਕ ਨਹੀਂ ਲੈ ਸਕਦੇ ਮਰਬੀ ਸਾਹਿਬ ਕੋ, ਜਵਾਬ ਤੱਕ ਨਹੀਂ ਆਣਾ। ਨਹੀਂ ਤੁਸੀਂ ਸਵੇਰੇ ਤੁਸੀਂ ਸਵਾਲ ਕਰੇ ਨਹੀਂ ਆਉਂਦੇ। ਅੱਛਾ ਤਾਰਿਕ ਸਾਹਿਬ ਜਦੋਂ ਇਤਸ਼ਾਮ ਅਲੀ ਥਾਨਵੀ ਨੇ ਜਦੋਂ ਨਿਕਾਹ ਪੜਾਇਆ ਸੀ ਤੁਹਾਡੇ ਮਾਮੇ ਦਾ, ਤੇ ਤੁਸੀਂ ਉਦੋਂ ਉੱਥੇ ਸੋਏ ਸੋ। 1 ਮਿੰਟ ਤੇਰਾ ਵਿੱਚ ਕੀ ਕੰਮ? ਮੈਂ ਉਹਦੇ ਨਾਲ ਗੱਲ ਕਰਾਂ ਤਾਂ ਉਹਦੇ ਤੇ ਇਤਬਾਰ ਨਹੀਂ ਹੈਗਾ। ਨਹੀਂ ਤੇ ਤੁਸੀਂ ਜੋ ਗੱਲ ਕਰਦੇ ਪਏ ਤੇ ਮਾਮਾ ਭੈਣ ਦੀਆਂ ਗਾਲਾਂ ਕੱਢ ਰਹੇ ਸੀ ਉਹਨੂੰ, ਤੇਰਾ ਤੂੰ ਕਹਿ ਕੇ ਉਹਨੂੰ ਅਮਨ ਅਜ਼ੀਜ਼ ਸਾਹਿਬ ਨੂੰ ਮਾਮਾ ਭੈਣ ਦੀ ਗੰਦੀਆਂ, ਉਹਦੀ ਵਾਲਦਾ ਨੂੰ, ਉਹਦੇ ਪਿਓ ਨੂੰ ਗਾਲਾਂ ਕਢਾ ਰਹੇ ਸੋ। ਹੁਣ ਤੁਸੀਂ ਇੱਥੇ ਆ ਕੇ ਤੁਸੀਂ ਉਹਦੇ ਕੋਲ ਲਾਲੇ ਪੱਪੇ ਲਾ ਰਹੇ ਹੋ। ਜਿਹੜਾ ਝੂਠ ਬੋਲਿਆ ਉਹਦੇ ਤੇ ਫਿਰ ਅੱਲਾਹ ਔਰ ਰਸੂਲ ਦੀ ਲਾਨਤ, ਅੱਲਾਹ ਦੀ ਲਾਨਤ ਉਹਦੀ ਸ਼ਕਲ ਦੇ ਉੱਤੇ। ਜਿਹੜਾ ਉੱਥੇ ਬੈਠਾ ਉਮਰ ਰਬਾਬ ਦੇ ਨਾਲ ਹਾਂ ਜਹਾਮ ਹੀ ਭਰ ਰਿਹਾ ਸੀ ਕਿ ਹਾਂ ਲਾਨਤ ਉਹਦੀ ਸ਼ਕਲ ਦੇ ਉੱਤੇ, ਉਸ ਅਲੀ ਸਾਹਿਬ ਦੀ ਸ਼ਕਲ ਦੇ ਉੱਤੇ ਲਾਨਤ ਉਸ ਅਲੀ ਸ਼ਕਲ ਦੇ ਉੱਤੇ। ਯੂਸਫੀ ਭਾਈ ਕੋਈ ਫਰਕ ਨਹੀਂ ਪੈਂਦਾ ਯਾਰ, ਗਾਲਾਂ ਕੱਢੀਆਂ ਤਾਂ ਕੀ ਹੋ ਗਿਆ? ਅੱਲਾਹ ਦੀ ਲਾਨਤ ਤੇ ਜਿਹੜਾ ਕੀ ਹੋ ਗਿਆ ਜੇ ਕੱਢੀਆਂ ਨੇ ਗਾਲਾਂ ਤਾਂ ਕੀ ਹੋ ਗਿਆ? ਤਾਰਕ ਸਾਹਿਬ ਛੱਡੋ ਪਰਾਂ, ਇਹ ਕਿਹੜੀ ਗੱਲ? ਐਵੇਂ ਵਿੱਚ ਜਾ ਕੇ ਤਾਰਕ ਸਾਹਿਬ ਜਦੋਂ ਮੈਂ ਆਨਾ ਪਿਆ ਕੋਈ ਗੱਲ ਨਹੀਂ, ਤੁਸੀਂ ਗਾਲਾਂ ਕੱਢੀਆਂ ਨੇ ਕਢਾਈਆਂ ਨੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ ਕੱਢੀਆਂ, ਮੈਂ ਜਿਹਨੂੰ ਕੱਢੀਆਂ ਹੋਣਗੀਆਂ ਮੈਂ ਕਹਿ ਦਾਂਗਾ ਮੈਂ ਕੱਢੀਆਂ। ਕੋਈ ਫਰਕ ਨਹੀਂ ਪੈਂਦਾ। ਝੂਠ ਬੋਲਦਾ ਪਿਆ, ਗੰਦਾ ਆਦਮੀ ਝੂਠ ਬੋਲਦਾ ਪਿਆ। ਉੱਥੇ ਬੈਠ ਕੇ ਸਾਰੇ ਮਾਮਾ ਭੈਣ ਦੇ ਗਾਲਾਂ ਕੱਢ ਰਹੇ ਸੀ, ਇਹਨੂੰ ਕਹਿ ਰਹੇ ਸੀ ਹਾਂਜੀ ਬਿਲਕੁਲ ਸਹੀ, ਬਿਲਕੁਲ ਸਹੀ, ਹਾਂਜੀ ਬਿਲਕੁਲ ਸਹੀ। ਛੱਡ ਦੋ ਯੂਸਫੀ ਵਿਚਾਰੇ ਨੂੰ, ਯੂਸਫੀ ਵਿਚਾਰੇ ਇਹ ਗੱਲ ਛੱਡ, ਕੋਈ ਗੱਲ ਕੰਮ ਨਾ ਕਰ ਭਾਈ। ਯੂਸਫੀ ਭਾਈ ਅਗਰ ਸਾਡੇ ਨਾਲ ਉਹ ਮੈਂ ਕਹਿੰਦਾ ਗਾਲਾਂ ਕੱਢਣ ਤੋਂ ਬਾਅਦ ਵੱਲਾ ਮੈਨੂੰ ਕੋਈ ਮੱਥੇ ਤੇ ਵੱਟ ਵੀ ਨਹੀਂ, ਸਿਰਫ ਇੱਕ ਕੰਮ ਨਾ ਕਰਨ, ਉਹ ਤੁਹਾਨੂੰ ਵੀ ਪਤਾ, ਉਹ ਨਾ ਕਰਨ ਸਾਡੀਆਂ ਗਾਲਾਂ ਦੀ ਖੈਰ। ਯੂਸਫੀ ਭਾਈ ਨੂੰ ਸਾਰੇ ਗਾਲਾਂ ਕੱਢਦੇ ਨੇ, ਬੜੀ ਬੁਰੀ ਗੱਲ। ਤੁਸੀਂ ਮੈਨੂੰ ਗਾਲ ਨਹੀਂ ਕੱਢੀ ਤੇ ਮੈਂ ਤੁਹਾਨੂੰ ਕਿਸ ਵਾਸਤੇ ਕੱਢਣੀ ਹੈ? ਤੁਸੀਂ ਮੇਰੇ ਨਾਲ ਡਾਇਰੈਕਟ ਨਹੀਂ ਹੋਏ, ਮੈਂ ਤੁਹਾਡੇ ਨਾਲ ਡਾਇਰੈਕਟ ਨਹੀਂ ਹੋਇਆ। ਜਿਹੜਾ ਮੇਰੇ ਨਾਲ ਹੋ ਜਾਊਗਾ ਕੋਈ ਗੱਲ। ਅੱਛਾ ਯੂਸਫੀ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਅੱਛਾ ਜਮੀਲ ਸਾਹਿਬ ਤੁਸੀਂ ਸਾਰਾ ਮਾਹੌਲ ਜਿਹੜਾ ਨਾ ਖਰਾਬ ਪੇ ਕਰਦੇ ਹੋ ਤੇ ਉਹ ਬੰਦਾ ਇਰੀਟੇਟ ਕੋਲ ਹੁੰਦਾ, ਬੰਦਾ ਬੈਠਿਆ, ਪਲੀਜ਼ ਗੱਲ ਕਰ ਲੈਣ ਦਿਓ। ਤੁਹਾਡੀ ਬਾਰ-ਬਾਰ ਤੁਹਾਡੀ ਰਿਕੁਐਸਟ ਕੀਤੀ ਜਾਂਦੀ ਹੈ, ਗੱਲ ਕਰ ਲੈਣ ਦਿਓ। ਮੈਂ ਇਹ ਪਿਆ ਕਹਿੰਦਾ ਸਾਂ ਤਾਰਕ ਸਾਹਿਬ ਕਿ ਸਾਡੇ ਉਲਮਾ ਨੂੰ ਤੁਹਾਡਾ ਕਾਇਦ ਦਾ ਨਾ ਪਤਾ ਹੋਵੇ ਤੇ ਇਹ ਕੋਈ ਬਈਦਜ਼ ਕਿਆਸ ਨਹੀਂ ਹੈ। ਮੈਂ ਤੇ ਹੈਰਾਨ ਹੋਇਆ ਤੁਹਾਡੇ ਆਪਣੇ ਉਲਮਾ ਨੂੰ ਤੁਹਾਡੇ ਕਾਇਦ ਦਾ ਪਤਾ नहीं है। पता नहीं है। अमन जी साहब इस बात को छोड़े, इस चीज को मानने जी अगर नहीं तो मुरब्बी साहब ਨੂੰ यार जमील साहब गल करनी नहीं कि मामे दा निकाह गलती नाल हो गया यार। जमील साहब तुसी ये चाहते हो, तुसी गैर संजीदा आदमी, तुसी थल्ले तशरीफ ले जाओ। चलो ठीक है, मैं चलना जी, कोई गल नहीं। मैं क्योंकि तुसी खामखा एक गल ਨੂੰ ਜਿਹੜਾ ਤਮਸਕਰ ਉਹਦਾ ਉਡਾ ਰਹੇ ਹੋ। ਮੈਂ ਇਹੋ ਜਿਹਾ ਬੰਦਾ ਨਹੀਂ ਆ। ਮੈਂ ਨਾ ਕਿ ਅਸੀਂ ਸੰਜੀਦਾ ਗੱਲ ਪੇ ਕਰਨੇ ਆ, ਉਹਦੇ ਵਿੱਚ
ਕੋਈ ਕਿਸੇ ਦੀ ਧੋਈਨ ਨਹੀਂ ਪੇ ਕਰਦੇ, ਇੱਕ ਗੱਲ ਨੌਲੇਜ ਵਾਲੀ ਪੇ ਕਰਨੇ ਆ ਕਿ ਬਈ ਕਿਉਂਕਿ ਪਾਕਿਸਤਾਨ 'ਚ ਸਬਜੈਕਟ ਜਿਹੜਾ ਸੀ 74 ਔਰ ਬਿਲ 184 ਤੋਂ ਬਾਅਦ ਖਤਮ ਹੋ ਗਿਆ ਤੇ ਲੋਕਾਂ ਦਾ ਇਹ ਦਿਲਚਸਪੀ ਦਾ ਲੋਕਾਂ ਕੋਲੇ ਨੌਲੇਜ ਨਹੀਂ ਹੈ ਇਹਨਾਂ ਦੇ ਬਾਰੇ। ਬਹੁਤ ਸਾਰੇ ਉਲਮਾ ਨੇ ਫਾਸ਼ ਗਲਤੀਆਂ ਕੀਤੀਆਂ ਨੇ ਆਪਣੀ ਗੁਫ਼ਤਗੂ ਦੇ ਵਿੱਚ। ਅੱਛਾ, ਉਹਨਾਂ ਨੂੰ ਕੋਈ ਨਾ ਪਤਾ ਹੋਵੇ ਜਾਂ ਘੱਟ ਪਤਾ ਹੋਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ। ਮੈਂ ਤੇ ਹੈਰਾਨ ਹਾਂ ਕਿ ਤੁਹਾਡੇ ਆਪਣੇ ਜਿਹੜੇ ਮੁਰੱਬੀ ਨੇ ਉਹਨਾਂ ਨੂੰ ਨਹੀਂ ਪਤਾ ਤੁਹਾਡੇ ਕਾਇਦ ਔਰ ਨਜ਼ਰੀਆਤ ਦਾ। ਤੁਹਾਡੇ ਬੰਦੇ ਜਿਹੜੇ ਨੇ ਇੱਥੇ ਉਹਨਾਂ ਦਾ ਕੀ ਹਾਲ ਹੋਵੇ ਤਾਂ ਆਮ ਬੰਦਿਆਂ ਦਾ। ਅਗਰ ਮੁਰੱਬੀ ਸਾਹਿਬ ਦਾ ਇਹ ਹਾਲ ਹੈ ਕਿ ਉਹਨਾਂ ਨੂੰ ਸਵਾਲ ਬੰਦਾ ਕਰਨ ਜਾਏ ਤੇ ਉਹ ਆਂਦੇ ਨੇ ਕਿ ਅਸੀਂ ਹੁਣ ਸਵਾਲ ਦਾ ਜਵਾਬ ਵੀ ਤੁਹਾਡੇ ਦਾ ਨਹੀਂ ਦੇਣਾ ਹੈ। ਆਮ ਜਿਹੜੇ ਬੰਦੇ ਨੇ ਤੁਹਾਡੇ ਹਾਰ ਦੇ ਉਹਨਾਂ ਦੇ ਹਾਲਾਤ ਕੀ ਹੋਣਗੇ? ਬਾਦਸ਼ਾਹ ਹੁਣ ਇਹਨੂੰ ਤੁਸੀਂ 50 ਵਾਰੀ ਦੁਹਰਾਓਗੇ ਨਾ ਤੇ ਤੁਹਾਡਾ ਸਵਾਲ ਇਹੀ ਰਹਿਣਾ। ਉਹਨਾਂ ਚੰਗਾ ਭਲਾ ਜੇ ਨਹੀਂ ਸੀ, ਉਹਨਾਂ ਨੇ ਆ ਕੇ ਵਿੱਚ ਜਿਹੜਾ ਨਾ ਉਹ ਚਲੋ ਮੈਂ ਸੌਰੀ ਕਰ ਲੈਣਾ, ਕੋਈ ਨਹੀਂ ਗੱਲ, ਨਹੀਂ ਕੋਈ ਗੱਲ ਛੱਡ ਦੋ ਉਸ ਗੱਲ, ਬਰਖਰਦਾਰ ਹੈ, ਕੋਈ ਨਹੀਂ ਖੈਰ ਹੈ। ਉਸ ਗੱਲ ਮਸਲਾ ਇਹ ਹੈ ਕਿ ਤੁਸੀਂ ਸਵਾਲ ਕਰਨ ਜਾਇਆ ਕਰੋ। ਤੁਸੀਂ ਇੰਝ ਜਾਂਦੇ ਜਿਸ ਤਰ੍ਹਾਂ ਅੱਗੇ ਮੁਸੱਲਾ ਫੌਜ ਹੈ ਤੇ ਮੈਂ ਜਿਹੜਾ ਉੱਥੇ ਜਾ ਕੇ ਮੁਸੱਲਾ ਹੋ ਕੇ ਫਾਇਰਿੰਗ ਕਰਨੀ, ਇਸ ਤਰ੍ਹਾਂ ਨਹੀਂ ਗੱਲ ਬਣਦੀ। ਸਵਾਲ ਕਰੋ ਤਸੱਲੀ ਨਾਲ, ਸਕੂਨ ਨਾਲ। ਉਹ ਤੁਹਾਡਾ ਇੰਝ ਲੱਗਦਾ ਜਿਵੇਂ ਤੁਸੀਂ ਮੁਨਾਜ਼ਰਾ ਉਹਦੀ ਜਿਹੜੀ ਐਮਜੀ ਸਾਹਿਬ ਦੀ ਬਰਾੜ ਹੈ ਉਹ ਸਿਰਫ ਸਵਾਲੋ ਜਵਾਬ ਦੀ ਹੈ। ਤੁਸੀਂ ਸਵਾਲ ਕਰਨਾ, ਸਕੂਨ ਨਾਲ ਕਰੋ, ਆਰਾਮ ਨਾਲ ਕਰੋ। ਉਹ ਬਰਾੜ ਤੇ ਵੜ ਗਈ ਹੈ, ਬਰਾੜ ਬੰਦ ਹੋ ਗਈ ਹੈ। ਬਾਦਸ਼ਾਹ ਗੱਲ ਤਾਂ ਸੁਣ ਲਓ। ਜਵਾਬ ਨਾਲ ਮੁਤਮਿਨ ਹੋਣਾ ਜਿਹੜਾ ਨਾ, ਉਹਦੇ ਨਾਲ ਤੁਸੀਂ ਮੁਤਮਿਨ ਹੁੰਦੇ ਹੋ ਨਹੀਂ ਹੁੰਦੇ, ਇਸ ਬਰਾੜ ਦਾ ਉਸ ਚੀਜ਼ ਨਾਲ ਤਲਕ ਹੀ ਨਹੀਂ। ਜਿਸ ਚੀਜ਼ ਦਾ ਉਹਨਾਂ ਨੂੰ ਪਤਾ ਉਹ ਦੱਸ ਦੇਣਗੇ। ਹੁਣ ਤੁਸੀਂ ਆਪਣੇ ਮਤਲਬ ਬਣਾਉਣੇ ਸ਼ੁਰੂ ਕਰ ਦਿਓਗੇ ਤੇ ਉਹ ਗੱਲ ਬਣਨੀ ਨਹੀਂ। ਠੀਕ ਹੋ ਗਿਆ ਤਾਰਿਕ ਸਾਹਿਬ, ਮੈਂ ਇਹ ਅਰਜ਼ ਕੀਤੀ ਹੈ ਕਿ ਬਰਾੜ ਹੋਵੇ ਤੁਹਾਡੀ ਤੇ ਤੁਸੀਂ ਉਹਦੀ ਮਜ਼ੀਦ ਸਕਰੂਟਨਿੰਗ ਕਰ ਸਕਦੇ ਹੋ ਕਿ ਨਹੀਂ ਬਈ? ਨਹੀਂ ਬਈ ਮੈਂ ਤੈਨੂੰ 3 ਸਤਰ ਦਾ ਸਵਾਲ ਕਰਨ ਦੀ ਇਜਾਜ਼ਤ ਦੇਣੀ, ਨਹੀਂ ਬਈ ਮੈਂ ਤੈਨੂੰ 1 ਮਿੰਟ ਬੋਲਣ ਦੀ ਇਜਾਜ਼ਤ ਦੇਣੀ, ਨਹੀਂ ਬਈ ਮੈਂ ਤੈਨੂੰ ਸਿਰਫ ਇੱਕ ਇਸ਼ਕਾਲ ਤੇ ਇੱਕ ਸਵਾਲ ਪੇਸ਼ ਕਰਨ ਦੀ ਇਜਾਜ਼ਤ। ਬਈ ਤੁਹਾਡਾ ਡੈਕੋਰਮ ਹੈ, ਤੁਸੀਂ ਆਪਣੇ ਡੈਕੋਰਮ ਦੇ ਤਹਿਤ ਵੀ ਸਵਾਲ ਲੈਣਾ ਅਗਰ ਬੰਦ ਕਰ ਦਿੰਦੇ ਹੋ ਔਰ ਬਜਾਏ ਇਸ ਦੇ ਕਿ ਤੁਸੀਂ ਆਖੋ ਕਿ ਨਹੀਂ ਬਈ ਇਹ ਬੰਦਾ ਮਨਾਜ਼ਰਾ ਸਾਡੇ ਨਾਲ ਸ਼ੁਰੂ ਕਰਤਾ ਹੈ, ਭਾਈ ਮੈਂ ਤੈਨੂੰ ਇੰਨਾ ਟਾਈਮ ਦੇਣਾ, ਤੇਰੇ ਨਾਲ ਮੈਂ ਮਨਾਜ਼ਰਾ ਨਹੀਂ ਕਰਨਾ, ਸਿਰਫ ਸਵਾਲ ਦਾ ਜਵਾਬ ਦੇਣਾ, ਤੇ ਤੁਸੀਂ ਸਵਾਲ ਦਾ ਜਵਾਬ ਦੇਣ ਵਾਸਤੇ ਦਰਵਾਜ਼ਾ ਖੁੱਲ੍ਹਾ ਰੱਖੋ। ਇਹਦੀ ਬਜਾਏ ਤੁਸੀਂ ਤਾਂ ਦਰਵਾਜ਼ੇ ਬੰਦ ਕਰਕੇ ਬਹਿ ਗਏ ਹੋ। ਤੁਸੀਂ ਤਾਂ ਕਿਹਾ ਅਸਾਂ ਲੈਣਾ ਹੀ ਨਹੀਂ ਸਵਾਲ, ਇਹਦੀ ਕੀ ਵਜ੍ਹਾ? ਨਹੀਂ ਉਹ ਸਵਾਲ ਦੇ ਮੈਂ ਤੇ ਉੱਥੇ ਇੰਨਾ ਹੁੰਦਾ ਨਹੀਂ, ਮੇਰਾ ਟਾਈਮ ਹੁੰਦਾ ਕੰਮ ਦਾ, ਉਹਦੇ ਮੁਤਾਬਕ ਮੈਂ ਕਈ ਵਾਰੀ ਸੁੱਤਾ ਹੁੰਦਾ ਤੇ ਮੈਂ ਉਹਦਾ ਪਤਾ ਕਰ ਲਾਂਗਾ। ਹੁਣ ਤੁਹਾਡੇ ਸਵਾਲ ਦੀ ਨੋਈਅਤ ਤੇ ਵੀ ਡਿਪੈਂਡ ਕਰਦਾ ਹੈ ਨਾ। ਸਿਰਫ ਸਵਾਲ ਕਰਨਾ ਸਰ, ਸਿਰਫ ਸਵਾਲ। ਨਹੀਂ ਨਹੀਂ ਠੀਕ ਹੈ, ਉਹ ਸਵਾਲ ਕਰਨਾ ਤੁਹਾਡਾ ਹੱਕ ਹੈ, ਉਹਦੇ ਤੋਂ ਤੁਹਾਨੂੰ ਮਨਾ ਨਹੀਂ ਕਰਨਾ ਚਾਹੀਦਾ। ਅੱਜ 3 ਦਿਨਾਂ ਤੋਂ ਬਾਅਦ ਐਮਜੀ ਸਾਹਿਬ ਮੈਨੂੰ ਹੁਣ ਨਜ਼ਰ ਆਏ ਨੇ ਓਵੈਸ ਦੀ ਬਰਾੜ ਤੇ ਮੈਂ ਮਗਰ ਗਿਆ ਉਹਨਾਂ ਨੂੰ ਵੇਖ ਕੇ। ਉੱਥੇ ਮੈਂ ਮੈਸੇਜ ਥੱਲੇ ਕੀਤਾ, ਮੈਂ ਕਿਹਾ ਵੈਸ ਆਪਣਾ ਐਮਜੀ ਸਾਹਿਬ ਆਖਰ ਮੰਨ ਲਈਏ ਕਿ ਤੁਸੀਂ ਹਾਰ ਗਏ ਤੇ ਦਰਿੰਦੇ ਜਿੱਤ ਗਏ। ਉਹ ਮੈਨੂੰ ਵੇਖਦੇ ਹੀ ਨਾ ਉੱਥੋਂ ਨਾ ਕਹਿੰਦੇ ਨੇ ਮੈਂ ਪਤਾ ਨਹੀਂ ਕੀ ਕਰਨ ਲੱਗਾ ਤਾਂ ਮੈਂ ਬਿਜ਼ੀ ਹਾਂ। ਹਾਲਾਂਕਿ ਕਾਫੀ ਦੇਰ ਦੇ ਉੱਥੇ ਬੈਠੇ ਸਨ। ਮੇਰਾ ਖਿਆਲ ਹੈ ਮੇਰਾ ਮੈਸੇਜ ਦੇਖ ਉਹ 3 ਦਿਨ ਤੋਂ ਬਾਅਦ ਮੈਨੂੰ ਅੱਜ ਨਜ਼ਰ ਆਏ ਨੇ, ਲੇਕਿਨ ਉਹ ਸ਼ਰਮਿੰਦਾ ਬੰਦਾ ਇੰਨਾ ਸੀ ਕਿ ਮੈਨੂੰ ਦੇਖ ਕੇ ਗਾਇਬ ਹੋ ਗਿਆ। ਤਾਰਿਕ ਸਾਹਿਬ ਅਗਰ ਤੁਸੀਂ ਕੋਈ ਕਰ ਸਕਦੇ ਹੋ ਨਾ ਤੇ ਸਾਡੇ ਕੋਲ ਸਹੁੰ ਲੈ ਲਓ, ਅਸੀਂ ਛੜਾ ਸਵਾਲ ਹੀ ਕਰਾਂਗੇ ਔਰ ਉਹ ਵੀ ਤੁਹਾਡੇ ਡੈਕੋਰਮ ਦੇ ਮੁਤਾਬਕ। ਜਿੰਨੇ ਲਫ਼ਜ਼ਾਂ 'ਚ, ਜਿੰਨੀਆਂ ਸਤਰਾਂ 'ਚ, ਜਿੰਨੀਆਂ ਮਿੰਟਾਂ 'ਚ ਤੁਸੀਂ ਆਖੋਗੇ ਸਿਰਫ ਸਵਾਲ ਕਰਾਂਗੇ। ਸਵਾਲ ਜਵਾਬ ਦੀ ਨਿਸ਼ਚਿਤ ਨਾ ਬੰਦ ਕਰਾਓ, ਤੁਹਾਨੂੰ ਵਾਸਤਾ ਜੇ ਨਾ ਕੋਈ ਤੇ ਹੁਣ ਉਹਨਾਂ ਨੂੰ ਬੰਦਾ ਪੁੱਛ ਸਕਦਾ ਨਾ ਹਰ ਇੱਕ ਦੇ ਆਪਣੇ ਇਹ ਯੂਰਪ, ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਿੱਥੇ ਜਿੱਥੇ ਕੋਈ ਬੈਠਾ ਉਹਨਾਂ ਦੇ ਆਪਣੇ ਜ਼ਾਤੀ ਮਸਾਇਲ ਵੀ ਹੈਗੇ। ਬਸ ਇਹ ਕੋਈ ਆਫੀਸ਼ੀਅਲ ਤੇ ਬਰਾਡਾ ਚਲਾ ਨਹੀਂ ਰਹੇ, ਮਤਲਬ ਨਹੀਂ ਉਹਨਾਂ ਦਾ ਕੋਈ ਐਸਾ ਮਸਲਾ ਨਹੀਂ ਹੈ ਕਿ ਬਈ ਉਹਨਾਂ ਦੇ ਕੋਲੇ ਕੋਈ ਐਮਰਜੈਂਸੀ ਹੋਵੇ। ਭਾਈ ਜਾਨ ਮੈਂ ਜ਼ਾਤੀ ਤੌਰ ਤੇ ਉਹਨਾਂ ਨੂੰ ਜਾਣਨਾ ਹੈਗਾ। ਗੱਲ ਇਹ ਮੁਰੱਬੀ ਸਾਹਿਬ ਨੂੰ ਨਹੀਂ ਮੁਰੱਬੀ ਸਾਹਿਬ ਨੂੰ ਨਹੀਂ, ਐਮਜੀ ਸਾਹਿਬ ਨੂੰ ਜਿਹੜਾ ਨਾ। ਅੱਛਾ ਇਹ ਜਿਹੜਾ ਨਾ ਉਹਨਾਂ ਨੇ ਆਪਣਾ ਫੈਮਿਲੀ ਵੀ ਪਾਲਣੀ, ਰੋਜ਼ਗਾਰ ਦੇ ਸਿਲਸਿਲੇ ਵੀ। ਕੋਈ ਜਮਾਤੀ ਫੰਡ ਤੇ ਜਾਂ ਉਹਨਾਂ ਦੇ ਪ੍ਰੋਫੈਸ਼ਨਲ ਜਮਾਤ ਦੇ ਨੁਮਾਇੰਦੇ ਤੇ ਨਹੀਂ ਹੈਗੇ, ਆਪਣੀ ਜ਼ਾਤ ਤੇ ਸਾਰੇ ਲੱਗੇ ਨੇ। ਠੀਕ ਹੈ, ਆਪਣੀ ਆਪਣੀ ਕਾਵਿਸ਼ ਹੈ। ਨਹੀਂ ਜ਼ਾਤੀ ਅਸੀਂ ਅੱਛੀ ਕਰ ਰਹੇ ਨੇ, ਮੈਂ ਕਦੋਂ ਕਹਿ ਰਿਹਾ ਕਿ ਉਹਨਾਂ ਨੂੰ ਪੈਸੇ ਮਿਲਦੇ ਨੇ ਜਮਾਤ ਦੇ। ਉਹ ਮਤਲਬ ਫਿਰ ਕਈ ਵਾਰੀ ਹੁੰਦਾ ਨਾ ਕਿ ਬੰਦੇ ਨੂੰ ਮੁਆਸ਼ੀ ਮਸਾਇਲ ਦਾ ਸਾਹਮਣਾ ਕਰਨਾ ਪੈਂਦਾ, ਉਹਦੇ 'ਚ ਪੂਰਾ ਟਾਈਮ ਤਾਂ ਨਹੀਂ ਦੇ ਸਕਦੇ। ਜਿਹੜੇ ਪੇਡ ਹੁੰਦੇ ਨੇ ਲੋਕ ਉਹ ਤਾਂ ਫਿਰ ਲੱਗੇ ਰਹਿੰਦੇ। ਤਾਰਿਕ ਸਾਹਿਬ ਉਹ ਮਸਲਾ ਵੀ ਨਹੀਂ ਹੈ, ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਉਹ ਵੀ ਮਸਲਾ ਨਹੀਂ ਹੈ। ਉਹ ਬਰਾੜ ਦੇ ਉੱਤੇ ਮੌਜੂਦ ਸਨ, ਬਰਾੜ ਉਹਨਾਂ ਖੋਲੀ ਸੀ। ਇਹਨਾਂ ਨੂੰ ਪਿੱਛੋਂ ਜਾ ਕੇ ਬੰਦਿਆਂ ਨੇ ਫੋਰਸ ਕੀਤਾ ਹੈ ਕਿ ਇਹ ਔਰ ਇਹਨਾਂ ਦੀ ਜਿਹੜੀ ਟੀਮ ਹੈ ਬਿਲ ਅਮੂਮ ਇਹਨਾਂ ਨੂੰ ਨਾ ਲਵੋ, ਬਰਾੜ ਤੇ ਨਾ ਲਵੋ, ਯੂਸਫੀ ਨੂੰ ਬਰਾੜ ਤੇ ਨਾ ਲਵੋ, ਜ਼ਿਆ ਰਸੂਲ ਨੂੰ ਬਰਾੜ ਤੇ ਨਾ ਲਵੋ, ਫਲਾਣੇ ਨੂੰ ਬਰਾੜ ਤੇ ਨਾ ਲਵੋ।
ਚੰਗਾ ਭਲਾ ਪਿੱਛੋਂ ਕੱਸਿਆ ਗਿਆ ਹੈ ਨਾ, ਕਹਿ ਲੋ ਨਟ ਬੋਲਟ, ਉਹਨਾਂ ਨੇ ਸਰ ਸਾਨੂੰ ਸੁਣੋ, ਝੰਡੀ ਭਾਈ ਐਸਾ ਨਾ ਕਰਿਆ ਕਰੋ। ਰਾਤੀ ਜ਼ਿਆ ਰਸੂਲ ਸਾਹਿਬ ਦਾ ਚੰਗੀ ਭਲੀ ਗੱਲਬਾਤ ਹੋਈ ਹੈ ਔਰ ਬੜੇ ਅੱਛੇ ਮਾਹੌਲ। ਉੱਥੇ ਮੁਰੱਬੀ ਸਾਹਿਬ ਹੀ ਨੇ, ਮੁਰੱਬੀ ਸਾਹਿਬ ਆਪਣੀ ਵੈਕੇਸ਼ਨਸ ਤੇ ਨਿਕਲੇ ਹੋਏ ਨੇ, ਉਹਨਾਂ ਕੋਲ ਜਿੰਨਾ ਥੋੜਾ ਬਹੁਤ ਟਾਈਮ ਹੁੰਦਾ ਉਹ ਆ ਜਾਂਦੇ ਨੇ ਉਹਦੇ ਤੇ। ਨਾਸਰ ਸਾਹਿਬ ਦੀ ਮੀਆਂ ਸਾਹਿਬ ਦਾ ਤੇ ਆਪਣਾ ਡੈਕੋਰਮ ਹੈ ਨਾ ਉੱਥੇ, ਤੇ ਮਨਾਜ਼ਰਾ ਵੀ ਹੋ ਜਾਂਦਾ ਹੈ। ਤੇ ਉਹ ਮਨਾਜ਼ਰਾ ਇਸ ਤਰ੍ਹਾਂ। ਅੱਛਾ, ਉਹ ਫਿਰ ਉਹਦੇ ਕੋਈ ਗਲਤ ਗੱਲ ਜਿਹੜੀ ਹੈ ਨਾ, ਅਗਰ ਇੱਕ ਕਮੈਂਟ ਆਇਆ ਵੀ ਕਿਸੇ ਦੋਸਤ ਦਾ, ਤੇ ਉਹ ਉਹਨਾਂ ਨੇ ਜ਼ਿਆ ਰਸੂਲ ਸਾਹਿਬ ਕੋਲ ਬੰਦ ਕਰਾਇਆ, ਯਾਰ ਤੁਸੀਂ ਇਹ ਮਾਹੌਲ ਨੂੰ ਠੀਕ ਰਹਿਣ ਦਿਓ। ਠੀਕ ਹੈ, ਜਿਹੜੀ ਗੱਲ ਹੋਏ ਬੰਦਾ ਕਰਦਾ ਹੈ ਨਾ, ਗਵਾਹੀ ਦਿੰਦਾ ਕਿ ਇਹ ਭਾਈਗਾ। ਹਾਂਜੀ ਹਾਂਜੀ। ਅੱਛਾ, ਹੁਣ ਤੁਸੀਂ ਨਾ ਜਦੋਂ ਜਾਓਗੇ ਨਾ ਇਨਫੋਰਮੇਸ਼ਨ ਲੈਣ ਇਹਦੇ ਬਾਰੇ, ਤੇ ਨਾਲ ਵਿੱਚ ਇਹ ਵੀ ਐਡ ਕਰ ਲਿਓ, ਪੁੱਛਿਓ ਵੀ ਆਮਰ ਦੇ 3-4 ਸਵਾਲ ਤੁਸੀਂ ਉਧਾਰ ਵੀ ਲੈ ਕੇ ਆ ਗਏ ਹੋ ਨਾਲ। 3-4 ਸਵਾਲ ਤੁਸੀਂ ਦਾਖਲ ਦਫ਼ਤਰ ਕਰਕੇ ਆਖਿਆ ਸੀ ਕਿ ਕੱਲ ਜਵਾਬ ਦੇਵਾਂਗੇ, ਪਰਸੋਂ ਜਵਾਬ ਦੇਵਾਂਗੇ, ਉਹ ਵੀ ਤੁਸੀਂ ਨਾਲ ਲੈ ਕੇ ਨੋਟ ਕਰਕੇ ਤੇ ਉਹਨੂੰ ਬਰਾੜ ਨੂੰ ਬੰਦ ਕਰ ਦਿੱਤਾ। ਆਮਨ ਨਜ਼ੀਰ ਸਾਹਿਬ, ਇੱਕ ਗੱਲ ਜ਼ਹਿਨ ਵਿੱਚ ਰੱਖੋ, ਤੁਸੀਂ ਸਵਾਲ ਜਿਹੜਾ ਨਾ, ਸਵਾਲ 1 ਜਾਂ 2 ਲਾਈਨਾਂ ਦਾ ਹੋਣਾ ਚਾਹੀਦਾ ਹੁੰਦਾ ਹੈ। ਵੈਸੇ ਸਰ ਜਿੰਨੀਆਂ ਦਾ ਆਖੋ ਦੇ 1-2 ਲਫ਼ਜ਼ ਦਾ ਕਰ ਲਾਂਗੇ। 10ਵੀਂ ਤੱਕ 12ਵੀਂ ਤੱਕ ਜਾਂ BA ਤੱਕ ਮੈਂ ਵੀ ਪਾਕਿਸਤਾਨ ਬਣਿਆ, ਉਹ ਜਿਹੜਾ ਸਾਡੀਆਂ ਤੇ ਕਿੰਨਾ 2.5-3 ਲਾਈਨਾਂ ਦਾ ਹੁੰਦਾ। ਜੇ ਸਵਾਲ ਇੱਕ ਪੂਰਾ ਪੈਰਾਗ੍ਰਾਫ ਜਾਂ ਪੂਰਾ ਮਜ਼ਮੂਨ ਹੋਏ ਨਾ, ਤੇ ਫਿਰ ਉਹ ਸਵਾਲ ਨਹੀਂ ਰਹਿੰਦਾ। ਤਾਰਕ ਸਾਹਿਬ, ਤੁਸੀਂ ਆਪਣਾ ਡੈਕੋਰਮ ਦੱਸਣਾ ਹੈ ਵੀ ਮੈਂ ਇੰਨਿਆਂ ਲਾਈਨਾਂ ਦਾ ਸਵਾਲ ਲੈਣਾ, ਮੈਂ ਇੰਨਿਆਂ ਸਕਿੰਟਾਂ ਦਾ ਸਵਾਲ ਲੈਣਾ। ਬਰਾੜ ਤੁਹਾਡੀ, ਇਹ ਫੈਸਲਾ ਤੁਹਾਡਾ ਹੈ। ਅੱਛਾ, ਹੁਣ ਜਿਹੜਾ ਤਾਲਿਬ ਇਲਮ ਹੁੰਦਾ ਜਾਂ ਜਿਹਨੇ ਜਵਾਬ ਦੇਣਾ ਹੁੰਦਾ, ਉਹਨੇ ਆਪਣੇ ਅਕਾਇਦ ਦੇ ਮੁਤਾਬਕ ਜਾਂ ਆਪਣੀ ਸਮਝ ਦੇ ਮੁਤਾਬਕ ਜਵਾਬ ਦੇਣਾ। ਉਹਦਾ ਇਹ ਹੈ ਹੀ ਨਹੀਂ ਕੋਈ ਉਹਦੇ 'ਚ ਜ਼ਿੰਮੇਵਾਰੀ ਕਿ ਉਹ ਤੁਹਾਨੂੰ ਮੁਤਮਈਨ ਵੀ ਕਰੇ ਕਿ ਤੁਸੀਂ ਵਾਕਈ ਮੇਰੇ ਜਵਾਬ ਨਾਲ ਜਿਹੜਾ ਉਹ ਮੁਤਮਈਨ ਹੋ ਗਏ ਜੇ। ਤਾਰਕ ਸਾਹਿਬ, ਇਹ ਵੀ ਕੋਈ ਸ਼ਰਤ ਨਹੀਂ ਸਾਡੀ ਕਿ ਸਾਨੂੰ ਮੁਤਮਈਨ ਕਰਕੇ ਟੋਰੋ। ਕੀ ਪੇ ਕਰਦੇ ਹੋ? ਗੱਲ ਤੇ ਸੁਣੋ ਨਾ, ਇਹ ਕਈ ਸਵਾਲ ਤੁਹਾਡੇ ਐਸੇ ਨੇ ਜਿਨ੍ਹਾਂ ਦੇ ਕਈ ਵਾਰੀ ਮੈਂ ਕੋਸ਼ਿਸ਼ ਕੀਤੀ ਜਵਾਬ ਦੇਣ ਦੀ, ਮੇਰੇ ਵਰਗੇ ਬੰਦੇ ਜਿਹਦਾ ਕੋਈ ਇਲਮ ਹੀ ਕੋਈ ਨਹੀਂ, ਉਸ ਟਾਈਮ ਤੇ ਕਿਆ ਠੀਕ ਹੋ ਗਿਆ, ਬਾਅਦ ਫਿਰ ਉਹ ਮਹੀਨਾ 2 ਲੰਘਦਾ ਤੇ ਤਾਰਕ ਨੂੰ ਤੇ ਭੁੱਲ ਗਿਆ, ਉਹੀ ਸਵਾਲ ਫਿਰ ਅੱਗੇ ਆ ਜਾਂਦਾ। ਨਹੀਂ, ਅਸਲ ਦੇ ਵਿੱਚ ਜੇ ਅਗਰ ਇਹੋ ਜਿਹਾ ਸਵਾਲ ਜਿਹੜਾ ਅਸੀਂ ਅੱਗੇ ਕਈ ਵਾਰੀ ਤੁਸੀਂ ਜਵਾਬ ਉਹਦਾ ਦੇ ਚੁੱਕੇ ਹੋ ਔਰ ਤਸੱਲੀ ਬਖਸ਼ ਜਵਾਬ ਦੇ ਚੁੱਕੇ ਹੋ, ਔਰ ਐਸਾ ਜਵਾਬ ਦਿੱਤਾ ਜੇ ਕਿ ਅਗਲੇ ਨੂੰ ਫਿਰ ਦੰਦ ਬਣ ਗਏ ਨੇ ਅਗਲੇ ਬੰਦੇ ਦੇ, ਭਾਈ ਅਗਰ ਉਹ ਦੁਬਾਰਾ ਮੈਂ ਕਰਨਾ ਵਾ ਤੇ ਕਿਹਦਾ ਨੁਕਸਾਨ ਹੈ? ਮੇਰਾ ਹੀ ਨੁਕਸਾਨ ਹੈ। ਤੁਸੀਂ ਕਹੋਗੇ ਇਹ ਸਵਾਲ ਸੀ ਤੇ ਇਹ ਜਵਾਬ ਤੈਨੂੰ ਦਿੱਤਾ ਸੀ, ਤੂੰ ਫਿਰ ਆ ਗਿਆ ਲੈ ਕੇ, ਕਿਆ ਇਹਦੇ ਨਾਲ ਤੂੰ ਮੁਤਮਈਨ ਨਹੀਂ? ਦਿਓ, ਉਹਨੂੰ ਰਿਪੀਟ ਕਰਕੇ ਦਿਓ। ਲੇਕਿਨ ਤੁਸੀਂ ਇਸ ਗੱਲ ਤੋਂ ਬੰਦ ਇਹਨੂੰ ਕਿਉਂ ਕਰਦੇ ਹੋ ਸਵਾਲ ਜਵਾਬ ਦੀ ਨਸ਼ਿਸਤ? ਮੈਂ ਕਹਿੰਦਾ ਨਹੀਂ, ਉਹ ਤੇ ਹੁਣ ਉਹ ਮੈਂ ਉਹਨਾਂ ਕੋਲ ਪਤਾ ਕਰਾਂਗਾ ਕਿ ਆਖਰ ਉਹਨਾਂ ਦੀ ਕੀ ਮਜਬੂਰੀ ਹੈ ਕਿ ਉਹਨਾਂ ਨੇ ਬਰਾੜ ਜਿਹੜੀ ਉਹਨੂੰ ਥੋੜਾ ਜਿਹਾ ਪੌਦੇ ਦਿੱਤਾ ਹੈ। ਮਜਬੂਰੀ ਉਹ ਹੀ ਹੈ, ਜੇ ਇਹ ਚੇਤਾ ਰੱਖਿਓ, ਗੱਲ ਪੁੱਛਣ ਵਾਲੀ ਨਹੀਂ ਜੇ, ਤੇ ਉਹਨਾਂ ਆਖਣਾ ਗੱਲ ਦੱਸਣ ਵਾਲੀ ਵੀ ਨਹੀਂ ਹੈ। ਨਾ ਨਾ, ਐਡੀ ਕੋਈ ਗੱਲ ਨਹੀਂ, ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਨਾ ਹੋਵੇ। ਮਤਲਬ 22 ਸਾਲ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਨੇ ਜਵਾਬ ਹੀ ਦਿੱਤੇ ਨੇ, ਤੇ ਉਹ ਮਤਲਬ ਸਰਫਾਨ ਜਿਹੜੀ ਕਿੰਨੇ ਜਵਾਬ ਦਿੱਤੇ ਨੇ? ਮਿਰਜ਼ਾ ਤਾਹਿਰ ਅਹਿਮਦ ਸਾਹਿਬ ਨੇ, ਉਹਨਾਂ ਦਿੱਤੇ ਨੇ ਜਵਾਬ, ਕੁਝ ਨਾ ਕੁਝ ਉਹਨਾਂ ਜਵਾਬ ਦਿੱਤੇ ਨੇ। ਲੇਕਿਨ ਉਹਨਾਂ ਤੋਂ ਬਾਅਦ ਤੇ ਮੁੱਲੋਂ ਹੀ ਹਰਸ਼ ਠੱਪ ਕੀਤੀ ਹੈ ਨਾ, ਉਹ ਆਪਣੇ ਤਾਈਂ ਕੋਈ ਨਾ ਕੁਝ ਯਾਰ ਇੱਕ ਤੇ ਉਹਨਾਂ ਦੇ ਜਵਾਬਾਂ ਨਾਲ ਲੋਕ ਮੁਤਮਈਨ ਹੋਣ ਨਾ ਹੋਣ, ਲੇਕਿਨ ਉਹਨਾਂ ਨੂੰ ਅਸੀਂ ਮੰਨਨੇ ਆ। ਮੈਂ ਤੇ ਅਗਲੇ ਦਿਨ ਤੁਹਾਡਾ ਜਲਸਾ ਹੋਇਆ ਸੀ ਜੁਲਾਈ 'ਚ, ਤੇ ਮੈਂ ਇਹਨਾਂ ਨੂੰ ਆਖਿਆ ਸੀ, ਉਹ ਭੈੜਿਓ, ਉਹ ਮਿਰਜ਼ਾ ਤਾਹਿਰ ਸਾਹਿਬ ਜਦੋਂ ਦੇ ਫੌਤ ਹੋ ਗਏ ਨੇ, ਤੁਹਾਡੇ 'ਚ ਕੋਈ ਬੰਦਾ ਹੀ ਕੋਈ ਨਹੀਂ ਜਵਾਬ ਦੇਣ ਵਾਲਾ ਜਮਾਤੀ ਪਲੇਟਫਾਰਮ ਤੋਂ। ਤੇ ਇੰਨੀਆਂ ਬਰਾਡਾਂ ਲੱਗ ਗਈਆਂ, ਗੱਲ ਹੈ ਕਿ ਰਾਹੇ ਉਦਾਸ ਨਹੀਂ ਲੱਗਦਾ। ਨਹੀਂ 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 ਜਮਾਤੀ ਮੇਰੀ ਗੱਲ ਸੁਣੋ, ਬਰਾਡਾਂ ਨੇ, ਮੇਰੀ ਗੱਲ ਸੁਣੋ ਤਾਰਕ ਸਾਹਿਬ, ਬਰਾਡਾਂ ਨੇ ਪ੍ਰਾਈਵੇਟ ਪਰਸਨਲ ਲੈਵਲ ਤੇ ਪਰਸਨਲ ਕਪੈਸਿਟੀ 'ਚ, ਤੇ ਜਿਹੜਾ MTA ਜਾਂ ਉਹ ਹੈ ਨਾ ਜਿਹੜਾ ਤੁਸੀਂ ਪਿਆਉਂਦੇ ਹੋ, ਉਹ ਨਾ ਹੋਣ ਦੇ ਬਰਾਬਰ। ਮੈਂ ਇੱਕ ਦਿਨ ਇੱਕ YouTube ਚੈਨਲ ਤੇ ਟੁਰ ਗਿਆ, ਉਹਨੇ ਮੈਨੂੰ ਪਰਤ ਕੇ ਲਿਆ ਨਹੀਂ, ਅਨਸਰ ਰਜ਼ਾ ਤੇ ਅਬਦਲ ਸਮੀ ਖਾਨ ਸਾਹਿਬ ਨਾਲ ਗੱਲ ਕਰਕੇ ਆਇਆ, ਉਹ ਮੈਂ ਅਪਲੋਡ ਕੀਤੀ ਹੈ, ਪਰਤ ਕੇ ਉਹਨੇ ਮੈਨੂੰ 21 ਤੋਪਾਂ ਦੀ ਸਲਾਮੀ ਦਿੱਤੀ ਹੈ। ਜੇ ਮੈਂ ਤੁਹਾਡੇ ਮੁਰੱਬੀ ਸਾਹਿਬ ਕੋ ਗਿਆ ਤੇ ਮੁਰੱਬੀ ਸਾਹਿਬ ਨੇ ਕੁੰਡੀ ਮਾਰੀ ਘੁੱਟ ਕੇ, ਤੇ ਉਹਨੇ ਆਖਿਆ ਆਮਰ ਨੂੰ ਨਹੀਂ ਲੈਣਾ। ਵਜ੍ਹਾ ਕੀ ਹੈ? ਥੱਲੇ ਮੈਂ ਪੁੱਛਿਆ ਟੈਕਸਟ ਮੈਸੇਜ ਕਰਕੇ, ਮੇਰਾ ਕਸੂਰ ਕੀ ਹੈ? ਕਸੂਰ ਮੈਨੂੰ ਇਹ ਦੱਸਿਆ ਗਿਆ ਕਿ ਕਿਉਂਕਿ ਮੈਂ ਕੱਲ ਕਸਮ ਚੁੱਕ ਕੇ ਆਖਿਆ ਮਿਰਜ਼ਾ ਸਾਹਿਬ ਸੱਚੇ ਨੇ, ਤੇ ਤੂੰ ਆਖਿਆ ਕਿ ਮੈਨੂੰ ਇਹਦੇ ਨਾਲੋਂ ਵੀ ਜ਼ਿਆਦਾ ਯਕੀਨ ਹੈ ਕਿ ਮਿਰਜ਼ਾ ਸਾਹਿਬ ਝੂਠੇ ਨੇ। ਯਾਨੀ ਕਹਿੰਦੇ ਨੇ ਜਦੋਂ ਜਿਸ ਤਰ੍ਹਾਂ ਸਾਨੂੰ ਯਕੀਨ ਹੈ ਸੱਚੇ ਨੇ, ਇਸ ਤਰ੍ਹਾਂ ਤੁਹਾਨੂੰ ਯਕੀਨ ਹੈ ਝੂਠੇ ਨੇ, ਤੇ ਲਿਹਾਜ਼ਾ ਫਾਇਦਾ ਹੀ ਕੋਈ ਨਹੀਂ ਸਵਾਲ ਲੈਣ ਦਾ। ਇਹ ਜਵਾਬ ਦਿੱਤਾ ਜੋ ਉਹਨਾਂ ਨੂੰ, ਇਹ ਨੋਟ ਕਰ ਲਓ, ਬੇਸ਼ੱਕ ਪੁੱਛ ਲਿਆ ਜੋ ਉਹਨਾਂ ਨੂੰ।
ਚਲੋ ਕਿਆ ਉਹ ਲੌਜਿਕ ਬਣਦੀ ਹੈ? ਹੋ ਸਕਦਾ ਅੱਜ ਸ਼ਾਮੀ ਮੀਆਂ ਸਾਹਿਬ ਦੀ ਬਰਾੜ ਤੇ ਮੁਲਾਕਾਤ ਹੋ ਜਾਏ ਮੇਰੀ, ਕਿਉਂਕਿ ਵੈਸੇ ਤਾਂ ਮੈਂ ਬਿਜ਼ੀ ਹੋਣਾ ਵੀਕਐਂਡ। ਲੇਕਿਨ ਪੁੱਛਿਆ ਜਾ ਸਕਦਾ ਜੇ ਦੇਖੋ ਜੀ ਜਿਹੜਾ ਨਹੀਂ ਮੰਨਦਾ ਉਹ ਵਾਕਈ ਜੇ ਉਹਨਾਂ ਨੂੰ ਸਹੀ ਨਹੀਂ ਸਮਝਦਾ। ਜੋ ਮਤਲਬ 7 ਅਰਬ ਦੀ ਦੁਨੀਆ ਹੈ, 2 ਅਰਬ ਮੁਸਲਮਾਨ ਨੇ, ਬਾਕੀ 5 ਅਰਬ ਤੇ ਨਹੀਂ ਸਹੀ ਮੰਨਦੇ ਇਸਲਾਮ ਨੂੰ। ਜੋ ਉਹਨਾਂ ਨਾਲ ਤੁਸੀਂ ਇਹ ਉਹਨਾਂ ਤਬਦੀਲ ਚ 4.5 ਅਰਬ ਨੂੰ ਪਤਾ ਹੀ ਕੋਈ ਨਹੀਂ ਹੈ ਵੀ ਇਸਲਾਮ ਜਾਂ ਮੁਸਲਮਾਨਾਂ ਦੇ ਮਜ਼ਹਬ ਦਾ ਨਾ। ਪਤਾ ਸਾਰਿਆਂ ਨੂੰ ਹੈ, ਪਤਾ ਸਾਰਿਆਂ ਨੂੰ ਉਹ ਮਨਫੀ ਪ੍ਰੋਪਗੈਂਡਾ ਹੈ। ਜਿੱਥੇ ਮਨਫੀ ਪ੍ਰੋਪਗੈਂਡਾ ਉਹ ਤੇ ਸੋ ਫਾਇਦਾ ਹੀ ਦਿੰਦਾ। ਨਹੀਂ ਪਰ ਪੂਰੀ ਦੁਨੀਆ ਮਨਫੀ ਪ੍ਰੋਪਗੈਂਡਾ ਨਾ। ਉਹ ਜਹਾਜ਼ ਅਮਰੀਕਾ ਵਿੱਚ ਹੋਇਆ ਸੀ ਨਾ 9/11 ਤੋਂ ਬਾਅਦ, ਅਮਰੀਕਾ ਵਿੱਚ ਮਨਫੀ ਪ੍ਰੋਪਗੈਂਡਾ ਹੋਇਆ ਸੀ ਨਾ, ਤੇ ਸਭ ਤੋਂ ਜ਼ਿਆਦਾ ਤਾਦਾਦ ਅਮਰੀਕਾ ਵਿੱਚ ਲੋਕਾਂ ਦੇ ਇਸਲਾਮ ਕਬੂਲ ਕਰਨ ਦੀ। ਉਹੀ ਕਹਿੰਦਾ ਪਿਆ ਨਾ ਕਿ ਉਹ ਜਿਹੜਾ ਮਨਫੀ ਪ੍ਰੋਪਗੈਂਡਾ ਹੁੰਦਾ ਉਹਦਾ ਜਿਹੜਾ ਉਹ ਅਸਰ ਹੁੰਦਾ ਤੇ ਜੋ ਉਹਦਾ ਸਾਨੂੰ ਕੋਈ ਨਹੀਂ ਫਾਇਦਾ। ਸਿਰਫ ਇਹ ਜਿੱਥੇ ਪਤਾ ਹੀ ਨਾ ਹੋਵੇ ਹੈ ਜੀ ਸਾਹਿਬ। ਗੱਲ ਇਹ ਅਗਰ ਕੋਈ ਕਿਸੇ ਸ਼ਖਸੀਅਤ ਨੂੰ ਗਲਤ ਸਮਝਦਾ ਤੇ ਉਹਦੇ ਨਾਲ ਉਹ ਅਗਰ ਸ਼ਖਸੀਅਤ ਸਹੀ ਹੈ ਤੇ ਉਹਦੇ ਨਾਲ ਉਹਦੀ ਸ਼ਖਸੀਅਤ ਤੇ ਕੀ ਅਸਰ ਪੈਂਦਾ? ਤੁਸੀਂ ਅਗਰ ਮਿਰਜ਼ਾ ਸਾਹਿਬ ਨੂੰ ਸਹੀ ਨਹੀਂ ਮੰਨਦੇ ਤੇ ਮਿਰਜ਼ਾ ਸਾਹਿਬ ਦੀ ਜ਼ਾਤ ਤੇ ਕੋਈ ਅਸਰ ਨਹੀਂ ਪੈਂਦਾ। ਮੈਂ ਤਾਂ ਇਸੇ ਗੱਲ ਤੋਂ ਹੈਰਾਨ ਹੋਇਆ, ਪਤਾ ਨਹੀਂ ਫਿਰ ਕਿਉਂ ਇਹ, ਕਿਉਂਕਿ ਤੂੰ ਮਿਰਜ਼ਾ ਸਾਹਿਬ ਨੂੰ ਸਹੀ ਨਹੀਂ ਸਮਝਦਾ, ਤੈਨੂੰ ਯਕੀਨ ਹੈ ਉਹ ਸਹੀ ਨਹੀਂ ਹਨ, ਲਿਹਾਜ਼ਾ ਅਸਾਂ ਤੇਰੇ ਕੋਲ ਸਵਾਲ ਹੀ ਨਹੀਂ ਲੈਣਾ। ਮੈਂ ਕਿਹਾ ਚੰਗੀ ਦਲੀਲ ਹੈ ਮਰਬੀ ਸਾਹਿਬ। ਮੈਂ ਆਪਣੇ ਈਮਾਨ ਦਾ, ਜੋ ਮੇਰਾ ਈਮਾਨ ਅਕੀਦਾ ਹੈ ਇਹ, ਮੈਂ ਹੁਣ ਝੂਠ ਬੋਲ ਕੇ ਤੁਹਾਨੂੰ ਆਖਾਂ ਵੀ ਮੈਂ ਤਹਿਕੀਕ ਕਰ ਰਿਹਾ ਛੱਛੋ ਪੰਚਾਂ ਤਾਂ ਤੁਸੀਂ ਮੇਰੀ ਮਦਦ ਕਰੋ, ਮੈਂ ਝੂਠ ਬੋਲਾਂ? ਮੈਨੂੰ ਯਕੀਨ ਹੈ ਤੁਸੀਂ ਗਲਤ ਹੋ, ਲੇਕਿਨ ਮੈਂ ਸਵਾਲ ਕਰਾਂਗਾ। ਉਹ ਸਵਾਲ ਤੋਂ ਫਾਇਦਾ ਮੈਨੂੰ ਨਾ ਹੋਇਆ ਕਿਸੇ ਹੋਰ ਨੂੰ ਹੋ ਜਾਏਗਾ। ਤੁਸੀਂ ਸਵਾਲ ਤੇ ਖੁੱਲਾ ਰਹਿਣ ਦੋ ਬੂਹਾ ਤੇ। ਸ਼ਾਹੀ ਛੱਡ ਗਏ। ਬਹੁਤ ਹੀ ਮਾਯੂਸੀ ਵਾਲੀ ਜਿਹੜੀ ਕਹਿੰਦੇ ਨੇ ਮਾਯੂਸ ਕੁਨ ਕਾਰਕਰਦਗੀ। ਫਿਰ ਮਰਬੀ ਹੋ ਕੇ ਮੈਨੂੰ ਤੁਸੀਂ ਭੁਲਾਈ ਛੱਡਿਆ। ਗੱਲ ਇਹ ਕਿ ਰਾਹੇ ਖੁਦਾ ਚ ਕਾਦੀਆਨ ਤੋਂ ਮਰਬੀਆਨ ਜਿਹੜੇ ਨੇ ਉਹ ਜਵਾਬ ਦਿੰਦੇ ਰਹੇ ਨੇ। ਨਹੀਂ ਦਿੰਦੇ ਨੇ ਜਵਾਬ, ਤੇ ਦਿੰਦੇ ਹੀ ਨਹੀਂ ਹਨ, ਉੱਥੇ ਲੈਂਦੇ ਹੀ ਨਹੀਂ ਹਨ ਕਾਲ ਤੇ। ਸਰ ਅਸਾਂ ਸਾਰੀਆਂ ਟਰਾਈਆਂ ਕਰ ਸੀ, 2-2 ਘੰਟੇ ਉੱਤੇ ਬਹਿ ਰਹੇ। ਹੁਣ ਗੱਲ ਹੈ ਕਿ ਉਹ ਲਾਈਵ ਕਾਲਾਂ ਤੇ ਅਸੀਂ ਗਾਲਾਂ ਵੀ ਸੁਣੀਆਂ ਨੇ। ਮਤਲਬ ਇਹਨਾਂ ਗਾਲਾਂ ਵਾਲਿਆਂ ਨੂੰ ਕੌਣ ਰੋਕੇਗਾ? ਗਾਲਾਂ ਤੇ ਮੁਸਲਮਾਨਾਂ ਦੇ ਵੀ ਉਲਮਾ ਨੂੰ ਜਾਂ ਜਿਹੜੇ ਮਜ਼ਹਬੀ ਚੈਨਲ ਨੇ ਉਹਨਾਂ ਉੱਤੇ ਵੀ ਦਹਿਰੀਏ ਵੀ ਆ ਕੇ ਕੱਢ ਜਾਂਦੇ ਨੇ, ਹਿੰਦੂ ਸ਼ਿੰਦੂ ਵੀ ਆ ਕੇ ਕੱਢ ਜਾਂਦੇ ਨੇ। ਇਹ ਵਾਕਿਆ ਤੇ ਹੁੰਦੇ ਰਹਿੰਦੇ ਨੇ। ਲੇਕਿਨ ਜੇ ਸਵਾਲਾਂ ਦੇ ਜਵਾਬ ਦੇਣੇ ਹੋਣ। अस्सलाम वालेकुम। ਵਾਲੇਕੁਮ ਸਲਾਮ। ਅਮਨ ਨਜ਼ੀਰ ਸਾਹਿਬ ਮੁਬਾਰਕ ਹੋਏ, ਤੁਹਾਡੇ ਕੋਲ 42 ਬੰਦੇ ਹੋ ਗਏ ਨੇ। ਖੈਰ ਮੁਬਾਰਕ ਜੀ। ਉਤਲੇ ਜਿਹੜੇ ਨੇ 32 ਕੁ ਬੰਦੇ ਤੁਹਾਡੇ, 10 ਸਾਡੇ ਨੇ, ਬਾਕੀ 32 ਬੰਦੇ ਤੁਹਾਡੀ ਵਜ੍ਹਾ ਤੋਂ ਆਏ ਨੇ। ਜੇ ਇਹਨਾਂ ਦੇ ਪੈਸੇ ਲੈਣੇ ਜਿੱਥੋਂ ਲੈ ਲਓ। ਅੱਛਾ ਤੁਸੀਂ ਪੈਸੇ ਵੰਡਦੇ ਹੁੰਦੇ ਹੋ ਇਹਨਾਂ ਦੇ? ਨਹੀਂ, ਜੇ ਸਮਝਦੇ ਹੋ ਤੁਹਾਡੀ ਵਜ੍ਹਾ ਤੋਂ ਬੰਦੇ ਤੁਹਾਨੂੰ ਫਾਲੋ ਕਰਦੇ ਆ ਗਏ ਨੇ ਤੇ ਉਹਨਾਂ ਬੰਦਿਆਂ ਦੇ ਜਿਹੜੇ ਪੈਸੇ ਸਾਨੂੰ ਲੱਭਣਗੇ ਨਾ ਸਰ, ਮੈਂ ਤੇ ਤੁਹਾਨੂੰ ਸੋ ਮੁਬਾਰਕਬਾਦ ਦੇ ਰਿਹਾ। ਥੋੜੀ ਜਿਹੀ ਹੋਰ ਹੀ ਕਰੋ, ਮਿਰਜ਼ਾ ਸਾਹਿਬ ਦੇ ਸਕੈਮ ਸਕੂਨ ਲਾਓ, ਹੋ ਸਕਦਾ ਆਵਾਮ ਵੱਧ ਜਾਏ ਤੇ ਚਲੋ ਤੁਹਾਡੀ ਕੋਈ ਸੁਣੀ ਜਾਣੀ। ਅਸੀਂ ਤੇ ਆਪਣੇ ਸਾਕੀ ਭਾਈ ਨੇ ਸਲਾਮ ਕਬੂਲ ਕੀਤਾ ਸੀ ਤੇ ਉਹਨਾਂ ਦੀ ਖਬਰ ਵਾਸਤੇ ਲਾਇਆ ਮਿਰਜ਼ਾ ਸਾਹਿਬ ਦੇ ਸਕੈਨ ਜਿਸ ਸਲਾਮ ਕੀਤੇ। ਅੱਛੀ ਗੱਲ ਹੈ, ਅੱਛੀ ਗੱਲ ਹੈ। ਅੱਲਾਹ ਤਾਲਾ ਉਹਨੂੰ ਮੁਬਾਰਕ ਕਰੇ। ਪਤਾ ਨਹੀਂ ਹੁਣ ਕਿਹੜੇ ਫਿਰਕੇ ਚ ਗਿਆ। ਅੱਛਾ, ਫਿਰਕਾ ਜਿਹੜਾ ਫਿਰਕਾ ਉਹ ਇੱਕ ਫਿਰਕੇ ਚੋਂ ਨਿਕਲ ਕੇ ਦੂਜੇ ਫਿਰਕੇ ਚ ਨਹੀਂ ਆਇਆ। ਅਮਨ ਨਜ਼ੀਰ ਸਾਹਿਬ ਬੜੀ ਮਿਹਰਬਾਨੀ ਹੈ ਤੁਹਾਡੀ। ਮੈਂ ਤਾਂ ਤੁਹਾਨੂੰ ਮੁਬਾਰਕਬਾਦ ਦੇਣ ਆਇਆ, ਮੈਂ ਫਿਰਕੇਬਾਜ਼ੀ ਤੇ ਕਰਦਾ ਰਹੀ ਤੁਹਾਡੇ ਨਾਲ। ਉਹ ਫਿਰਕੇ ਚ ਆਇਆ ਹੀ ਨਹੀਂ ਹੈ। ਫਿਰਕਾ ਕਿਹੜਾ ਅਸਲ ਪਤਾ ਨਹੀਂ ਤੁਹਾਡੇ ਯਾਰ ਫਿਰਕੇ ਨੇ ਤੁਹਾਡੇ ਕੋਤਰ ਫਿਰਕਾ, ਸਾਡਾ ਕੋਤਰ ਸੌ ਫਿਰਕਾ ਹੋਵੇ ਦਾ ਮੰਨ ਲਿਆ, ਲੇਕਿਨ ਮੈਂ ਕਹਿੰਦਾ ਤੁਸੀਂ ਤੇ ਫਿਰਕਾ ਨਹੀਂ ਨਾ ਹੈ। ਨਹੀਂ ਅਲਹਮਦੁਲਿल्लाह ਹੀ ਨਹੀਂ ਫਿਰਕਾ ਬਿਲਕੁਲ ਹੈ। ਤੁਸੀਂ ਤੇ ਲਹਿਦਾ ਹੋ ਨਾ ਸਾਡੇ ਨਾਲ। ਅਸੀਂ ਕੋਈ ਫਿਰਕੋ ਫਿਰਕੀ ਤੇ ਜਮਾਤ ਹਾਂ ਤੁਸੀਂ ਜੋ ਕੁਝ ਵੀ ਆ, ਤੁਸੀਂ ਜੋ ਕੁਝ ਵੀ ਆਓ ਨਾ, ਤੁਸੀਂ ਜੋ ਕੁਝ ਵੀ ਜਮਾਤ ਆ ਤੁਹਾਡੇ। ਜਦੋਂ ਤੁਹਾਡੇ ਚੋਂ ਨਿਕਲ ਕੇ ਮੇਰੀ ਗੱਲ ਸੁਣੋ ਨਾ, ਜਦੋਂ ਤੁਹਾਡੇ ਚੋਂ ਨਿਕਲ ਕੇ ਨਹੀਂ ਬੰਦਾ ਅਮਨ ਨਜ਼ੀਰ ਸਾਹਿਬ ਤੁਹਾਡੀ ਮਿਹਰਬਾਨੀ ਕਰੋ ਯਾਰ, ਮੇਰੇ ਤੇ ਰਹਿਮ ਕਰੋ। ਮੈਂ ਤੁਹਾਡੇ ਨਾਲ ਕੋਈ ਗਵੇੜ ਗਵੂੜ ਨਹੀਂ ਕਰਨਾ ਹੈ। ਮੈਂ ਤਾਂ ਮੁਬਾਰਕਬਾਦ ਦੇਣ ਆਇਆ ਵੀਰ ਨੂੰ ਤੇ ਨਾਲ ਹਿੰਮਤ ਨਾ ਹੋਰ ਵਧਾ। ਸ਼ਾਇਦ ਅੱਲਾਹ ਤਾਲਾ ਤੇਰੇ ਨਾ ਕੋਈ ਬਰਕਤ ਤੇਰੇ ਚ ਜ਼ਿਆਦਾ ਪਾ ਦੇਵੇ। ਤੁਹਾਡੇ ਵੀਅਰਸ ਉੱਤੇ ਇਹ ਤੁਹਾਡੀ ਬਰਾੜ ਦੇ ਉੱਤੇ ਇਹ ਤੁਹਾਡੀ ਬਰਾੜ ਦੇ ਉੱਤੇ 200 ਬੰਦਾ ਦੁਸ਼ਮਣ ਦਾ ਮਜ਼ਾ ਤੇ ਆਏ ਨਾ। ਇਹਨਾਂ ਨੂੰ ਵਧਾਈਏ ਵਧਾ ਚਾਰ ਇਸ ਤਰ੍ਹਾਂ ਦੇ ਸਾਹਮਣੇ ਸਕਰੀਨ ਤੇ ਨਜ਼ਰ ਮਾਰੋ। ਆਹੋ ਜਿਵੇਂ ਤੇ ਮਰਜ਼ੀ ਕਰ। ਚਾਈਨੀ, ਜਾਪਾਨੀ, ਕੋਰੀਅਨ ਯਾਰ ਤੇਰੀ ਮਰਜ਼ੀ ਹੈ ਨਾ, ਜਿਹੜੇ ਮਰਜ਼ੀ ਲਾਇਆ ਜੀ ਵਧਾ ਨਾ। ਸ਼ਫਕਤ ਸਾਹਿਬ ਨਹੀਂ ਅਮਨ ਨਜ਼ੀਰ ਸਾਹਿਬ ਜੀ ਤੇ ਵਧਾਓ। ਗੱਲ ਸਮਝ ਲਓ, ਸੁਣ ਲਓ, ਗੁਨਾਹ ਮੰਨਿਆ ਜੇ ਭਾਵੇਂ ਗੱਲ ਸੁਣ।
ਨਹੀਂ ਨਹੀਂ ਮੰਨਣਾ ਤੁਹਾਡੀ ਮੰਨ ਕੇ ਮੈਂ ਕਾਫਰ ਹੋਣਾ ਨਾ ਮੰਨਿਆ ਜੇ ਸੁਣ ਤੇ ਲੋ ਨਾ ਇਹ ਜਿਹੜੇ ਅਬੂ ਬਕਰ ਭਾਈ ਤੁਹਾਨੂੰ ਵਿਖਾਉਂਦੇ ਨੇ ਨਾ ਸਕਰੀਨ ਤੇ ਸਰਕਾਰ ਮੈਂ ਤਾਂ ਸੁਣਾ ਨਾ ਮੇਰੀ ਗੱਲ ਸੁਣੋ ਜਿੱਦਣ ਤੁਸੀਂ ਨਾਦਰ ਜਿੰਨੇ ਬੰਦੇ ਭਾਲੋਗੇ ਨਾ ਉਦੋਂ ਮੈਂ ਤੁਹਾਡੀ ਸੁਣ ਲਾਂਗਾ ਜਿਹੜੀ ਗੱਲ ਆਖੋਗੇ। ਆਮਨ ਸਾਹਿਬ ਕਿਹਦੀ ਬਰਾੜ ਦਾ ਸਕੈਨ ਵਿਖਾ ਰਹੇ ਨੇ? ਅਬੂ ਬਕਰ ਭਾਈ ਕਿਹਦੀ ਬਰਾੜ ਹੈ? ਮੈਂ ਕਹਿੰਦਾ ਨਾਦਰ ਦੀ ਲਾਈਵ ਜਿੰਨੇ ਨਾਦਰ ਦੀ ਲਾਈਵ ਤੇ ਬੈਠਦੇ ਨੇ ਨਾ ਉਹਨੇ ਬੰਦੇ ਭਾਲ ਹੈ ਤੇ ਮੈਂ ਤੇਰੀ ਗੱਲ ਜਿਹੜੀ ਆਖੇਗਾ ਮੈਂ ਤੇਰੀ ਸੁਣ ਲਾਂਗਾ ਆਰਾਮ ਨਾਲ ਚੁੱਪ ਚੁਪੀਤੇ। ਭਾਈ ਨਜ਼ੀਰ ਵਡੇਰਾ ਬੰਦਾ ਮੈਂ ਤੇ ਤੇਰੇ ਨਾਲ ਕੋਈ ਫਾਲਤੂ ਨਹੀਂ ਕਰਨੀ ਚਾਹੁੰਦਾ। ਜਿਹਦਾ ਮਿਆਰ ਹੈ ਵੇ ਕਿ ਜਿੰਨੇ ਉੱਥੇ ਲਾਈਵ ਤੇ ਬੰਦੇ ਹੋਣਗੇ ਮੈਂ ਉਹਦੇ ਮੁਤਾਬਕ ਕਰਾਂਗਾ ਫੈਸਲਾ। ਉਸ ਕੌਮ ਦਾ ਬਣੇਗਾ ਕੀ? ਨਹੀਂ ਮੈਂ ਮਿਆਰ ਨਹੀਂ ਕੀਤਾ। ਮੈਂ ਨਾ ਦੁਸ਼ਮਣੀਦਾਰੀ ਤੂੰ ਮਿਰਜ਼ਾ ਸਾਹਿਬ ਦੀ ਕਰਨੀ ਹੈ ਨਾ ਤਾਂ ਉਹ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸ਼ਾਨ ਬਿਆਨ ਕਰਦੇ ਨੇ ਤੇ ਤੁਹਾਂ ਮਿਰਜ਼ਾ ਸਾਹਿਬ ਦੀ ਸ਼ਾਨ ਬਿਆਨ ਕਰਨੀ ਹੈ। ਕੌਣ ਬਿਆਨ ਕਰਦੇ ਨੇ? ਨਬੀ ਨਾਦਰ ਸਾਹਿਬ ਕੀ ਸ਼ਾਨ ਬਿਆਨ ਕੀਤੀ? ਨਾਦਰ ਕੀ ਸ਼ਾਨ ਬਿਆਨ ਕੀਤੀ? ਜਾ ਕੇ ਸੁਣ ਲੈ ਗਾਲਾਂ ਕੱਢਦੇ ਨੇ ਨਬੀ ਪਾਕ ਨੂੰ, ਗਾਲਾਂ ਕੱਢਦੇ ਨੇ ਉਹ ਗਾਲਾਂ ਕੱਢਦੇ ਨੇ ਗਾਲਾਂ। ਵਾਈ ਕਸਮ ਖਾ ਖੁਦਾ ਦੀ ਤੇ ਮੈਂ ਮੰਨ ਲੈਣਾ ਕਿ ਉਹ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੂੰ ਉਹ ਗਾਲ ਕੱਢਦੇ। ਅੱਛਾ ਹੁਣੇ ਗੱਲ ਕਰ ਮੈਂ ਦੱਸਣਾ ਹੁਣੇ ਚੈੱਕ ਕਰ ਲੈਣੇ ਤੁਹਾਡੇ ਕੋਲ ਫੈਸਲਾ ਕਰਾ ਲੈਣਾ। ਸ਼ਫਕਤ ਸਾਹਿਬ ਤੁਹਾਡੇ ਕੋਲ ਫੈਸਲਾ ਕਰਾ ਲੈਣਾ। ਝੂਠੇ ਤੇ ਲਾਨਤ ਕਹਤੇ ਨਾ, ਝੂਠੇ ਤੇ ਲਾਨਤ, ਖੁਦਾ ਦੀ ਲਾਨਤ, ਝੂਠੇ ਤੇ ਲਾਨਤ ਬੋਲਦਾ ਝੂਠੇ ਤੇ ਲਾਨਤ ਮਰਜ਼ਾਈ ਸਾਰੇ ਉੱਤੇ ਗਾਲ ਕੱਢੀ ਹੋਏ ਮਿਰਜ਼ਾਈਅਤ ਯਾਰ ਖੁਦਾ ਦਾ ਬੰਦਿਆ ਉਹ ਕੋਈ ਯਾਰ ਦਾੜੀ ਰੱਖੀ ਹੈ ਅੱਲਾਹ ਤਾਲਾ ਮੇਰੇ ਪਤਾ ਕੀ ਪੈਂਦਾ ਸੀ ਆਪਣੀ ਬਰਾੜ ਤੇ ਪਤਾ ਕੀ ਪੈਂਦਾ ਸੀ? ਮੈਂ ਸਲੀਮ ਮੀਰ ਦੀ ਗੱਲ ਹੀ ਨਹੀਂ ਕਰਦਾ ਪਿਆ ਤੇਰੇ ਨਾਲ। ਮੈਂ ਜਿਹਦੀ ਗੱਲ ਕੀਤੀ ਸਲੀਮ ਮੀਰ ਨਾਲੋਂ ਵੱਡਾ ਸ਼ਾਤਮ ਹੈ ਉਹ ਜਿਹੜਾ ਨਾਦਰ ਹੈ ਨਾ ਉਹ ਸਲੀਮ ਮੀਰ ਨਾਲੋਂ ਵੱਡਾ ਸ਼ਾਤਮ। ਮੈਂ ਤੈਨੂੰ ਇੱਕ ਗੱਲ ਦੱਸਾਂ ਇਹ ਸਭ ਗਾਲੀ ਬਾਤ ਨੇ, ਇਹ ਸਭ ਸ਼ਾਤਮ। ਓ ਭਾਈ ਜੀ ਗੱਲ ਤੇ ਸੁਣ ਭਾਈ ਜੀ 1 ਮਿੰਟ ਗੱਲ ਤੇ ਸੁਣੋ ਨਾ। ਸੁਣਾਓ। ਤੁਹਾਂ ਹਈਆ ਹੋਣ ਕਿਹਾ ਕਿ ਅਹਿਮਦੀ ਜਿਹੜੇ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੂੰ ਗਾਲ ਕੱਢਦੇ ਨੇ। ਗਾਲਾਂ ਆਪਣੇ ਨਾ ਮੇਰੀ ਗੱਲ ਸੁਣੋ ਲਾਨਤ ਪਾ ਉਹ ਸ਼ਖਸ ਤੇ ਜਿਹਨੇ ਗਾਲ ਕੱਢੀ ਹੈ ਤੇ ਜਾਂ ਆਮੀਨ ਮੈਂ ਕਹਿੰਦਾ ਲਾਨਤ ਪਾਣਾ ਜਿਹੜਾ ਝੂਠ ਮਾਰੇ ਤੇ ਉਹਦੇ ਤੇ ਖੁਦਾ ਦੀ ਔਰ ਖੁਦਾ ਦੇ ਫਰਿਸ਼ਤਿਆਂ ਦੀ ਤੇ ਖੁਦਾ ਦੇ ਨਬੀਆਂ ਦੀ ਲਾਨਤ ਹੋਵੇ। ਤੂੰ ਇਹ ਕਹਿ ਆਮੀਨ। ਬਿਲਕੁਲ ਆਮੀਨ ਕਹਿ ਆਮੀਨ ਸੁਮਾ ਆਮੀਨ। ਅੱਲਾਹ ਤਾਲਾ ਵੇ ਹੁਣ ਮੇਰੀ ਗੱਲ ਸੁਣ ਅਮਨ ਨਜ਼ੀਰ ਗੱਲ ਸੁਣ ਲੈ ਹੁਣ ਮੇਰੀ ਵੀਰ। ਇਹ ਤੂੰ ਝੂਠ ਤੇ ਇੱਕ ਪੁਖਤਾਨ ਬਣਿਆ ਜਮਾਤ ਅਹਿਮਦੀਆ ਦੇ ਹਰ ਇੱਕ ਮੈਂ ਰਿਕਾਰਡਿੰਗ ਸੁਣਾ ਸਕਣਾ। ਮੈਂ ਰਿਕਾਰਡਿੰਗ ਸੁਣਾ ਦੇਣਾ ਅੱਲਾਹ ਤਾਲਾ ਜੇ ਹੌਸਲਾ ਸ਼ਫਕਤ ਸਾਹਿਬ ਤੁਹਾਡੇ ਚ ਹੈ ਤੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੇਣਾ ਵਾ ਉਹਨਾਂ ਦੀ ਕਿ ਨਬੀ ਦੀ ਤੋਹੀਨ ਉਹ ਕਰਦੇ ਨੇ ਆਪਣੀਆਂ ਬਰਾਡਾਂ ਤੇ ਬਹਿ ਕੇ। ਭਾਈ ਜੀ ਤੁਸੀਂ ਅੱਜ ਤੱਕ ਸਾਬਤ ਨਹੀਂ ਕਰ ਸਕਦੇ ਕਿਤੇ ਵੀ। ਸਾਬਤ ਤੇ ਤੁਹਾਨੂੰ ਮੇਰੀ ਗੱਲ ਸੁਣੋ ਨਾ ਤੁਹਾਨੂੰ ਮਾਲਟੇ ਨਹੀਂ ਅਸੀਂ ਸਾਬਤ ਕਰ ਸਕਦੇ ਚੋਰੀ ਤੁਹਾਨੂੰ ਕੀ ਬਣਾਣੀ ਅਸੀਂ ਸਾਬਤ ਨਹੀਂ ਤੁਹਾਨੂੰ ਕਰ ਸਕਦੇ ਨਾ। ਖੁਦਾ ਦਾ ਬੰਦਿਆ ਇਨਸ਼ਾਅੱਲਾ ਮੇਰੀ ਮੈਂ ਤੈਨੂੰ ਦੱਸਿਆ ਨਾ ਹੁਣ ਤੈਨੂੰ ਵੇਖ ਗੱਲ ਸੁਣ ਤੂੰ ਇਹ ਗੱਲ ਕੀਤੀ ਹੈ ਤੇਰੀ ਲਾਨਤ ਤੇਰੇ ਤੇ ਆ ਗਈ ਵੀਰ। ਕਿੰਨੇ ਕੁ ਦਿਨਾਂ ਤਾਈਂ? ਕਿੰਨੇ ਕੁ ਦਿਨਾਂ? ਅੱਲਾਹ ਕੀਤਾ ਛੇਤੀ ਆਈ ਹੈਗੀ ਇਹ ਤੇ ਤੈਨੂੰ ਆਪ ਪਤਾ ਲੱਗਦਾ ਤੈਨੂੰ ਆਪ ਪਤਾ ਲੱਗਦਾ ਯਾਰ ਖੁਦਾ ਦੀ ਲਾਠੀ ਹੈ ਉਹ ਕਿਸੇ ਲਈ ਨਹੀਂ ਵੱਸ ਸਕਦੀ ਹੁਣੇ ਹੋ ਰਹੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ? ਮੇਰੀ ਗੱਲ ਸੁਣੋ ਨਾ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਤੁਹਾਡੇ ਤੇ ਇਹ ਇਲਜ਼ਾਮ ਕਿਉਂ ਲੱਗਦਾ ਹੈ? ਜਿਹੜੇ ਨਬੀ ਨੂੰ ਮੰਨਣ ਦਾ ਤੁਸੀਂ ਦਾਅਵਾ ਕਰਦੇ ਹੋ ਉਹਨੂੰ ਗਾਲਾਂ ਕੱਢਣ ਦਾ ਇਲਜ਼ਾਮ ਤੁਹਾਡੇ ਤੇ ਲੱਗਦਾ ਕਿਉਂ? ਮੈਂ ਤੇ ਬਰਾਬਰ ਰੱਖ ਕੇ ਗੱਲ ਕੀਤੀ ਹੈ। ਮੈਂ ਤੇ ਬਰਾਬਰ ਰੱਖ ਕੇ ਤੈਨੂੰ ਵੀ ਉਸੇ ਤਕੜੀ ਦੇ ਵਿੱਚ ਰੱਖਿਆ ਤੇ ਆਪਣੇ ਆਪ ਨੂੰ ਵੀ ਉੱਥੇ ਹੀ ਰੱਖਿਆ ਤੇ ਫਿਰ ਕਿਉਂ ਤੁਸੀਂ ਇਸ ਇਲਜ਼ਾਮ ਤੋਂ ਦੌੜਦੇ ਹੋ? ਦਿਹਾੜੀ ਐਸ ਸਲੀਮ ਮੀਰ ਨੇ ਸਵੇਰੇ ਜੋ ਲਫ਼ਜ਼ ਸਾਹਬਾ ਦੇ ਬਾਰੇ ਆਖੇ ਨੇ ਉਹਦਾ ਸ਼ਾਗਿਰਦ ਅਹਿਮਦ ਜੱਟ ਮੈਂ ਉਹਨੂੰ ਆਖਿਆ ਮੈਂ ਤੈਨੂੰ ਮੂੰਹ ਮੰਗਿਆ ਨਾਮ ਦਿਆਂਗਾ। ਸਹੀ ਗੱਲ ਹੈ ਤੇਰੀ ਗੱਲ ਅਗਲੇ ਦੀ ਸੁਣਦੇ ਨੇ ਰੌਲਾ ਪਾ ਦਿੰਦੇ ਹੋ। ਯਾਰ ਮੇਰੀ ਗੱਲ ਸੁਣ ਭਾਈ ਨਜ਼ੀਰ ਗੱਲ ਤੇ ਸੁਣ ਜੋ ਤੇਰੇ ਗੈਰ ਅਹਿਮਦੀ ਤੇਰੇ ਜਿਹੜੇ ਮੁਸਲਮਾਨ ਭਰਾ ਤੈਨੂੰ ਜੋ ਕਹਿੰਦੇ ਨੇ ਨਾ ਉਹ ਠੀਕ ਕਹਿੰਦੇ ਨੇ। ਮੈਂ ਤੇ ਇਹ ਕਹਿੰਦਾ ਇਹ ਮਾਮਾ ਭੈਣ ਜਿਹੜੀਆਂ ਗਾਲਾਂ ਵੀਡੀਓ ਚੜੀਆਂ ਨੇ ਜੋ ਤੈਨੂੰ ਤੇਰੇ ਹੀ ਭਰਾ ਤੈਨੂੰ ਗਾਲਾਂ ਕੱਢਦੇ ਹੁੰਦੇ ਮੈਨੂੰ ਮੇਰੇ ਭਰਾ ਗਾਲਾਂ ਕੱਢਦੇ ਨੇ। ਹਾਂ ਵੀਡੀਓ ਚੜੀਆਂ ਨੇ ਟਿਕਟੌਕ ਤੇ। ਅੱਛਾ ਮੇਰੀ ਗੱਲ ਸੁਣੋ ਕਿੱਡੀ ਕੁ ਗੰਦੀ ਗਾਲ ਕੱਢਦੇ ਨੇ ਜਿੱਡੀ ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਬਸ਼ੀਰਉদ্দিন ਮਹਿਮੂਦ ਅਹਿਮਦ ਨੂੰ ਕੱਢੀ ਉਸ ਤੋਂ ਵੀ ਗੰਦੀ ਗਾਲ ਕੱਢਦੇ ਨੇ। ਮੈਨੂੰ ਨਹੀਂ ਪਤਾ ਜਿਹੜੀ ਮਰਜ਼ੀ ਪਿਆ ਤੇ ਜਿੱਡੀ ਗੰਦੀ ਗਾਲ ਉਹਨੇ ਲਾਹੌਰ ਹਾਈ ਕੋਰਟ ਅੱਲਾਹ ਤਾਲਾ
ਦਰਜ ਕਰਾਈਏ ਨਾ। ਸ਼ੇਖ ਅਬਦੁਰਰਹਿਮਾਨ ਮਿਸਰੀ ਦੀਆਂ ਜਿਹੜੀਆਂ ਗਾਲਾਂ ਬਸ਼ੀਰੁद्दीन महमूद अहमद ਨੂੰ ਉਹਨੇ ਤੂੰ ਬੰਦਾ ਨਹੀਂ ਇਸ ਕਾਬਿਲ ਹੈ ਸੁਣਦੇ ਹੀ ਨਹੀਂ ਹਨ ਓਏ। ਅੱਛਾ ਰੌਲਾ ਪਾ ਦਿੰਦੇ ਨੇ ਅੱਗੋਂ ਵੀ ਮਤਲਬ ਮੇਰੇ ਕੰਨੀ ਆਵਾਜ਼ ਨਾ ਪੈ ਭਾਈ ਕੀ ਆਖਿਆ ਵਾ, ਕੀ ਆਖਿਆ ਮਿਸਰੀ ਨੇ? ਤੁਸੀਂ ਐਵੇਂ ਕਹਿ ਰਹੇ, ਕੀ ਆਖਿਆ ਉਹਨੇ? ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਜਿੱਡੀ ਗੰਦੀ ਗਾਲ ਕੱਢੀ ਹੈ, ਮੈਨੂੰ ਕਿਸੇ ਮੁਸਲਮਾਨ ਰੋਟੀ ਗੰਦੀ ਗਾਲ ਨਹੀਂ ਕੱਢੀ। ਉਹ ਕੀ ਆਖਿਆ ਵਾ? ਗਾਲ ਨਾ ਹੋਵੇ, ਦੱਸੋ ਤੁਸੀਂ ਆਖਿਆ। ਉਹ ਲਾਹੌਰ ਹਾਈ ਕੋਰਟ ਚ ਜਾ ਕੇ ਰਿਕਾਰਡ ਕਢਾ ਲਓ, ਤੁਹਾਨੂੰ ਨਜ਼ਰ ਆ ਜਾਏਗੀ। अच्छा ब्रेक चाहिए आमर भाई जी राणा साहब अस्सलाम वालेकुम। बड़ी मजेदार दी स्टोरी है, 2 मिनट दी। मैं आयल चेंज कराने गया एक दुकान तो मैं 4-5-6 महीने तो जाना है मैं क्वींस दे विच ते मैं बेटे नु बुलाया, मैं कहा तू भी अपनी गड्डी दा आयल चेंज करा ला। मेरे तो पहले पहुंच गया, उन्होंने जी खैर आयल चेंज कराया ते बेटा मेरा टुर गया। कहना जी दे पैसे, मैं कहा जी मैं देंगा। ते मैं उन्होंने उर्दू च गया, मैं कहा बेटा सीधा घर जाई। ਕਹਿੰਦਾ ਜੀ ਮੈਂ ਇਹਦੇ ਨਾਲ ਉਰਦੂ ਬੋਲ ਰਿਹਾ ਸੀ ਤੇ ਤੁਹਾਡੇ ਬੱਚੇ ਨੇ ਮੇਰੇ ਨਾਲ ਅੰਗਰੇਜ਼ੀ ਚ ਗੱਲ ਕੀਤੀ। ਮੈਂ ਕਿਹਾ ਇੱਥੋਂ ਦੇ ਬੱਚੇ ਨੇ ਇਸ ਤਰ੍ਹਾਂ ਹੀ ਕਰਦੇ ਹੁੰਦੇ ਨੇ। ਮੈਂ ਕਿਹਾ ਲੇਕਿਨ ਇਹ ਅਲਹਮਦੁਲਿਲਾ ਉਰਦੂ ਜਾਣਦਾ ਹੈ, ਹਾਫਿਜ਼ ਕੁਰਾਨ ਹੈ। ਕਹਿੰਦਾ ਅੱਛਾ। ਮੈਂ ਕਿਹਾ ਜੀ ਹਾਫਿਜ਼ ਕੁਰਾਨ ਹੈ। ਮੈਂ ਫਖਰ ਨਾਲ ਦੱਸਿਆ ਤੇ ਮੈਂ ਦੱਸਿਆ, ਮੈਂ ਕਿਹਾ ਜੀ ਮੈਂ ਦੇਖੋ ਇਸ ਵੇਲੇ ਨਾ ਡਿਬੇਟ ਸੁਣਨਾ ਪਿਆ ਮੈਂ ਮਰਦਈਆਂ ਦੀ ਤੇ ਮੁਸਲਮਾਨਾਂ ਦੀ। ਉਹ ਇਤਫਾਕਨ ਬੰਦਾ ਮਰਦਈ ਸੀ। ਕਹਿੰਦਾ ਜੀ ਮਰਦਈਆਂ ਤੇ ਮੁਸਲਮਾਨਾਂ ਚ ਕੀ ਫਰਕ ਹੈ? ਮੈਂ ਕਿਹਾ ਜੀ, ਕਹਿੰਦਾ ਜੀ ਮੈਂ ਕਿਹਾ ਫਰਕ ਇਹ ਵੇ ਕਿ ਉਹ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਨੇ। ਕਹਿੰਦਾ ਜੀ ਨਹੀਂ ਮੰਨਦੇ। ਮੈਂ ਕਿਹਾ ਜੀ ਮੰਨਦੇ ਨੇ। ਕਹਿੰਦਾ ਦਿਖਾਓ। ਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਦਿਖਾਤਾ, ਮਿਰਜ਼ਾ ਸਾਹਿਬ ਨੇ ਕਿਹਾ ਜੀ ਮੈਂ ਨਬੀ ਹਾਂ। ਕਹਿੰਦਾ ਜੀ ਦਿਖਾਓ ਮੈਨੂੰ। ਮੈਂ ਕਿਹਾ ਜੀ ਮੈਂ ਤੁਹਾਨੂੰ ਰਿਕੁਐਸਟ ਪਾਤੀ, ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह ਦੇ ਨਾਲ ਹੀ ਭੱਜ ਗਿਆ, ਉਸ ਵੇਲੇ ਮੁੱਕਰ ਗਿਆ। ਕਹਿੰਦਾ ਜੀ ਮੈਨੂੰ ਇਹ ਦੱਸੋ ਜੀ ਤੁਸੀਂ ਉਹ ਆਪਣਾ ਜਿਹੜਾ ਉਹਨਾਂ ਨੇ ਆਣਾ ਕੀ ਉਹਨੂੰ ਕਹਿੰਦੇ ਨੇ ਆਪਣਾ ਮਿਰਜ਼ਾ ਸਾਹਿਬ ਕਹਿੰਦੇ ਨਾ, ਮੈਂ ਉਹ ਕੌਣ ਹੈਗਾ ਮੈਂ ਜਿਹੜਾ ਉਹ ਆਪਣਾ ਮਾਂ ਮਹਿੰਦੀ। ਮੈਂ ਕਿਹਾ ਯਾਰ ਗੱਲ ਮਾਂ ਮਹਿੰਦੀ ਦੀ ਤੂੰ ਸ਼ੁਰੂ ਕਰਤੀ ਏ, ਗੱਲ ਤੇ ਹੁੰਦੀ ਪਈ ਤੂੰ ਕਹਿੰਦਾ ਪਿਆ ਮਿਰਜ਼ਾ ਸਾਹਿਬ ਨੇ ਨਬੀ ਦਾ ਕਿਹਾ ਹੀ ਨਹੀਂ ਹੈ। ਕਹਿੰਦਾ ਜੀ ਨਹੀਂ ਉਹਨਾਂ ਨੇ ਗੈਰ ਸ਼ਰਈ। ਮੈਂ ਕਿਹਾ ਵੀ ਤੂੰ ਹੁਣ ਸ਼ਰੀਅਤ ਕਿੱਥੋਂ ਵਾੜਦੀ ਤੂੰ? ਉਹ ਯਾਰ ਖੁਦਾ ਦੀ ਕਸਮ ਆਮਰ ਭਾਈ ਖਲੋਤਾ ਹੀ ਨਹੀਂ ਉਹ, ਹਾਲਾਂਕਿ ਮੈਨੂੰ ਤੇ ਗੁਫ਼ਤਗੂ ਦਾ ਵੀ ਨਹੀਂ ਪਤਾ। ਉਹ ਮੈਂ ਕਿਹਾ ਤੇਰਾ, ਮੈਂ ਕਿਹਾ ਮੁਰੱਬੀ ਆ ਵੇਖ, ਮੈਂ ਉਹਨੂੰ ਪਤਾ ਉਹਨੇ ਮੁਰੱਬੀ। ਮੈਂ ਕਿਹਾ ਮੁਰੱਬੀ ਵੇਖ, ਇਹ ਮੁਰੱਬੀ ਜਿਹੜਾ ਨਾ ਮੁਸਲਮਾਨ ਹੋਇਆ ਵਾ ਉਹ ਪਰੇਸ਼ਾਨ ਹੋ ਗਿਆ। ਹੁਣ ਇਹ ਬਕਵਾਸ ਤੇ ਟਿਕਟੌਕ ਤੇ ਬੜੀ ਕਰਦੇ ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह, ਉਹਨੇ ਚੂੰ ਨਹੀਂ ਕੀਤੀ। ਕਹਿੰਦਾ ਜੀ ਮੈਂ ਕਾਰੋਬਾਰ 'ਚ ਬੈਠਾ। ਮੈਂ ਕਿਹਾ ਮੈਂ ਤੈਨੂੰ ਹੁਣੇ ਦਿਖਾ ਦਿੰਦਾ ਵਾ। ਮੈਂ ਕਿਹਾ ਤੂੰ ਕਿਤਾਬਾਂ ਪੜ੍ਹੀਆਂ ਹੀ? ਮੈਂ ਕਿਹਾ ਕਹਿੰਦਾ ਮੈਨੂੰ ਹਵਾਲੇ ਦਿਓ। ਮੈਂ ਕਿਹਾ ਤੈਨੂੰ ਸਾਰੇ ਹਵਾਲੇ। ਮੈਂ ਕਿਹਾ ਨਿਦਰ ਨਾਸਰ ਦੇ ਵਾਕਿਏ ਦਾ ਪਤਾ? ਕਹਿੰਦਾ ਜੀ ਉਹ ਕੌਣ ਹੈ? ਮੈਂ ਕਿਹਾ ਤੈਨੂੰ ਨਹੀਂ ਪਤਾ। ਮੈਂ ਕਿਹਾ ਤੂੰ ਕਿਹੜਾ ਮਰਦਈ ਹੈ? ਅੱਛਾ ਪਹਿਲੇ ਮੈਂ ਕਿਹਾ ਤੂੰ ਮਰਦਈ ਹੈ, ਅਹਿਮਦੀ ਹੈ? ਕਹਿੰਦਾ ਨਹੀਂ ਇਸ ਗੱਲ ਨੂੰ ਛੱਡੋ। ਮੈਂ ਕਿਹਾ ਨਹੀਂ ਤੂੰ ਦੱਸ। ਮੈਂ ਕਿਹਾ ਫਖਰ ਨਾਲ ਦੱਸ। ਮੈਂ ਕਿਹਾ ਕੀ ਨਾਂ ਤੇਰਾ? ਕਹਿੰਦਾ ਅਹਿਮਦ। ਮੈਂ ਕਿਹਾ ਤੂੰ ਕਾਦੀਆਨੀ ਹੈ? ਮੈਂ ਕਿਹਾ ਕਹਿੰਦਾ ਨਹੀਂ ਇਹ ਛੱਡੋ ਗੱਲ। ਮੈਂ ਕਿਹਾ ਤੂੰ ਹੈ ਹੀ ਕਾਦੀਆਨੀ 100%। ਲਓ ਜੀ ਅੱਲਾ ਦੀ ਕਸਮ ਆਪਣਾ ਅਮਨ ਨਜ਼ੀਰ ਭਾਈ ਨੱਸ ਗਿਆ। ਮੈਂ ਤੁਹਾਡਾ ਨਾਂ ਲਿੱਤਾ। ਮੈਂ ਕਿਹਾ ਹਰ ਚੀਜ਼ ਦਾ ਤੈਨੂੰ ਹਵਾਲਾ ਦਿੰਦਾ। ਮੈਂ ਕਿਹਾ ਤੁਸੀਂ ਗਾਲੀਬਾਜ਼ ਲੋਕ ਹੋ। ਕਹਿੰਦਾ ਜੀ ਕੋਈ ਗਾਲ ਨਹੀਂ ਕਰਦਾ। ਮੈਂ ਕਿਹਾ ਮੀਰ ਲਤੀਫ ਬਗਾਰਤ ਹੈਗਾ ਜੀ ਮੁਰੱਬੀ ਤੁਹਾਡਾ, ਉਹ ਗਾਲਾਂ ਕੱਢਦਾ ਆ। ਮੈਂ ਕਿਹਾ ਟਿਕਟਾਕ ਲਿਆ ਸੂ। ਕਹਿੰਦਾ ਮੇਰੇ ਕੋਲ ਟਿਕਟਾਕ ਨਹੀਂ ਗਈ। ਮੈਂ ਕਿਹਾ ਕਰ ਟਿਕਟਾਕ, ਮੈਂ ਤੈਨੂੰ ਦਿਖਾਵਾਂ। ਮੈਂ ਕਿਹਾ ਤੂੰ ਕਿਤਾਬਾਂ ਪੜ੍ਹੀਆਂ ਮਿਰਜ਼ਾ ਸਾਹਿਬ ਦੀਆਂ? ਕਹਿੰਦਾ ਜਿੰਨੀ ਕੁ ਜ਼ਰੂਰਤ ਹੈਗੀ ਉਨੀ ਪੜ੍ਹੀ। ਮੈਂ ਕਿਹਾ ਨਹੀਂ ਸਾਰੀਆਂ ਪੜ੍ਹ, ਕਿਹੜੇ ਹਵਾਲੇ ਚਾਹੀਦੇ? ਕਹਿੰਦਾ ਮੈਨੂੰ ਤਾਂ ਲਿਖ ਕੇ ਦਿਓ। ਮੈਂ ਕਿਹਾ ਲਿਖ ਕੇ ਨਹੀਂ ਤੈਨੂੰ ਦਿੰਦਾ, ਮੈਂ ਤੈਨੂੰ ਜਿਹੜੇ ਹਵਾਲੇ ਚਾਹੀਦੇ ਮੈਨੂੰ ਦੱਸ, ਮੈਂ ਤੈਨੂੰ ਦੱਸਣਾ। ਲੇਕਿਨ ਉਹ ਨੱਸ ਗਿਆ। ਕਹਿੰਦਾ ਜੀ ਉਹ ਸ਼ਰਈ ਨਬੀ ਨਹੀਂ ਹੈਗੇ। ਨਾਲ ਹੀ ਪਹਿਲੇ ਕਹਿੰਦਾ ਮੈਨੂੰ ਦਿਖਾ ਦਿਓ ਮਿਰਜ਼ਾ ਸਾਹਿਬ ਨੇ ਕਿੱਥੇ ਆਖਿਆ। ਮੈਂ ਰਾਜ਼ੀ ਹੋ ਗਿਆ ਆਪਣਾ ਅਮਰ ਭਾਈ ਤੁਹਾਡੇ ਤੇ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਕਿ ਮੇਰੇ ਵਰਗੇ ਜਾਹਲ ਬੰਦੇ ਨੇ ਉਹ ਆਮਣੇ ਸਾਹਮਣੇ ਉਹਨੇ ਚੂ ਨਹੀਂ ਕੀਤੀ। ਹਾਲਾਂਕਿ ਤੇ ਮੈਨੂੰ ਕੋਈ ਹਵਾਲਾ ਵੀ ਨਹੀਂ ਦੇ ਰਿਹਾ। ਮੈਂ ਕਿਹਾ ਮੈਂ ਤੈਨੂੰ ਦਿਨਾ ਹੋਣਾ, ਮੈਂ ਥੱਲੇ ਰਿਕੁਐਸਟ ਪਾਈ, ਤੁਸੀਂ ਮੈਨੂੰ ਲੈ ਵੀ ਲਿੱਤਾ। ਲੇਕਿਨ ਉਹ ਨੱਸ ਗਿਆ। ਕਹਿੰਦਾ ਨਹੀਂ ਜੀ ਇਹ ਹਾਲ ਜੇ ਮਰਦਈਆਂ ਦਾ। ਇਸ ਤਰ੍ਹਾਂ ਬਕਵਾਸ ਕਰ ਸਕਦੇ ਨੇ ਟਿਕਟੌਕ ਦੇ ਉੱਤੇ, ਜਿੱਥੇ ਆਮਣੇ ਸਾਹਮਣੇ ਨਹੀਂ ਹੁੰਦੇ, ਜਿੱਥੇ ਜੋ ਮਰਜ਼ੀ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ। ਉਹਨੇ ਚੂ ਨਹੀਂ ਕੀਤੀ, ਉੱਥੇ ਉੱਚੀ ਸਾਹ ਨਹੀਂ ਲਿੱਤਾ ਉਹਨੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇਹ ਜਿਹੜੀ ਗੱਲ ਪੇ ਤੁਸੀਂ ਸੁਣਾਉਂਦੇ ਹੋ, ਅਲੀ ਹੁਣ ਪਿਆ ਹੁੰਦਾ ਸੀ ਰਾਹ 'ਚ ਤੇ ਉਹ ਕਹਿੰਦਾ ਉੱਥੇ ਮੁਰੱਬੀ ਮੈਨੂੰ ਰਾਹ 'ਚ ਪਤਾ ਨਹੀਂ ਬੱਸ 'ਚ ਮਿਲ ਪਿਆ ਜਾਂ ਲਾਹੌਰ ਆਉਂਦੇ ਰਸਤੇ 'ਚ ਕਿਰੇ, ਤੇ ਕਹਿੰਦਾ ਜੀ ਭਾਈ ਜੀ ਮੈਂ ਉਹਨੂੰ ਅੱਗੇ ਲਾ ਲਿਆ। ਕਹਿੰਦਾ ਮੈਨੂੰ ਮੁਹੰਮਦੀ ਬੇਗਮ ਦੀ ਗੱਲ ਸੁਣਾਈ, ਫਲਾਣੀ ਗੱਲ ਸੁਣਾਈ, ਉਹਨੂੰ ਮੁਰੱਬੀ ਨੂੰ ਕੱਖ ਪਤਾ ਨਹੀਂ। ਤੇ ਮਾਸ਼ਾਅੱਲਾ ਇਹ ਟਿਕਟੌਕ ਦੀ ਵਜ੍ਹਾ ਨਾਲ ਤੇ ਇਹ ਜਿਹੜਾ ਇੰਟਰਨੈਟ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਆਗਾਹੀ ਮਿਲ ਰਹੀ। ਓ ਯੈਸ, ਮੈਨੂੰ ਦੱਸਿਆ। ਮੈਂ ਕਿਹਾ ਮੈਂ ਟਿਕਟੌਕ ਤੇ ਆਇਆ ਕਿਸ ਤਰ੍ਹਾਂ? ਮੈਂ ਕਿਹਾ ਮੈਂ ਤੇ ਮਰਾਸੀ
ਤੇ ਮੈਂ ਕਿਹਾ ਉੱਥੇ ਮੈਨੂੰ ਮਿਲ ਗਿਆ ਨਾਦਰ ਸਾਹਿਬ ਨੇ ਮੈਨੂੰ ਤਬਲੀਗ ਕੀਤੀ ਕਿ ਜੀ ਤੁਸੀਂ ਉੱਥੇ ਆਓ, ਮੈਂ ਕਿਹਾ ਤੁਹਾਡੇ ਪੈਨਸਲ ਵੀ ਨਹੀਂ ਆ। ਇਸ ਤਰ੍ਹਾਂ ਦੀ ਗੁਫ਼ਤਗੂ। ਲੇਕਿਨ ਆਮਰ ਭਾਈ ਮੈਂ ਖੁਸ਼ ਹੋ ਗਿਆ, ਉਹ ਬੰਦੇ ਨੇ ਗੱਲ ਕਰਨਾ ਮੁਨਾਸਬ ਨਹੀਂ ਸੀ, ਮੌਕੇ ਤੇ ਮੁੱਕਰ ਗਿਆ। ਕਹਿੰਦਾ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਹੈ, ਤੁਸੀਂ ਮੈਨੂੰ ਦਿਖਾਓਗੇ ਨਬੀ ਮਿਰਜ਼ਾ ਸਾਹਿਬ ਨੂੰ। ਮੈਂ ਕਿਹਾ ਮੈਂ ਤੂੰ ਹੁਣੇ ਮੈਨੂੰ ਕਿਹਾ ਮਿਰਜ਼ਾ ਸਾਹਿਬ ਨੇ ਨਬੀ ਆਖਿਆ ਹੀ ਨਹੀਂ ਹੈ, ਤੇ ਮੈਂ ਕਿਹਾ ਮੈਂ ਤੈਨੂੰ ਕਿਹਾ ਮੈਂ ਤੈਨੂੰ ਹਵਾਲਾ ਦੇਣਾ ਤੇਰੀਆਂ ਕਿਤਾਬਾਂ ਦਾ, ਤੇ ਹੁਣ ਤੂੰ ਨੱਸ ਗਿਆ। ਮੈਂ ਕਹਿੰਦਾ ਜੀ ਉਹ ਸ਼ਰਈ ਨਬੀ ਨਹੀਂ ਗਏ। ਮੈਂ ਕਿਹਾ ਤੂੰ ਪਹਿਲੇ ਕਹਿੰਦਾ ਮਿਰਜ਼ਾ ਸਾਹਿਬ ਨੇ ਆਖਿਆ ਹੀ ਨਹੀਂ। ਕਹਿੰਦਾ ਨਹੀਂ ਤੁਸੀਂ ਇਹ ਪੁੱਛੋ ਆਪਣੇ ਜਿਹੜੇ ਤੁਹਾਡੇ ਬਜ਼ੁਰਗ ਨੇ ਇਹਨਾਂ ਨੂੰ ਪੁੱਛੋ ਕਿ ਉਹਨੇ ਕਦੋਂ ਆਣਾ ਮਾਂ ਮਹਿੰਦੀ ਦੇ। ਉਹ ਮੈਂ ਕਿਹਾ ਮਾਂ ਮਹਿੰਦੀ ਦਾ ਤੇਰਾ ਕੀ ਲੱਗੇਗਾ, ਤੂੰ ਮਿਰਜ਼ਾ ਸਾਹਿਬ ਦੀ ਗੱਲ ਕਰ। ਲੇਕਿਨ ਠੁੱਸ ਹੋ ਗਿਆ, ਠੁੱਸ। ਲਵ ਯੂ ਭਾਈਆਂ, ਲਵ ਯੂ ਸੋ ਮਚ। ਜੀਤੇ ਰਹੋ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਜੀਂਦੇ ਵਾਸਤੇ ਰਹੋ। ਮੈਂ ਨੌਕਰ ਤੁਹਾਡੀਆਂ ਜੁੱਤੀਆਂ ਚੁੱਕਣ ਵਾਲਾ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ, ਠੰਡੇ ਠੰਡੇ ਬਸ ਰਹਿਆ ਕਰੋ। ਦਲੀਲ ਹੁੰਦੀਆਂ ਗਰਮ ਨਹੀਂ ਹੋਣਾ। ਨਹੀਂ ਬਸ ਤੁਹਾਡੇ ਵਰਗੇ ਜਜ਼ਬਾਤ ਹੁਣ ਕਿੱਥੋਂ ਲਿਆਈਏ, ਨਹੀਂ ਹੈਗੇ। ਲੇਕਿਨ ਅਲਹਮਦੁਲਿਲਾ ਕਮ ਅਜ਼ ਕਮ ਚਲੋ ਤੁਸੀਂ ਜ਼ੁਬਾਨ ਥੋੜੀ ਨਹੀਂ ਦੱਸਦੀ ਹੈ ਕਿ ਕਿਸ ਤਰ੍ਹਾਂ ਇਹਨਾਂ ਨਾਲ ਗੱਲ ਕਰਨੀ ਹੈ। ਕੋਈ ਗਾਲੀ ਗਲੋਚ ਨਹੀਂ। ਮੈਂ ਉਹਨੂੰ ਬੜੇ ਮੁਹੱਬਤ ਨਾਲ ਮੈਂ ਕਿਹਾ ਮੈਂ ਤਾਂ ਕੋਈ ਬਦਤਮੀਜ਼ੀ ਨਹੀਂ ਕਰ ਰਿਹਾ, ਮੈਂ ਤੈਨੂੰ ਸਾਰੇ ਹਵਾਲੇ ਦਿੰਦਾ। ਮੈਂ ਕਿਹਾ ਪੜੋ ਆਪਣੇ ਆਪ ਨੂੰ। ਮੈਂ ਕਿਹਾ ਦੇਖ ਇਹ ਬੰਦਾ ਮੁਰੱਬੀ ਹੈ, ਮੁਸਲਮਾਨ ਹੋਇਆ। ਮੈਂ ਕਿਹਾ ਉਹ ਜਾ ਕੇ ਮਦੀਨੇ ਜਾ ਕੇ ਐਲਾਨ ਕਰੇਗਾ ਇਨਸ਼ਾਅੱਲਾਹ ਤਾਲਾ, ਤੇ ਮੈਂ ਕਿਹਾ ਤੁਸੀਂ ਵੀ ਦੀਨ ਨੂੰ ਸਿੱਖੋ। ਲੇਕਿਨ ਨਹੀਂ, ਠੁੱਸ ਹੋ ਗਿਆ, ਠੁੱਸ। ਕਹਿੰਦਾ ਜੀ ਮੈਂ ਦੱਸੋ ਜੀ ਕਦੀ ਝੂਠ ਨਹੀਂ ਬੋਲਿਆ ਇੱਥੇ, ਮੈਂ ਕਾਰੋਬਾਰ ਕਰਦਾ। ਮੈਨੂੰ ਇਹ ਬੰਦੇ ਨੇ ਕਿਹਾ ਜੀ ਆਇਲ ਚੇਂਜ ਕਰਾਣਾ ਟਰਾਂਸਮਿਸ਼ਨ ਦਾ, ਤੇ ਮੈਂ ਉਹਨੂੰ ਕਿਹਾ ਤੇਰਾ ਉੱਡ ਜਾਏਗਾ, ਕੋਈ ਇਸ ਤਰ੍ਹਾਂ ਕਰਦਾ। ਮੈਂ ਕਿਹਾ MGM ਵਾਲਿਆਂ ਕੋਲ ਮੈਂ ਗਿਆ, ਮੈਂ 2 ਵਾਰੀ ਗਿਆ, ਉਹਨਾਂ ਨੇ ਦੋਨੋਂ ਵਾਰੀ ਮੇਰਾ ਟਰਾਂਸਮਿਸ਼ਨ ਆਇਲ ਚੇਂਜ ਨਹੀਂ ਕੀਤਾ। ਉਹਨੇ ਕਿਹਾ ਤੇਰਾ ਟਰਾਂਸਮਿਸ਼ਨ ਉੱਡਣ ਵਾਲਾ। ਮੈਂ ਕਿਹਾ ਤੂੰ ਕੀ ਗੱਲ ਕਰਦਾ ਪਿਆ ਵਾ ਕਿ ਤੂੰ ਹੀ ਦੁਨੀਆ ਤੱਕ ਸੱਚਾ ਹੈ। ਮੈਂ ਕਿਹਾ ਠੀਕ ਹੈ ਦੁਨੀਆ ਕਰਦੀ ਏ, ਕੋਈ ਸ਼ੱਕ ਨਹੀਂ, ਲੇਕਿਨ ਤੂੰ ਇਹ ਨਾ ਕਹੋ ਕਿ ਤੂੰ ਹੀ ਇਕੱਲਾ ਮਰਦਈ ਹੈ ਜਿਹੜਾ ਸਹੀ ਕੰਮ ਕਰਦਾ ਪਿਆ ਇੱਥੇ। ਇਹ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਬਸ ਸਹੀ ਹਾਂ, ਬਾਕੀ ਸਾਰੇ ਜਿਹੜੇ ਨਾ ਬੇਈਮਾਨ ਤੇ ਚੋਰ ਚੱਕੇ ਨੇ। ਮੈਂ ਕਿਹਾ ਉਹ ਸਪੈਨਿਸ਼ ਹੈਗੀ ਔਰਤ MGM ਵਾਲੀ, ਨਾਲ ਹੀ ਕਹਿੰਦਾ ਜੀ ਉਹ ਤੇ ਸਿਰਫ ਕੰਮ ਹੀ ਟਰਾਂਸਮਿਸ਼ਨ ਦਾ ਕਰਦੀ ਹੈ, ਉਹ ਤਾਂ ਕਰਕੇ। ਮੈਂ ਕਿਹਾ ਹੁਣੇ ਤੂੰ ਕਹਿੰਦਾ ਪਿਆ ਕੋਈ ਕਰਦਾ ਨਹੀਂ ਇਸ ਤਰ੍ਹਾਂ। ਨਿਊਯਾਰਕ ਕਿੰਗ ਆਟੋ ਕਿਸੇ ਨੂੰ ਪਤਾ ਹੋਏਗਾ, ਕਿੰਗ ਆਫ ਕੁਈਨਸ ਆਟੋ, ਮਰਦਈ ਨੇ ਮੈਨੂੰ ਅੱਜ ਪਤਾ ਲੱਗਿਆ ਜੇ। ਲੇਕਿਨ ਦੇਖੋ ਕੈਸੀ ਗੱਲ ਹੈ, 6 ਮਹੀਨੇ ਤੋਂ ਜਾ ਰਿਹਾ, ਅੱਜ ਤੱਕ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਅਸੀਂ ਮਰਦਈ ਹਾਂ। ਹੁਣ ਵੀ ਨਹੀਂ ਮੂੰਹੋਂ ਮੰਨਿਆ, ਮੂੰਹੋਂ ਨਹੀਂ ਮੰਨਿਆ। ਲੇਕਿਨ ਮੈਂ ਕਿਹਾ ਤੂੰ ਹੈ ਹੀ ਮਰਦਈ ਹੈ। ਬਰਾਲ ਮੈਂ ਬਣਾਣਾ ਆਮਰ ਭਾਈ, ਤੁਹਾਨੂੰ ਪਤਾ ਲੱਗ ਗਿਆ ਨਾ ਬੰਦਿਆਂ ਨੂੰ ਕਿੰਜ ਮਨਾਈ ਦਾ ਮਰਦਈ, ਕਿੰਜ ਅੰਦਰ ਬੁਲਾਉਂਦਾ। ਇਹਦੀ ਕਿਹੜੀ ਵਜ੍ਹਾ ਹੈ ਕਿ ਉਹ ਨਹੀਂ ਮੰਨਦੇ ਲੋਕ, ਹਾਲਾਂਕਿ ਔਰਤ ਦੇ ਹੱਸਦੇ ਆ। सर मैं शिबाज लंदन तो जी शिबाज अल्हम्दुलिल्लाह मुसलमान ही हां। ते मैं सवाल ही करना चाहना था, तुसी माशाल्लाह सब इलम लोग, मैं पूछना चाहना है कि मज़हबी लोग जेडे ने ये हज़रत यूनुस अलैहिस्सलाम दी जेडी रवायत लैके करदे ने कि जी उन्हां दे उत्ते नऊज़ बिल्लाह पनिश उन्हां नूं अल्लाह ने कीता, ते ओहदे थोड़ी जी रोशनी कर छड़ो, क्योंकि मैं एक्चुअली काम करन दे तो मैं बोल नहीं सकांगा, मैं म्यूट करके बह जाना। मैं सुन रहा काफी देर तो ਤੁਹਾਨੂੰ अच्छा लग रहा। शुक्रिया सर, अस्सलाम वालेकुम। ਵਾਲੇਕੁਮ ਸਲਾਮ। ਤੁਹਾਡੀ ਜਿਹੜੀ ਗੱਲ ਮੈਨੂੰ ਸਮਝ ਆਈ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯੂਨਸ अलैहिस्सलाम ਦੇ ਬਾਰੇ ਮਿਰਜ਼ਾਈ ਕੋਈ ਝੂਠ ਬੋਲਦੇ ਨੇ, ਇਲਜ਼ਾਮ ਤਰਾਸ਼ੀ ਕਰਦੇ ਨੇ, ਉਹਦੀ ਵਜ਼ਾਹਤ ਕੀ ਹੈ? ਜੀ ਯੂਨਸ अलैहिस्सलाम ਦੇ ਬਾਰੇ ਸਾਡੀਆਂ ਤਫਸੀਰਾਂ ਦੇ ਵਿੱਚ ਬਾਜ਼ ਇਸਰਾਈਲੀ ਰਵਾਇਤ ਮੌਜੂਦ ਨੇ, ਕਿਉਂਕਿ ਉਹ ਨਬੀ अलैहिस्सलातु वस्सलाम ਤੋਂ ਪਹਿਲੇ ਬਹੁਤ ਅਰਸਾ ਪਹਿਲੇ ਅੱਲਾ ਦੇ ਨਬੀ ਹੋ ਗੁਜ਼ਰੇ ਨੇ, ਤੇ ਲਾਮਹਾਲਾ ਪਿਛਲੀਆਂ ਕਿਤਾਬਾਂ 'ਚ ਉਹਨਾਂ ਦਾ ਜ਼ਿਕਰ ਆਉਣਾ ਸੀ। ਉਹਨਾਂ ਕਿਤਾਬਾਂ 'ਚ ਜ਼ਿਕਰ ਆਉਂਦਾ ਹੈ ਕਿ ਬਈ ਯੂਨਸ अलैहिस्सलाम ਨੇ ਆਪਣੀ ਕੌਮ ਨੂੰ ਕਿਹਾ ਵੀ ਤੁਹਾਡੇ ਤੇ ਜ਼ਾਬ ਆ ਜਾਏਗਾ ਤੇ ਤੁਸੀਂ ਅੱਲਾ ਦੇ ਨਬੀ ਨੂੰ ਕਬੂਲ ਕਰ ਲਓ ਤੇ ਅੱਲਾ ਦੀ ਇਸ ਦਾਵਤ ਨੂੰ, ਸ਼ਰੀਅਤ ਨੂੰ ਕਬੂਲ ਕਰ ਲਓ। ਉਹਨਾਂ ਇਨਕਾਰ ਕੀਤਾ ਤੇ ਯੂਨਸ अलैहिस्सलाम ਉੱਥੋਂ ਨਿਕਲ ਪਏ ਕਿ ਠੀਕ ਹੈ, ਅਗਰ ਤੁਸੀਂ ਨਹੀਂ ਕਬੂਲ ਕਰਨਾ ਤੇ ਤੁਹਾਡੇ ਵਾਸਤੇ ਅੱਲਾਹ ਤਾਲਾ ਅਜ਼ਾਬ ਕਰ ਦੇਗਾ। ਉਹ ਨਿਕਲ ਗਏ ਬਾਹਰ ਤੇ ਉੱਥੇ ਅਜ਼ਾਬ ਆਉਣ ਦਾ ਇੰਤਜ਼ਾਰ ਸੀ ਕਿ ਹੁਣ ਇਸ ਬਸਤੀ ਦੇ ਉੱਤੇ ਅਜ਼ਾਬ ਆਵੇਗਾ। ਤੇ ਉਹਨਾਂ ਨੇ ਅਜ਼ਾਬ ਦੇ ਅਸਾਰ ਵੇਖੇ। ਕੁਰਾਨ ਦੇ ਵਿੱਚ ਇੰਨਾ ਹੀ ਲਿਖਿਆ ਹੈ ਕਿ ਉਹਨਾਂ ਨੇ ਅਜ਼ਾਬ ਦੇ ਅਸਾਰ ਵੇਖੇ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ, ਔਰਤਾਂ ਨੂੰ, ਈਵਨ ਜਾਨਵਰਾਂ ਨੂੰ ਵੀ ਨਾਲ ਲੈ ਕੇ ਬਾਹਰ ਖੁੱਲੇ ਮੈਦਾਨ ਦੇ ਵਿੱਚ
ਸਜਦਾ ਰੇਜ਼ ਹੋ ਗਏ ਤੇ ਸਾਰੇ ਡਿੱਗ ਪਏ ਅੱਲਾ ਦੇ ਅੱਗੇ ਕਿ ਯਾ ਅੱਲਾ ਪਾਕ ਤੂੰ ਮਾਫ ਕਰ ਦੇ, ਅਸਾਂ ਤੇਰੇ ਸੱਚੇ ਨੇ। ਸਾਰੀ ਕੌਮ ਨੇ ਇਸਲਾਮ ਕਬੂਲ ਕਰ ਲਿਆ ਤੇ ਉਹ ਅਜ਼ਾਬ ਉਹਨਾਂ ਤੋਂ ਟਲ ਗਿਆ। ਹੁਣ ਯੂਨਸ ਨਿਕਲਣ ਬਸਤੀ ਚੋਂ ਕਿ ਬਈ ਇਹਨਾਂ ਦੇ ਤੇਜ਼ਾਬ ਆ ਜਾਏਗਾ, ਇਹਨਾਂ ਵਾਸਤੇ ਤੇ ਹਦਾਇਤ ਨਹੀਂ ਹੈ, ਇਹਨਾਂ ਨੇ ਇਨਕਾਰ ਹੀ ਕੀਤਾ। ਉਹ ਨਿਕਲ ਕੇ ਉੱਥੋਂ ਚਲੇ ਗਏ ਸਨ। ਉਹ ਅੱਗੇ ਵਾਕਿਆ ਮਛਲੀ ਵਾਲਾ ਤੁਹਾਨੂੰ ਪਤਾ ਹੀ ਹੈ, ਕੁਰਾਨ ਚ ਆਉਂਦਾ ਕਿ ਉਹ ਜਾ ਕੇ ਸਮੁੰਦਰ 'ਚ ਸਫ਼ਰ ਕਰ ਰਹੇ ਸੀ ਤੇ ਉੱਥੇ ਮਛਲੀ ਉਹ ਕਸ਼ਤੀ ਕੁਸ਼ਤੀ ਡੋਲੀ ਤੇ ਉਹਨਾਂ ਨੇ ਆਖਿਆ ਵੀ ਸਾਡੇ 'ਚੋਂ ਕਿਹੜਾ ਬੰਦਾ ਹੈ ਇਸ ਤਰ੍ਹਾਂ ਦਾ ਜਿਹਦੀ ਵਜ੍ਹਾ ਤੋਂ ਫਿਰ ਉਹ ਕੁਰਾ ਸ਼ੁਰਾ ਪਾਇਆ ਤੇ ਉਹਨਾਂ ਦਾ ਨਾਂ ਨਿਕਲਿਆ ਤੇ ਉਹ ਯੂਨਸ ਅਲੈਹਿਸਲਾਮ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਸ਼ਤੀ 'ਚ ਉਤਰ ਜਾਓ। ਤੇ ਪਾਣੀ ਦੇ ਵਿੱਚ ਉਤਰਨ ਦਾ ਕਿਹੜਾ, ਛਾਲ ਹੀ ਮਾਰਨੀ ਸੀ ਪਾਣੀ 'ਚ, ਨਾ ਛਾਲ ਮਾਰੀ ਤੇ ਮੱਛੀ ਨੇ ਉਹਨਾਂ ਨੂੰ ਅੱਗੋਂ ਉਠਾ ਲਿਆ, ਉਹਨਾਂ ਦੇ ਪੇਟ 'ਚ, ਮੱਛੀ ਦੇ ਪੇਟ 'ਚ ਰਹੇ, ਫਿਰ ਬਾਹਰ ਆਏ ਮੱਛੀ ਦੇ ਪੇਟ 'ਚੋਂ। ਇਹ ਵਾਕਿਆ ਅੱਗੇ ਕੁਰਾਨ 'ਚ ਆਉਂਦਾ ਹੈ। ਔਰ ਇਹ ਵੀ ਆਉਂਦਾ ਕਿ ਅਗਰ ਉਹ ਯੂਨਸ ਇਹ ਨਾ ਸਾਨੂੰ ਆਖਦੇ ਤੇ ਅਸੀਂ ਉਹਨਾਂ ਨੂੰ ਸ਼ਾਇਦ ਕਿਆਮਤ ਤੱਕ ਮੱਛੀ ਦੇ ਪੇਟ 'ਚ ਬਾਹਰ ਨਾ ਕੱਢਦੇ। ਕਿਹੜੇ ਲਫ਼ਜ਼ ਆਖਦੇ, ਲਾ ਇਲਾਹਾ ਇੱਲਾ ਅੰਤ ਸੁਬਹਾਨਕ ਇੰਨੀ ਕੁੰਤੁ ਮਿਨ ਜ਼ਾਲਿਮੀਨ। ਇਹ ਮੇਰੇ ਪਾਕਿਸਤਾਨ 'ਚ ਆਮ ਤੌਰ 'ਤੇ ਆਇਤ ਕਰੀਮਾ ਪੜ੍ਹਦੇ ਨੇ ਲੋਕ ਤੇ ਇਹ ਲੋਕਾਂ ਨੂੰ ਯਾਦ ਹੀ ਹੈ। ਪਰ ਇਹ ਗੱਲ ਤੇ ਇੰਨੀ ਹੈ, ਇਹਦੀ ਜਿਹੜੀ ਹੈ ਨਾ ਤਫਸੀਲ, ਉਹ ਕਿਉਂਕਿ ਤਫਸੀਲ ਵਿੱਚ ਉਹ ਕਿਤਾਬਾਂ ਦੇ ਵਿੱਚ ਕੋਈ ਗੱਲਾਂ ਆਈਆਂ ਨੇ ਕਿ ਯੂਨਸ ਅਲੈਹਿਸਲਾਮ ਨੇ ਉਹਨਾਂ ਨੂੰ ਕੋਈ ਟਾਈਮ ਦਿੱਤਾ ਤੇ ਦੱਸਿਆ ਇੰਨੇ ਦਿਨਾਂ 'ਚ ਅਜ਼ਾਬ ਆ ਰਿਹਾ, ਉਹ ਚਲੇ ਗਏ, ਪਿੱਛੋਂ ਅਜ਼ਾਬ ਨਾ ਆਇਆ ਵਗੈਰਾ ਵਗੈਰਾ। ਇਹ ਇਲਜ਼ਾਮ ਇਹ ਲਾਉਂਦੇ ਨੇ ਕਿ ਯੂਨਸ ਅਲੈਹਿਸਲਾਮ ਨੇ ਕੌਮ ਨੂੰ ਅਜ਼ਾਬ ਦੀ ਪੇਸ਼ਗੋਈ ਕੀਤੀ ਤੇ ਉਹ ਪੇਸ਼ਗੋਈ ਮਾਜ਼ ਅੱਲਾ ਉਹ ਝੂਠੀ ਸਾਬਤ ਹੋਈ, ਸੱਚੀ ਸਾਬਤ ਨਾ ਹੋਈ। ਹਾਲਾਂਕਿ ਇਸ ਤਰ੍ਹਾਂ ਦੀ ਗੱਲ ਨਾ ਕੁਰਾਨ 'ਚ ਨਾ ਹਦੀਸ 'ਚ, ਉਹ ਪੁਰਾਣੀਆਂ ਕਿਤਾਬਾਂ 'ਚ ਇਹੋ ਜਿਹੀਆਂ ਗੱਲਾਂ ਲਿਖੀਆਂ ਨੇ ਜਿਨ੍ਹਾਂ ਦਾ ਅਸੀਂ ਉਹਨਾਂ ਦੀ ਨਾ ਤਸਦੀਕ ਕਰਨੇ ਹਾਂ ਨਾ ਤਰਦੀਦ ਕਰਨੇ ਹਾਂ। ਕੁਰਾਨ ਹਦੀਸ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲਿਖੀ ਹੈ ਕਿ ਕਿਸੇ ਨਬੀ ਦੀ ਪੇਸ਼ਗੋਈ ਝੂਠੀ ਹੋ ਸਕਦੀ ਹੈ, ਬਲਕਿ ਕਿਸੇ ਨਬੀ ਦੀ ਪੇਸ਼ਗੋਈ ਝੂਠੀ ਨਾ ਹੋਈ ਹੈ ਨਾ ਹੋ ਸਕਦੀ ਹੈ। ਹੁਣ ਇਹਨਾਂ ਦਾ ਜਿਹੜੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਨੇ ਦਾਅਵਾ ਕੀਤਾ ਉਹਨਾਂ ਦੀਆਂ ਸਾਰੀਆਂ ਪੇਸ਼ਗੋਈਆਂ ਝੂਠੀਆਂ ਨਿਕਲੀਆਂ। ਇਸ ਗੱਲ ਇਹਨਾਂ ਦਾ ਦਿਲ ਇਹ ਹੁੰਦਾ ਹੈ ਕਿ ਬਈ ਸਾਡਾ ਤਾਂ ਕੁਬੜਾਪਨ ਖਤਮ ਹੋ ਨਹੀਂ ਸਕਦਾ ਤੇ ਅਸੀਂ ਦੂਜਿਆਂ ਨੂੰ ਵੀ ਕੁਬੜਾ ਸਾਬਤ ਕਰੀਏ। ਅਸੀਂ ਤੇ ਆਪਣੇ ਮਗਰੋਂ ਇਹ ਗੱਲਾਂ ਲਾ ਨਹੀਂ ਸਕਦੇ ਤੇ ਫਿਰ ਦੂਜਿਆਂ ਨਬੀਆਂ 'ਚ ਇਹੋ ਜਿਹੇ ਇਲਜ਼ਾਮ ਲਾ ਕੇ ਨਾ ਗੱਲਾਂ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਕਦੇ ਯੂਨਸ ਅਲੈਹਿਸਲਾਮ ਦੀ ਗੱਲ, ਕਦੇ ਨੂਹ ਅਲੈਹਿਸਲਾਮ ਦੀ ਗੱਲ। ਅੱਛਾ ਅਮਰ ਭਾਈ, ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੈ ਕਿ ਅਗਰ ਯੂਨਸ ਅਲੈਹਿਸਲਾਮ ਨੇ ਪੇਸ਼ਗੋਈ ਕੀਤੀ ਹੁੰਦੀ ਤੇ ਉਹਨਾਂ ਦੀ ਜਿਹੜੀ ਕੌਮ ਹੈ ਉਹਨਾਂ ਨੂੰ ਤੇ ਇਹ ਕਹਿਣਾ ਚਾਹੀਦਾ ਵੀ ਬਈ ਤੂੰ ਪੇਸ਼ਗੋਈ ਕੀਤੀ ਸੀ ਮਾਜ਼ ਅੱਲਾ ਤੇ ਤੇਰੀ ਪੇਸ਼ਗੋਈ ਝੂਠੀ ਨਿਕਲੀ ਹੈ। ਉਹਨਾਂ ਨੂੰ ਤਾਂ ਸਗੋਂ ਮਜ਼ੀਦ ਉਹਨਾਂ ਦੇ ਖਿਲਾਫ ਹੋਣਾ ਚਾਹੀਦਾ ਸੀਗਾ ਕਿ ਬਈ ਇਸ ਬੰਦੇ ਨੇ ਪੇਸ਼ਗੋਈ ਕੀਤੀ, ਇੱਕ ਦਿਨ ਮੈਂ ਨਬੀ ਹਾਂ ਤੇ ਇਹਦੀ ਪੇਸ਼ਗੋਈ ਤਾਂ ਹੋਈ ਕੋਈ ਨਹੀਂ ਸਾਬਤ, ਨਾ ਸਾਡੇ ਤੇ ਅਜ਼ਾਬ ਹੈ ਨਾ ਗੱਲ, ਉਲਟਾ ਉਹ ਕੌਮ ਉਸ ਨਬੀ ਦੀ ਮੁਤੀ ਹੋ ਗਈ। ਇਹ ਪੁਆਇੰਟ ਜਿਹੜਾ ਨਾ ਬੜਾ ਇਸ ਲਿਹਾਜ਼ ਨਾਲ ਇੰਪੋਰਟੈਂਟ ਹੈ ਕਿ ਬਈ ਅਗਰ ਉਹਨਾਂ ਨੇ ਪੇਸ਼ਗੋਈ ਕੀਤੀ ਸੀ ਫਿਰ ਤੇ ਉਹਦੀ ਕੌਮ ਨੂੰ ਕਹਿਣਾ ਤੂੰ ਪੇਸ਼ਗੋਈ ਕੀਤੀ, ਤੇਰੀ ਪੇਸ਼ਗੋਈ ਸਾਬਤ ਹੀ ਨਹੀਂ ਹੋਈ, ਤੂੰ ਕਦਾ ਨਬੀ ਹੈ ਮਾਜ਼ ਅੱਲਾ। अब मैं गल कर रहा एक मिसाल के तौर ਜੀ ਜਿੱਦਾਂ ਕਿ ਨਾਲ ਦੇ ਮੁਖਾਲਫ ਨੇ ਮਰਜ਼ਈ ਇਹਨਾਂ ਦੇ ਨਬੀ ਸਾਹਿਬ ਨੇ ਜਿੰਨੀਆਂ ਵੀ ਪੇਸ਼ਗੋਈਆਂ ਕੀਤੀਆਂ ਉਹ ਕਦੀ ਮੁਖਾਲਫ ਜਨਾਬ ਭੰਗੜੇ ਪਾ ਰਹੇ ਆ, ਕਦੀ ਢੋਲ ਵਜਾ ਰਹੇ ਆ, ਕਦੀ ਇਸ਼ਤਿਹਾਰ ਛਾਪ ਰਹੇ ਆ, ਤੇ ਇਹ ਕੰਮ ਤੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀਗਾ। ਉਹ ਉਲਟਾ ਮੁਤੀ ਹੋ ਗਏ ਵੀ ਹਾਂ ਵੀ ਨਹੀਂ ਵੀ ਤੁਸੀਂ ਸਹੀ ਕਹਿ ਰਹੇ ਸੀਗੇ, ਉਹ ਬਲਕਿ ਮੁਤੀ ਹੋ ਗਏ। ਇੱਕ ਹੋਰ ਉਹਨੇ ਗੱਲ ਕੀਤੀ ਅਮਰ ਭਾਈ, ਕਹਿੰਦਾ ਜੀ ਜਦੋਂ ਮਿਰਜ਼ਾ ਸਾਹਿਬ ਐਸਨ ਕਿਹੜਾ ਬੰਦਾ ਸੀ ਜਿੰਨੇ ਜਾ ਕੇ ਈਸਾਈਆਂ ਦੇ ਨਾਲ ਡਿਬੇਟ ਕੀਤੀ। ਮੈਂ ਕਿਹਾ ਡਿਬੇਟ ਕਰਨ ਗਏ ਸਨ ਉੱਥੇ ਆਪਣੇ ਬੰਦੇ ਈਸਾਈ ਕਰਵਾ ਕੇ ਆ ਗਏ ਸਨ। ਯਾਰ ਅੱਜ ਮੈਂ ਬੜਾ ਖੁਸ਼ ਹੈਗਾ, ਮੈਂ ਅੱਜ ਮੈਂ ਬਹੁਤ ਖੁਸ਼ ਹਾਂ ਅਮਰ ਭਾਈ। ਮਾਸ਼ਾਅੱਲਾ ਗੱਲਾਂ ਚ ਤੁਹਾਨੂੰ ਯਾਦ ਹੋ ਗਈਆਂ ਨੇ। ਉਹ ਮਿਰਜ਼ਾ ਸਾਹਿਬ ਦਾ ਆਪਣਾ ਸਾਲਾ ਸਹੀ ਹੋ ਗਿਆ। ਮਿਰਜ਼ਾ ਸਾਹਿਬ ਨੇ ਯੂਸਫ ਪਠਾਨ ਨੂੰ ਸ਼ਰਤਾਂ ਤੈਅ ਕਰਨ ਵਾਸਤੇ ਘੱਲਿਆ ਸੀ, ਉਹ ਸਹੀ ਹੋ ਗਿਆ। ਮਿਰਜ਼ਾ ਸਾਹਿਬ ਦਾ ਉਹ ਜਿਹੜਾ ਜੰਡਿਆਲੇ ਦੇ ਮੁਸਲਮਾਨ ਸਨ ਉਹਨਾਂ 'ਚ ਉਹ ਮੁਨਸ਼ੀ ਇਸਮਾਈਲ ਹੋਰੀ ਸਾਰੇ ਸਹੀ ਹੋ ਗਏ। ਇਹ ਮਿਰਜ਼ਾ ਸਾਹਿਬ ਮਨਾਜ਼ਰਾ ਕਰਕੇ ਆਏ। ਆਪਣਾ ਸਾਲਾ ਜਿਹਦਾ ਸਹੀ ਹੋ ਜਾਏ ਮਨਾਜ਼ਰ ਦਾ ਤੇ ਜਿਹਨੂੰ ਅਸੀਂ ਸ਼ਰਤਾਂ ਤੈਅ ਕਰਨ, ਮੈਂ ਤੁਹਾਨੂੰ ਟੋਰਾ ਰਾਣਾ ਸਾਹਿਬ ਜਾਓ ਮਰਜ਼ਈਆਂ ਨਾਲ ਸ਼ਰਤਾਂ ਤੈਅ ਕਰ ਆਓ, ਭੌਂਕੇ ਤੁਸੀਂ ਮਰਜ਼ਾਈ ਹੋ ਜਾਓ ਤੇ ਮੈਂ ਮਨਾਜ਼ਰਾ ਜਿੱਤ ਕੇ ਆਇਆ ਕਿ ਹਾਰ ਕੇ ਆਇਆ? ਘੱਟਾ ਜਿੱਤਿਆ ਤੁਸੀਂ। ਹਾਂ ਇਹ ਹਿਸਾਬ ਮਿਰਜ਼ਾ ਸਾਹਿਬ ਦਾ। ਯੂਸਫ ਪਠਾਨ ਨੂੰ ਮਿਰਜ਼ਾ ਸਾਹਿਬ ਘੱਲਿਆ ਸੀ ਮਨਾਜ਼ਰੇ ਦੀਆਂ ਸ਼ਰਤਾਂ ਤੈਅ ਕਰਨ ਲਈ। ਉੱਥੇ ਲਿਖਿਆ, ਆਖੋ ਤੇ ਹੁਣ ਮੈਂ ਖੋਲ ਕੇ ਵਹਾ ਦੇਣਾ,
ਔਰ ਸਰ ਮੈਂ ਕਹਿੰਦਾ, ਮੈਂ ਕਿਹਾ ਮੈਂ ਜਿਹੜੀ ਤੈਨੂੰ ਗੱਲ ਕਵਾਂਗਾ ਉਹਦਾ ਜਵਾਬ ਤੈਨੂੰ, ਮੈਂ ਕਿਹਾ ਮੈਂ ਉਹਦਾ ਹਵਾਲਾ ਦਿਆਂਗਾ ਤੇਰੀਆਂ ਕਿਤਾਬਾਂ ਚੋਂ। ਅੱਲਾ ਦੀ ਕਸਮ ਇਸ ਤਰ੍ਹਾਂ ਨੱਸਿਆ ਜਿਵੇਂ ਕੁੱਤੀ ਬੀਨ ਛੁਡਾ ਕੇ ਨੱਸਦੀ ਹੈ, ਯਕੀਨ ਕਰੋ ਯਾਰ। ਮੇਰੇ ਵਰਗੇ ਜਾਹਲ ਬੰਦੇ ਨਾਲ ਗੱਲ ਨਹੀਂ ਕੀਤੀ ਉਹਨੇ, ਜਿਹਨੂੰ ਪਤਾ ਹੀ ਕੱਖ ਨਹੀਂ। ਇਹਨਾਂ ਦੇ ਕੋਲ ਕੋਈ ਗੱਲ ਨਹੀਂ ਹੈ, ਸਿਰਫ ਸਾਡਿਆਂ ਬੰਦਿਆਂ ਨੂੰ ਨੌਲੇਜ ਨਹੀਂ ਸੀ। ਇਹ ਵੀ ਨੌਲੇਜ ਨਹੀਂ ਹੈ ਬਹੁਤ ਜ਼ਿਆਦਾ ਸਾਡੇ ਲੋਕਾਂ ਨੂੰ। ਜਿਸ ਤਰ੍ਹਾਂ ਮੈਂ ਅੱਗੇ ਤੁਹਾਡੇ ਆਉਣ ਤੋਂ ਪਹਿਲੇ ਗੱਲ ਪੈ ਕਰਦਾ ਸੀ ਵੀ 74 ਤੋਂ ਬਾਅਦ ਮੁਸਲਮਾਨਾਂ ਨੇ ਆਪਸ 'ਚ ਲੜਨਾ ਸ਼ੁਰੂ ਕਰਤਾ, ਨੂਰ ਬਸ਼ਰ ਤੋਂ ਤੇ ਮਰਜ਼ਾਈਅਤ ਦਾ। ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਉਦੋਂ ਖਤਮੇ ਨਬੂਵਤ ਦੀਆਂ ਕਾਨਫਰੰਸਾਂ ਹੁੰਦੀਆਂ, ਬਾਅਦ 'ਚ ਮਰਜ਼ਾਈਆਂ ਦਾ ਕਿਤੇ ਟਾਪਿਕ ਹੀ ਨਹੀਂ ਛੜਿਆ, ਨਾ ਉਲਮਾ ਬਿਆਨ ਕਰਦੇ ਨੇ, ਨਾ ਇਹਨਾਂ ਦੀਆਂ ਕਿਤਾਬਾਂ ਬਾਹਰ ਅਵੇਲੇਬਲ ਨੇ, ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਬਸ ਜੀ ਉਹ ਕਹਿ ਰਿਹਾ ਜੀ ਦੱਸੋ ਜੀ ਉਹਨਾਂ ਨੇ ਕਦੋਂ ਆਣਾ। ਮੈਂ ਕਿਹਾ ਤੇਰਾ ਤਲਕ ਕੀ ਹੈ? ਮੈਂ ਕਿਹਾ ਗੱਲ ਤੂੰ ਮਿਰਜ਼ਾ ਸਾਹਿਬ ਦੀ ਕਰ, ਤੂੰ ਨਾਲ ਹੀ ਇਮਾਮ ਮਹਿੰਦੀ ਦੀ ਗੱਲ ਹੈ ਗਿਆ। ਮੈਂ ਕਿਹਾ ਇਮਾਮ ਮਹਿੰਦੀ ਜਿਹੜੇ ਸਨ ਉਹਨਾਂ ਨੇ ਤੇ ਫਾਤਮੀ ਹੋਣਾ ਸੀ, ਹਜ਼ਰਤ ਫਾਤਮਾ ਦੇ ਖਾਨਦਾਨ ਚੋਂ, ਤੇ ਮੈਂ ਕਿਹਾ ਮਿਰਜ਼ਾ ਸਾਹਿਬ ਕਿੱਥੋਂ ਨੇ, ਦੱਸ ਜ਼ਰਾ ਮੈਨੂੰ। ਠੋਸ ਉੱਥੇ नहीं ये अपना अमर भाई मैं कल परसों सुन रहा सी कल चौहान साहब के मुँह कि जिहड़े साहब ने उन्होंने कहा कि मैं क्रैश खानदान चों, कुरैश खानदान से ना, कुरैश खानदान तेरे भले अल्लाह दी कसम उन्होंने बुला लो, मैं को पुछ कल दी गल है, बल्कि कल दी गल पक्की कि मैं कुरैश खानदान दे विचों वां ते मैं खैर उत्थे मैनूं टाइम नहीं मिलिया। मैं कहा चलो तारिक चौहान साहब अगर तुहाडा ये गल भी फर्ज मुहाल मन लीए ते मिर्जा साहब ते कहंदे कि मैं वो मां महदी नहीं जिहड़ा इतर ते फातिमा च होएगा, वो गल किधर तो गल फिर गई। लोग जिहड़ा कहंदे खानदान जिहड़ा उन्हां दा अपनी वालदा तो चलिया, तो कुछ इस तरह का क्लेम मिर्जा साहब दा भी किते ना किते डंडी मारी। इन्हें कुछ भी नहीं, मिर्जा साहब ने कदे उधर दी कदे उधर दी। ये थले शहजाद खुरम साहब की लिखन है, अमन नज़ीर मक्खी नाक में चली गई है, बताइए नाक के ऊपर बैठों के की लिखे है, पता नहीं की इन्होंने पता नहीं की हो गया मरजाइया विचारिया ना बावले जे हो गए ने। उत्थे कि अब्दुल्ला ने तत्ते तवे ते चाड़े सन यूसुफ भाई, अब्दुल्ला ने आख्या भी वो नासर भट्ट तेरी तो टोन ही हो नहीं रही नासर भट्ट अब्दुल्ला आस्थान लग्या सी। अब्दुल्ला पे कहंदा सी, नासर भट्ट पे कहंदा सी देखो गल ये असीं हुण सिर्फ यह पता करना है कि साकी जिहड़ा है वो गया किहड़े फिरके च, वो भाबी होया, वो देवबंदी होया, वो शिया होया, वो सुन्नी है। अब्दुल्ला आदा जो कुछ भी हो गया ना ਤੁਹਾਨੂੰ ਇੱਕੀਆਂ ਤੋਪਾਂ ਦੀ ਸਲਾਮੀ ਦੇ ਗਿਆ, ਤੁਸੀਂ ਫਾਰਗ ਹੋ ਜੋ ਜਿੱਧਰ ਮਰਜ਼ੀ ਜਾ। ਕੱਲ ਦੀ ਜਿੰਨੀਆਂ ਵੀ ਇਹਨਾਂ ਦੀ ਬਰਾਡਾਂ ਸੀ ਨਾ, ਉਹ ਮੀਰਾਂ ਲੱਗੀ ਸੀ ਉੱਥੇ ਨਾ ਠੁਮਕੇ ਲਾਣ, ਤੇ ਮੈਂ ਥੱਲੇ ਜੁਮਲਾ ਲਿਖਿਆ, मैं क्या मुबारक हो साकी भाई ने जमात पर लानत भेजकर इस्लाम कबूल कर लिया है। 1 मिनट तो पहले उतों बुला मुड़ के तलत बनलक दी बराड़ ते गया, उत्थे आपस लड़न लगे कुत्ती होए सी। मैं थले जुमला फिर ले दिता, मैं क्या जी मुबारक हो साकी भाई ने जमात पर लानत भेज, मैं लानत का लफ्ज लिखा, लानत भेज कर इस्लाम कबूल कर लिया। उतों जिहदे किदा ध्यान पिया उतों मैनूं ब्लॉक कीता। जिन्नियां भी बराडां दियां चल रही सी मैं जाके ते मुबारकबादां पेश कीतियां, इन्हां ने कहा इहनूं ते पहले ब्लॉक करो ना। किसी ने उत्थे मूँह नहीं पट के गया कि नहीं इंज नहीं यार किहड़े पासे गया या की होया की नहीं, किसी ने नहीं गल कीती। जिस दिन साकी ने इत्थे गालां कड्डियां सी आके ना, वालेकुम अस्सलाम, गालां गूलां कड्डियां सी, उदों उन्होंने हज़ारां फुੱਲ निछावर कीते सी ते मार फुੱਲ जिहड़ा ना वो लद दित्ता सी कि जी इन्ने मावां भैणां दियां गालां कड्डियां ने ते मिर्जा साहब की बड़ी वड्डी फतह आई। अज उन्हें लानत भेज दी ते सारे छक तरह बह गए ने। साडा है ही नहीं। मैं कल दा साकी भाई का इंतजार कर रहा है मुबारकबाद देने लई, ते कल दे मैनूं साकी भाई नहीं मिले ते मैं हुण मिर्गा सुनदे पे ने, ते मैं उन्हां नूं जनाब दिल दीआं था गराइयां तो तमाम मुसलमानां नालों बहुत मुबारकबाद पेश करना है। अल्लाह पाक उन्होंने सही तंदुरुस्ती सलामत रखे और इस्लाम च उन्हों का आना सारे बरकत लिया।
ਤੇ ਮਾਸ਼ਾਅੱਲਾ ਕੱਲ ਦੇ ਅਸੀਂ ਬੱਕਰੇ ਸ਼ਕਰੇ ਮਾਸ਼ਾਅੱਲਾ ਫਾੜ ਰਹੇ ਆ ਯੂਸਫੀ ਭਾਈ, ਤੇ ਕੱਲ ਦਾ ਜਿਹੜਾ ਆਲੂ ਸ਼ੋਰਾ ਮਰਜ਼ਈਆਂ ਨੂੰ ਮਿਲ ਰਿਹਾ ਸੀ ਉਹ ਵੀ ਬੰਦ ਹੋ ਗਿਆ। ਮੀਆਂ ਦੀ ਬਰਾੜ ਤੇ ਮੈਂ ਗਿਆ, ਮੀਆਂ ਸਾਹਿਬ ਵੀ ਰੋਂਦੇ ਹਨ ਪਏ, ਠੀਕ ਹੈ। ਤੇ ਉੱਥੇ ਇੱਕ ਦੋ ਬੰਦੇ ਬੈਠੇ, ਉਹਨਾਂ ਕਿਹਾ ਉਹ ਤੇ ਮੁਸਲਮਾਨ, ਉਹ ਤੇ ਪਹਿਲੇ ਮੁਸਲਮਾਨ ਸੀ ਤੇ ਉਹਨੇ ਧੋਖਾ ਦਿੱਤਾ। ਤੇ ਮੀਆਂ ਨੇ ਆਇਆ ਨਹੀਂ ਨਹੀਂ ਚੁੱਪ ਕਰ, ਉਹ ਪਹਿਲੇ ਮੁਸਲਮਾਨ ਹੀ ਹੈਗਾ, ਉਹ ਮਰਜ਼ਈ ਸੀ। ਨਹੀਂ ਇੱਕ ਮੇਰੇ ਭਾਈ ਇੱਥੇ ਕਿ ਜਦੋਂ ਕਿਸੇ ਨੂੰ ਦਾਵਤ ਦਿੱਤੀ ਜਾਂਦੀ ਹੈ ਨਾ, ਮੁੜ ਕੇ ਉਹ ਬੜਾ ਟਕਾ ਕੇ ਅਗਲਾ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਹੈ ਕਿ ਜੀ ਮੈਂ ਇੱਥੋਂ ਨਿਕਲ ਕੇ ਤੇ ਜਾਣਾ ਕਿਹੜੇ ਫਿਰਕੇ 'ਚ। ਤੇ ਅੱਜ ਇਹ ਜ਼ਿੰਦਾ ਮਿਸਾਲ ਪਈ ਹੈ, ਸਾਕੀ ਨੂੰ ਪੁੱਛੋ ਆ ਕਿਹੜੇ ਫਿਰਕੇ 'ਚ ਗਿਆ, ਕੌਣ ਕਹਿੰਦਾ ਕਿਸੇ ਫਿਰਕੇ ਦੇ ਵਿੱਚ ਜਾਣਾ ਹੈ ਜਾਂ ਫਿਰਕੇ ਨੂੰ ਅਪਣਾਉਣਾ ਹੈ। ਪੁੱਛੋ, ਸਾਕੀ ਜ਼ਿੰਦਾ ਹੈ ਨਾ ਮਾਸ਼ਾਅੱਲਾ, ਅੱਲਾਹ ਪਾਕ ਸਲਾਮਤ ਰੱਖੇ ਇਹਨੂੰ। ਤੇ ਉਹ ਪੁੱਛੋ ਨਾ, ਕੱਲ ਉਹ ਜ਼ੋਰ ਲਾ ਲਿੱਤਾ ਉਹਨੇ ਕਿ ਜੀ ਯਾਰ ਤੁਸੀਂ ਮੈਨੂੰ ਇਹ ਦੱਸੋ ਕਿਹੜੇ ਫਿਰਕੇ 'ਚ ਗਏ ਹੋ। ਬਿਲਾ ਵਜ੍ਹਾ ਐਵੇਂ ਉਹ ਘੜ ਲੈਣੀਆਂ ਜਿਹੜੀਆਂ ਕਿ ਜਮਾਤ ਨੇ ਇਹਨਾਂ ਨੂੰ ਸਿਖਾ ਦਿੱਤੀਆਂ ਨੇ ਕਿ ਜੀ ਇਸ ਫਿਰਕੇ 'ਚ ਨਿਕਲੋਗੇ ਤੇ ਕਿਹੜੇ ਫਿਰਕੇ 'ਚ ਜਾਵੋਗੇ। ਬਈ ਫਿਰਕਾ ਹੈ ਹੀ ਨਹੀਂ, ਇਸਲਾਮ ਨੇ ਮਨਾ ਫਰਮਾਇਆ ਫਿਰਕੇ ਬਣਾ, ਤਾਂ ਫਿਰਕੇ 'ਚੋਂ ਤਾਂ ਕੱਢਨੇ ਪਏ ਆ, ਫਿਰਕੇ ਦੇ ਵਿੱਚ ਜਾ ਕੇ ਤੇ ਇਸਲਾਮ ਦੇ ਵਿੱਚੋਂ ਨਿਕਲ ਗਏ। ਯੂਸਫ ਭਾਈ ਇੱਕ ਛੋਟੀ ਜਿਹੀ ਗੱਲ ਕਰਾਂਗਾ, ਮੈਂ ਯਕੀਨ ਕਰੋ ਥੋੜਾ ਜਿਹਾ ਨਾ ਮਾਯੂਸ ਜਿਹਾ ਹੋ ਗਿਆ। ਮੈਂ ਯਾਰ ਇੱਥੇ ਐਵੇਂ ਬਹਿ ਕੇ ਵਕਤ ਜ਼ਾਇਆ ਕਰਦੇ ਰਹੇ ਨੇ, ਕੋਈ ਰਿਜ਼ਲਟ ਜਿਹੜਾ ਨਹੀਂ ਆਉਂਦਾ ਹੈਗਾ ਇਹਦਾ ਟਿਕਟੋਕ ਦਾ। ਉਲਟਾ ਲੋਕ ਜਿਹੜੇ ਸਾਨੂੰ ਗਾਲੀਬਾਜ਼ ਦੀਆਂ ਜੇ ਬੋਲ ਇਲਕਾਬਾਦ ਨਵਾਜ਼ ਰਹਿੰਦੇ ਨੇ, ਠੀਕ ਹੈ। ਤੇ ਕੱਲ ਦਾ ਯਕੀਨ ਕਰੋ ਮੈਂ ਦਿਲੀ ਇੰਨਾ ਖੁਸ਼ ਹੋਇਆ, ਮੇਰੇ ਲਈ, ਆਮਰ ਭਾਈ ਲਈ, ਤੁਹਾਡੇ ਲਈ, ਜਿਹਨੇ ਲੋਕਾਂ ਨੇ ਉਹਨਾਂ ਤੇ ਮਿਹਨਤ ਕੀਤੀ। ਮੈਂ ਯਾਰ ਕਿਆ ਬਾਤ ਹੈ ਮਾਸ਼ਾਅੱਲਾ। ਔਰ 13 ਅਫਰਾਦ ਮੁਸਲਮਾਨ ਹੋ ਗਏ ਨੇ, ਠੀਕ ਹੈ। ਹੋਰ ਵੀ ਕਈ ਹੋ ਚੁੱਕੇ ਹੋਣਗੇ ਜਿਹੜੇ ਗਰੀਬ ਜ਼ਾਹਿਰ ਨਹੀਂ ਹੋਣਾ ਚਾਹੁੰਦੇ, ਕਿਉਂਕਿ ਜਮਾਤ ਜਿਹੜੀ ਹੈ ਬਹੁਤ ਗੰਦਾ ਨਿਜ਼ਾਮ ਹੈ ਉਹਨਾਂ ਦਾ। ਉਹਨਾਂ ਲੋਕਾਂ ਦੇ ਉੱਤੇ ਸੋਸ਼ਲ ਬਾਈਕਾਟ ਕਰ ਦਿੰਦੀ ਉਹਨਾਂ ਦੇ ਰਿਸ਼ਤੇ ਜਿਹੜੇ ਨੇ ਉਹਨਾਂ ਦੇ ਉਹ ਮਫਲੂਜ ਹੋ ਜਾਂਦੇ ਨੇ। ਮੇ ਵੀ ਇਹ ਸਾਕੀ ਭਾਈ ਨੂੰ ਵੀ ਇਹ ਮੁਸੀਬਤਾਂ ਸਹਿਣੀਆਂ ਪਈਆਂ ਹੋਣ, ਲੇਕਿਨ ਅੱਲਾਹ ਪਾਕ ਉਹਨਾਂ ਦੀ ਮਦਦ ਕਰੇ। ਟਿਕਟੋਕ ਤੇ ਅਸੀਂ ਆਏ ਨਾ 2 ਤੋਂ 3 ਮਹੀਨੇ ਦੇ ਅੰਦਰ ਮੈਨੂੰ ਫੋਨ ਕੀਤਾ ਇੱਕ ਖਾਤੂਨ ਨੇ, ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀਆਂ ਗੱਲਾਂ ਸੁਣੀਆਂ, ਮੈਂ ਕੋਈ ਗੱਲਾਂ ਪੁੱਛਣੀਆਂ। ਮੈਂ ਪੁੱਛੋ। ਕੋਈ ਉਹਨਾਂ ਸਵਾਲ ਕੀਤੇ, ਉਹਦੇ ਬਾਅਦ ਮੇਰਾ ਖਿਆਲ ਮਹੀਨਾ ਨਹੀਂ ਗੁਜ਼ਰਿਆ ਤੇ ਉਹਨਾਂ ਕਿਹਾ ਮੈਂ ਲਾਹਨਤ ਪਾਣੀ ਮਿਰਜ਼ਾ ਸਾਹਿਬ, ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਆਇਆ ਗੰਦ ਮੰਦ। ਪਰ ਅਸੀਂ ਮਜਬੂਰ ਹਾਂ, ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ, ਆਈਏ ਤਾਂ ਹੀ ਉਹਨਾਂ ਦੇ ਦਰਮਿਆਨ ਉਹ ਸਿਲਸਿਲਾ ਘਰਾਂ ਦੇ ਅੰਦਰ ਚੱਲ ਰਿਹਾ, ਲੇਕਿਨ ਉਹਨਾਂ ਦੀ ਪ੍ਰਾਈਵੇਸੀ ਅਸੀਂ ਸ਼ੋਅ ਨਹੀਂ ਕਰ ਸਕਦੇ। ਅੱਲਾਹ ਤਾਲਾ ਉਹਨਾਂ ਨੂੰ ਤੌਫੀਕ ਦੇਵੇ, ਉਹਨਾਂ ਦੀ ਪੂਰੀ ਫੈਮਿਲੀ ਨੂੰ ਵੀ ਸਲਾਮ ਕਬੂਲ ਕਰ ਲੈਣ। ਬਹੁਤ ਸਾਰੇ ਲੋਕ ਨੇ, ਲੋਕ ਮਜਬੂਰ ਨੇ। ਸਾਕੀ ਭਾਈ ਦੀ ਜੀ ਬਹਾਦਰੀ ਇਹ ਵੇ ਕਿ ਇਹਨਾਂ ਨੇ ਆਪਣੇ ਦਿਲ 'ਚ ਜੋ ਇਹਨਾਂ ਨੂੰ ਸਮਝ ਆਈ ਹੈ ਨਾ ਗੱਲ, ਇਹਨਾਂ ਨੇ ਜਾ ਕੇ ਪਹਿਲਾਂ ਘਰ ਸ਼ੇਅਰ ਕੀਤੀ ਆਪਣੇ ਮਾਂ-ਬਾਪ ਨਾਲ, ਆਪਣੀ ਬੀਵੀ ਨਾਲ, ਆਪਣੇ ਭੈਣਾਂ ਭਰਾਵਾਂ ਨਾਲ। ਉਹਨਾਂ ਨੂੰ ਜਾ ਕੇ ਉਹਨਾਂ ਨੇ ਦੱਸਿਆ ਬੁੱਝਿਆ ਵੀ ਇਹ ਹਾਲਾਤ ਨੇ ਤੇ ਇਹਨੂੰ ਅਸੀਂ ਫਾਲੋ ਪੇ ਕਰਨੇ ਆ, ਇਹ ਸਾਡੇ 'ਚ ਗਲਤੀ ਹੈ। ਡਿਸਕਸ ਕਰਕੇ ਉਹਦੇ ਬਾਅਦ ਉਹਨਾਂ ਨੇ ਇੱਕ ਫੈਸਲਾ ਕੀਤਾ, ਪੂਰੀ ਫੈਮਿਲੀ ਨੇ। ਰਸਤੇ 'ਚ ਰੁਕਾਵਟ ਕੋਈ ਨਹੀਂ ਹੈ, ਲੇਕਿਨ ਅਗਰ ਇੱਕ ਬੰਦਾ ਇਕੱਲਾ ਇੱਥੇ ਫੈਸਲਾ ਕਰ ਲਵੇ, ਉਹ ਜਾ ਕੇ ਜਣੇ ਨਾਲ ਗੱਲ ਕਰੇ, ਬੀਵੀ ਜਾਂ ਭਰਾ ਨਾਲ ਭਰਾ ਗੱਲ ਕਰੇ। ਅਸੀਂ ਵਟਸਐਪ 'ਤੇ ਹੁੰਦੇ ਸਾਂ ਤੇ ਉੱਥੇ ਨਾਦਰਾ ਫਰਸ਼ਦ ਬੰਦਾ ਲੱਗਾ ਸੀ ਇਸਲਾਮਾਬਾਦ, ਤੇ ਉਹਨੇ ਮੈਨੂੰ ਦੱਸਿਆ ਗੱਲਾਂ ਤੁਹਾਡੀਆਂ ਵਟਸਐਪ ਗਰੁੱਪਾਂ ਦੀਆਂ ਅਸੀਂ ਆਪਸ ਅਗਾਂ ਸ਼ੇਅਰ ਕਰਨੇ ਆ ਤੇ ਇਸਲਾਮ ਕਬੂਲ ਕਰਨ ਦੇ ਨੇੜੇ ਆ। ਖੈਰ ਅੱਲਾਹ ਤਾਲਾ ਨੂੰ ਤੌਫੀਕ ਦਿੱਤੀ, ਉਹਨਾਂ ਕਰ ਲਿਆ। ਕਹਿੰਦਾ ਮੇਰਾ ਭਰਾ ਨਹੀਂ ਮੰਨਦਾ ਪਿਆ, 2 ਹੀ ਭਰਾ ਆ ਤੇ ਦੁਆ ਕਰੋ ਮੇਰਾ ਭਰਾ ਮੰਨ ਜੇ। ਤਕਰੀਬਨ ਉਹਦੇ ਭਰਾ ਦਾ ਮੈਨੂੰ ਕੋਈ ਸਾਲ ਡੇਢ ਬਾਅਦ ਰਮਜ਼ਾਨ 'ਚ ਮੈਸੇਜ ਆਇਆ, ਮੇਰੇ ਹਾਲੇ ਕੋਈ 3 ਸਾਲ 4 ਸਾਲ ਪਹਿਲੇ। ਕਹਿੰਦਾ ਜੀ ਮੇਰਾ ਭਾਈ ਮੰਨ ਗਿਆ ਜਿਹੜਾ ਇੰਨੇ ਅਰਸੇ ਦਾ ਨਹੀਂ ਸੀ ਮੰਨਦਾ ਪਿਆ। ਇਸ ਤਰ੍ਹਾਂ ਲੋਕਾਂ ਦੇ ਮਸਾਇਲ ਹੁੰਦੇ ਨੇ ਕਿ ਭਰਾ ਨਹੀਂ ਕਾਇਲ ਹੁੰਦਾ, ਕਿਸੇ ਦੀ ਮਾਂ ਨਹੀਂ ਕਾਇਲ ਹੁੰਦੀ, ਕਿਸੇ ਦਾ ਬੀਵੀ ਨਹੀਂ ਕਾਇਲ ਹੁੰਦੀ। ਲੇਕਿਨ ਅੱਲਾ ਨੇ ਮਿਹਰਬਾਨੀ ਕੀਤੀ ਹੈ, ਜਿਹੜਾ ਇਹਨਾਂ ਨੂੰ ਸਾਰੀ ਫੈਮਿਲੀ ਨੂੰ ਹੀ ਅੱਲਾਹ ਤਾਲਾ ਤੌਫੀਕ ਦਿੱਤੀ ਹੈ ਤੇ ਉਹ ਸਿੱਧੇ ਇਸਲਾਮ 'ਚ ਆ ਗਏ ਨੇ ਤੇ ਰੌਣਕਾਂ ਲੱਗ ਗਈਆਂ ਨੇ, 12 ਹੋ ਗਈਆਂ ਨੇ। ਬਾਕੀ ਤੁਹਾਡੀ ਰਾਣਾ ਸਾਹਿਬ, ਤੁਹਾਡੀ ਗੱਲ ਦਾ ਜਵਾਬ ਹੈ ਵੇ ਕਿ ਜਜ਼ਬਾਤੀ ਨਹੀਂ ਹੋਈਦਾ। ਇਹ ਨਹੀਂ ਆਖੀਦਾ ਵੀ ਸ਼ਾਮ ਤੋਂ ਪਹਿਲੇ ਰਿਜ਼ਲਟ ਆਉਣਾ ਚਾਹੀਦਾ। ਰਿਜ਼ਲਟ ਅੱਲਾ ਦੇ ਹੱਥ ਵਿੱਚ। ਕੋਈ ਬੰਦਾ ਵੀ ਇੱਥੇ ਇਸਲਾਮ ਨਾ ਕਬੂਲ ਕਰੇ ਤਾਂ ਵੀ ਤੁਹਾਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ, ਤਾਂ ਵੀ ਤੁਹਾਨੂੰ ਇਹ ਗੱਲ ਕਰਦਿਆਂ ਰਹਿਣੀ ਚਾਹੀਦੀ ਹੈ, ਕਿਉਂਕਿ ਤੁਸੀਂ ਕੋਈ ਬੰਦਿਆਂ ਕੋਲੋਂ ਕ੍ਰੈਡਿਟ ਲੈਣ ਵਾਸਤੇ ਜਾਂ ਉਹਨਾਂ ਕੋਲੋਂ ਕੋਈ ਪੈਸੇ ਲੈਣ ਵਾਸਤੇ ਥੋੜ੍ਹੀ ਗੱਲ ਪੇ ਕਰਦੇ ਹੋ। ਤੁਸੀਂ ਇੱਕ ਸਹੀ ਅਕੀਦੇ ਦੀ ਤਬਲੀਗ ਪੇ ਕਰਦੇ ਹੋ ਔਰ ਉਹਦੀ ਤੁਸੀਂ ਕਰਦਿਆਂ ਹੀ ਰਹਿਣੀ ਹੈ। ਬਣਾ ਲਓ। ਦੇਖੋ ਕਿੰਨਾ ਫਾਇਦਾ ਹੋ ਰਿਹਾ।
ਇਹ ਰਾਣਾ ਸਾਹਿਬ ਨੂੰ ਇਹ ਗੱਲਾਂ ਆਉਂਦੀਆਂ। ਕਹਿੰਦਾ ਅਲੀ ਨੂੰ ਇੰਨਾ ਅਲੀ ਕਮਜ਼ੋਰ ਸੀ, ਕਮਜ਼ੋਰ ਨਹੀਂ ਸੀ ਬਲਕਿ ਨੈਗੇਟਿਵ ਸੀ। ਮੇਰਾ ਕੀ ਯਾਰ ਤੇ ਉਹ ਪੜ੍ਹਿਆ ਲਿਖਿਆ ਨਹੀਂ, ਤੇ ਮੈਂ ਉਹਨੂੰ ਆਖਿਆ ਇਹ ਫਲਾਣਾ ਬੰਦਾ ਜਿਹੜਾ ਇਹਦੀ ਕਾਰਕਿਰਦੀ ਗੇ ਸਿਫਰ, ਕਹਿੰਦਾ ਸਿਫਰ ਨਹੀਂ ਮੰਨਫੀ ਸਿਫਰ। ਇਹ ਜਿਹੜਾ ਅਲੀ ਹੈ ਨਾ ਇਹ ਮੰਨਫੀ ਸਿਫਰ ਹੁੰਦਾ ਸੀ। ਪਹਿਲੇ ਦਿਨ ਮੈਂ ਟਿਕਟਾਕ ਤੇ ਅਲੀ ਨੂੰ ਵੇਖਿਆ ਤੇ ਇਹ ਅਲੀ ਜਿਹੜਾ ਨਾ ਮਰਜ਼ਾਈਆਂ ਦੀ ਬਰਾੜ ਤੇ ਬੈਠਾ, ਉਹ ਭੱਟੀ ਦੀ ਬਰਾੜ ਤੇ ਮੁਸਲਮਾਨਾਂ ਦੇ ਬਾਰੇ ਆਖਿਆ ਮੁਸਲਮਾਨ ਭੈੜੇ ਨੇ ਤੇ ਅਹਿਮਦੀ ਬੜੇ ਚੰਗੇ ਨੇ। ਮੈਂ ਕਿਹਾ ਓਏ ਤੂੰ ਤੇ ਮੈਨੂੰ ਲੱਗਣਾ ਹੀ ਮਰਜ਼ਾਈਆਂ, ਤੂੰ ਤੇ ਮੁਸਲਮਾਨ ਹੈ ਹੀ ਨਹੀਂ, ਤੂੰ ਐਵੇਂ ਡਰਾਮਾ ਸ਼ੁਰੂ ਕੀਤਾ ਚੁੱਕੇ ਤੇ ਆਖੇ ਭਾਈ ਅਮਰ ਅੱਲਾ ਦੀ ਕਸਮ ਮੈਂ ਮੁਸਲਮਾਨ ਆ, ਮੈਂ ਗੁਜਰਾਤ, ਮੇਰੇ ਘਰ ਨੇ ਫੁਹਾਰੇ ਚੌਕ ਦੇ ਕੋਲ ਫਲਾਣੀ ਜਗ੍ਹਾ। ਮੈਂ ਕਿਹਾ ਤੂੰ ਡਰਾਮੇਬਾਜ਼ ਹੈ, ਤੂੰ ਝੂਠ ਬੋਲਣਾ ਹੈ। ਮੁਸਲਮਾਨ ਹੋ ਕੇ ਇਹ ਗੱਲਾਂ ਜਿਹੜੀਆਂ ਤੂੰ ਮਰਜ਼ਾਈਆਂ ਦੀ ਮਹਿਤ ਪਿਆ ਕਰਨਾ ਤੇ ਮੁਸਲਮਾਨ ਦੀ ਮੁਖਾਲਫਤ ਪਿਆ ਕਰਨਾ, ਇਹ ਹੋ ਹੀ ਨਹੀਂ ਸਕਦਾ। ਮੇਰਾ ਤੇ ਨੇ ਮੀਟਰ ਘੁਮਾ ਦਿੱਤਾ, ਪਰ ਮੈਂ ਕਿਹਾ ਹੈ ਹੀ 2 ਨੰਬਰ ਹੈ। ਪਰ ਇਹ ਨਾ ਮੰਨਿਆ। ਚਲੋ ਪਹਿਲੇ ਦਿਨ ਤੇ ਮੈਂ ਇਗਨੋਰ ਕਰਤਾ, ਮੈਂ ਕਿਹਾ ਐਵੇਂ ਡਰਾਮੇਬਾਜ਼ੀ ਜਿਸ ਤਰ੍ਹਾਂ ਅਗਲੇ ਦਿਨ ਲੱਗਾ ਸੀ ਕਰਨ। ਉਹ ਜੀ ਕੁਝ ਦਿਨ ਗੁਜ਼ਰੇ ਨਾ, ਹਫ਼ਤਾ 10 ਦਿਨ ਗੁਜ਼ਰੇ, ਅਲੀ ਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਪਿਆ। ਉਹ ਗੱਲਾਂ ਸਾਡੀਆਂ ਵੀ ਸੁਣੇ ਤੇ ਦੂਜੇ ਪਾਸੇ ਦੀਆਂ ਵੀ ਸੁਣੇ। ਮਹੀਨਾ 2 ਮਹੀਨੇ ਲੰਘੇ ਤੇ ਅਲੀ ਜਨਾਬ ਚੁੱਪ ਕਰਕੇ ਆਪਣੀ ਬਰਾੜ ਆਨ ਕਰਕੇ ਉਹਨੇ ਕਿਹਾ ਭਾਈ ਅਮਰ ਤੁਸੀਂ ਸੱਚੇ ਮਰਜ਼ਾਈ ਚ ਝੂਠ ਬੋਲਦੇ ਨੇ। ਇਹ ਮਲਕ ਕੈਸਰ ਸਾਹਿਬ, ਅੱਲਾ ਉਹਨਾਂ ਦੀ ਵਾਲਦਾ ਦੀ ਮਗਫਰਤ ਕਰੇ, ਬਜ਼ੁਰਗ ਉਹਨਾਂ ਦਾ ਫੌਤ ਹੋਏ, ਉਹਨਾਂ ਨੇ ਬੈਤ ਫਾਰਮ ਤਿਆਰ ਕੀਤਾ। ਉਹਨਾਂ ਨੂੰ ਪਤਾ ਹੀ ਨਹੀਂ ਮਰਜ਼ਾਈਅਤ ਕੀ ਸ਼ੈ। ਉਹਨਾਂ ਕਿਹਾ ਅਹਿਮਦੀ ਕੋ ਮੁਸਲਮਾਨਾਂ ਦਾ ਫਿਰਕਾ ਹੈ। ਉਹ ਮਰਜ਼ਾਈ ਉਹਨੂੰ ਤਿਆਰ ਬੈਠੇ ਸਨ 2 ਬੰਦੇ, ਇੱਕ ਇਹ ਵੀ ਤੇ ਇਹਨਾਂ ਦਾ ਦੋਸਤ। ਅਸੀਂ ਟਿਕਟਾਕ ਤੇ ਆਏ ਹਾਂ ਤਾਂ ਕਹਿੰਦੇ ਨੇ ਇਸਮੋ ਅਹਿਮਦ ਦੀ ਗੱਲ ਜਿਹੜੀ ਤੁਹਾਡੇ ਕੋਲ ਸੁਣੀ ਹੈ ਦੁਬਾਰਾ ਸੁਣਾਓ। ਹਾਂ ਮੈਂ ਕਿਹਾ ਫਿਰ ਤੁਹਾਨੂੰ ਸੁਣਾ ਦਿੰਦੇ ਹਾਂ। ਦੁਬਾਰਾ ਗੱਲ ਸੁਣਾਈ ਵੀ ਕੁਰਾਨ ਦੇ ਵਿੱਚ ਜਿਹੜੀ ਸੂਰਤ ਆਉਂਦੀ ਹੈ ਸਫ ਉਹਦੇ ਵਿੱਚ ਆਏ ਤੇ ਮੁਬਸ਼ਰਮ ਬੇ ਰਸੂਲ ਮਿਨ ਬਾਦ ਇਸਮਹੁ ਅਹਿਮਦ। ਈਸਾ ਅਲੈਹਿ ਸਲਾਮ ਨੇ ਆਖਿਆ ਵੀ ਬਨੀ ਇਸਰਾਈਲ ਮੈਂ ਤੁਹਾਡੇ ਵੱਲ ਅੱਲਾ ਦਾ ਰਸੂਲ ਬਣਾ ਕੇ ਭੇਜਿਆ ਗਿਆ ਔਰ ਉਸ ਕਿਤਾਬ ਦੀ ਤਸਦੀਕ ਕਰਨਾ ਜਿਹੜੀ ਮੇਰੇ ਤੋਂ ਪਹਿਲੇ ਆਈ ਹੈ ਔਰ ਉਸ ਰਸੂਲ ਦੀ ਤੁਹਾਨੂੰ ਖੁਸ਼ਖਬਰੀ ਦੇਣਾ ਜਿਹੜੇ ਮੇਰੇ ਬਾਅਦ ਆਉਣ ਵਾਲੇ। ਤੇ ਮਿਰਜ਼ਾਈ ਆਂਦੇ ਨੇ ਉਹਦੇ ਤੋਂ ਮੁਰਾਦ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਹੈ। ਮੈਂ ਉਹਨਾਂ ਨੂੰ ਮਲਕ ਕੈਸਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਇਹ ਮੇਰੇ ਵਾਕਿਫ ਨਹੀਂ ਸਨ ਪੂਰੇ ਚੰਗੀ ਤਰ੍ਹਾਂ। ਕਦੇ ਮਰਜ਼ਾਈਆਂ ਦੀ ਉਸ ਬਰਾੜ ਤੇ ਚੜ੍ਹ ਜਾਣ, ਉੱਥੇ ਤੋਂ ਟਲਣ ਦੂਜੀ ਤੇ ਚੜ੍ਹ ਜਾਣ। ਇਹ ਜਿਹੜੀ ਕੁਰਾਨ ਦੀ ਆਇਤ ਇਹ ਕਿਹਦੇ ਵਾਸਤੇ ਆਈ ਹੈ? ਸਵਾਲ ਕਰਨ ਮਰਜ਼ਾਈਆਂ ਜਵਾਬ ਨਾ ਆਵੇ। ਕੋਈ ਲਹਿੰਦੇ ਦੀ ਕਰੇ, ਕੋਈ ਚੜ੍ਹਦੇ ਦੀ ਕਰੇ, ਕੋਈ ਦੱਖਣ ਦੀ ਕਰੇ, ਕੋਈ ਪਰਬਤ ਦੀ ਕਰੇ। ਨਤੀਜਾ ਇਹ ਹੋਇਆ ਕਿ ਮਲਕ ਕੈਸਰ ਸਾਹਿਬ ਜਿਹੜੇ ਨੇ ਉਹ ਇੱਕ ਸਾਹ 'ਚ 1000 ਲਾਹਨਤ ਪਾਉਂਦੇ ਨੇ ਮਰਜ਼ਾਈਅਤ ਤੋਂ। ਮਲਕ ਕੈਸਰ ਸਾਹਿਬ ਇੱਕ ਨਵੇਂ ਜਦੋਂ ਆਏ ਨਾ ਤੇ ਮੈਂ ਵੀ ਉਦੋਂ ਹਾਲੇ ਥੋੜਾ ਜਿਹਾ ਅਰਸਾ ਆਇਆ ਸੀ ਤੇ ਮੈਂ ਇਹਨਾਂ ਨੂੰ ਤੱਕਿਆ ਸਾਨੀ ਸਾਹਿਬ ਦੀ ਬਰਾੜ ਤੇ ਬੈਠੇ ਹੋਣ, ਉੱਥੇ ਇਹ ਮੁਸਲਮਾਨਾਂ ਦੀ ਕਿਤਾਬਾਂ ਤੇ ਮੁਸਲਮਾਨਾਂ ਦੇ ਉਲਮਾ ਦਾ ਨਾਂ ਲੈ ਕੇ ਲਾਨਤ ਭੇਜਣ। ਹੁਣ ਮੈਂ ਸੁਣ ਰਿਹਾ ਵਾਂ, ਮੈਂ ਕਿ ਯਾਰ ਥੋੜੀ ਦੇਰ ਪਹਿਲੇ ਇਸ ਬੰਦੇ ਨੂੰ ਮੈਂ ਸੁਣ ਰਿਹਾ ਸੀ ਕਹਿੰਦਾ ਮੈਂ ਮੁਸਲਮਾਨ ਹਾਂ ਤੇ ਉਹ ਹੈ ਤੇ ਇਹ ਮਤਲਬ ਜਿੰਨੇ ਉਲਮਾ ਨੇ ਨਾ, ਜਿੰਨੇ ਵੀ ਮਕਾਤਬ ਫਿਕਰ ਦੇ ਉਮਰ, ਉਹਨੇ ਇਹ ਜਿਹੜਾ ਕੱਲ ਆਇਆ ਸੀ 122 ਵਾਲਾ, ਇਹ ਉਹਨੂੰ ਕਵੇ ਜੀ ਫਲਾਣੀ ਕਿਤਾਬ ਇਹਨੇ ਓਏ ਮਲਕ ਸਾਹਿਬ ਨਾਲ ਇਹਨਾਂ ਨਾਲ ਲਾਨਤ, ਉਹਦੇ ਤੇ ਲਾਨਤ, ਤੇ ਫਲਾਣਾ ਜਿਹੜਾ ਮੁਸੰਨਫ ਉਹਦੀ ਫਲਾਣੀ ਕਿਤਾਬ ਉਹਦੇ ਤੇ ਵੀ ਲਾਨਤ, ਫਲਾਣਾ ਜਿਹੜਾ ਮੁਸੰਨਫ ਉਹਦੀ ਫਲਾਣੀ ਕਿਤਾਬ ਉਹਦੇ, ਇਹ ਸਾਰੇ ਲਾਨਤਾਂ ਭੇਜੀ ਜਾਂ ਮੇਰੇ ਦਿਲ ਨੂੰ ਛੁਰੀਆਂ। ਮੈਂ ਥੱਲੇ ਕਾਰ ਪਾਵਾਂ ਮੈਨੂੰ ਚੁੱਕਣ ਨਾ ਸੈਣੀ ਸਾਹਿਬ। ਨਵੇਂ ਐਸਾ ਕੋਈ ਵੱਡਾ ਪਤਾ ਵੀ ਨਹੀਂ ਕੌਣ ਕਿੱਥੇ ਕੀ ਹੈ, ਇਹ ਕੱਢੀ ਜਾਂ ਲਾਨਤਾਂ ਭੇਜੀ ਜਾਂ ਜੀ ਮੈਂ ਆਪਣਾ ਕੀਦਾ ਸਹੀ ਕਰ ਲਿੱਤਾ, ਈਸਾ ਅਲੈਹਿਸਸਲਾਮ ਫੌਤ ਹੋ ਗਏ ਨੇ, ਉਹਨਾਂ ਨੂੰ ਕੋਈ ਇਹ ਉੱਥੇ ਬਰਮਲਾ ਕਹੀ ਜਾਣ ਵਾਲੇ ਮੁਸਲਮਾਨਾਂ ਦੀ ਕਿਤਾਬਾਂ ਤੇ ਲਾਨਤ ਭੇਜੀ ਜਾਣ। ਉਹ ਮੈਂ ਨਾ ਚਲਾ ਗਿਆ ਹੁਣ ਉਸ ਬਰਾੜ ਤੇ ਜਿੱਥੇ ਹੁਣ ਸਾਨੂੰ ਤਸਵੀਰਾਂ ਲਾ ਕੇ ਗਾਲਾਂ ਪੈਂਦੀਆਂ ਨੇ। ਖੈਰ ਉਹ ਉੱਥੇ ਜਾ ਕੇ ਨਾ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਫਲਾਣਾ ਜਿਹੜਾ ਬੰਦਾ ਹੈ ਉਹ ਕੌਣ ਹੈ? ਇਹ ਜੀ ਉਹ ਮੁਸਲਮਾਨ ਹੈ। ਤੇ ਮੈਨੂੰ ਬੜਾ ਗੁੱਸਾ ਆਇਆ। ਮੈਂ ਕਿਹਾ ਉਹਦੀ ਐਸੀ ਦੀ ਤੈਸੀ। ਉਹ ਮੈਂ ਕਿਹਾ ਉੱਥੇ ਬੈਠਾ ਉਹ ਮਰਜ਼ਈ ਉਹ ਗਾਲਾਂ ਕੱਢਦਾ ਪਿਆ ਤੇ ਉਹ ਉਲਮਾ ਦੇ ਉੱਤੇ, ਸਾਡੇ ਉਲਮਾ ਦੇ ਉੱਤੇ ਨਾਲੇ ਕਿਤਾਬਾਂ ਤੇ ਲਾਨਤ ਭੇਜੀ ਜਾ ਰਿਹਾ। ਤੇ ਉਹ ਕਹਿਣ ਕੌਣ? ਮੈਂ ਉੱਥੇ ਨਾ 1122 ਨੂੰ ਇੱਕ ਗੱਲ, ਉਹੀ ਰਿਕਾਰਡਿੰਗ ਹੈ ਜਿਹੜੀ ਹੈ 1122 ਅਕਸਰ ਸੁਣਾ ਦਿੰਦਾ ਨਾ, ਇਹ ਮੈਂ ਗਾਲਾਂ ਨਹੀਂ ਕਰਦਾ। ਉਹ ਗੱਲ ਇੱਕ ਹੈਗੀ, ਉਹ ਵੀ ਇਹਦੇ ਸਹਾਬਾ ਕਰਾਮ ਦੇ ਉੱਤੇ ਲਾਨਤਾਂ ਭੇਜ ਰਿਹਾ ਸੀ 1122 ਲਾਨਤੀ। ਉਦੋਂ ਮੈਂ ਇਹਨੂੰ ਗਾਲ ਕੱਢੀ ਇੱਕ, ਉਦੋਂ ਨਾਲ ਹੀ ਮੈਨੂੰ ਉਹਨਾਂ ਨੇ ਡੱਕ ਦਿੱਤਾ, ਨਹੀਂ ਯਾਰ ਤੂੰ ਗਾ, ਮੈਂ ਤੇਰੇ ਮੂੰਹ ਕਦੇ ਗਾਲ ਨਹੀਂ ਸੁਣਿਆ ਨਾ। ਮੈਂ ਉਦੋਂ ਖਾਮੋਸ਼। ਅੱਛਾ ਮੈਂ ਵੇਖਾਂ, ਮੈਂ ਕਿਹਾ ਮਲਕ ਕੈਸਰ ਜਿਹੜਾ ਨਾ ਗਿਆ, ਉਹ ਅਮਰ ਭਾਈ ਦੀ ਫਿਰ ਗੱਲ ਇਹ ਫਿਰ ਆਉਣ ਲੱਗ ਗਿਆ ਇੱਧਰ। ਫਿਰ ਮੈਂ ਤੁਹਾਨੂੰ ਬਲਕਿ ਇੱਕ ਹੋਰ ਰਾਤ ਖੋਲਾਂ, ਅਮਰ ਭਾਈ ਨੇ ਪਰਸਨਲ ਉਹਨੂੰ ਕਾਲ ਕਰਕੇ ਅਕੀਦੇ ਦੇ ਸੈੱਟ ਕਰਾਏ ਨੇ ਕਿ ਫਲਾਣਾ ਅਕੀਦਾ ਇੰਜ ਨਹੀਂ ਇੰਜ, ਫਲਾਣੀ ਇੰਜ ਨਹੀਂ। ਮਲਕ ਸਾਹਿਬ ਨੇ ਮੈਨੂੰ ਖੁਦ ਦੱਸਿਆ ਕਿ ਮੈਂ ਬਿਲਕੁਲ ਜਾ ਪਿਆ ਸਾਂ ਤੇ ਮੈਨੂੰ ਘੰਟੇ ਅਮਰ ਭਾਈ ਕਾਲ ਕਰਕੇ ਮੈਨੂੰ ਅਕਾਇਦ ਸਮਝਾਉਂਦੇ ਸਨ। ਸਾਡੇ ਮੁਸਲਮਾਨਾਂ ਦੇ ਅਕਾਇਦ ਇਸ ਤਰ੍ਹਾਂ ਨੇ, ਕੁਰਾਨ ਹਦੀਸ ਤੋਂ ਇਹ ਸਾਬਿਤ ਹੈ ਇਹ ਜਿਹੜੀਆਂ ਚੀਜ਼ਾਂ ਨੇ ਬਾਤਲ ਨੇ। ਤੇ ਕਹਿੰਦੇ ਜੀ ਉਹ ਮੈਨੂੰ ਅਕਲ ਆਈ ਹੈ, ਵਰਨਾ ਮੈਂ ਤੇ ਗਿਆ ਸਾਂ, ਮੈਂ ਤੇ ਘਰ ਜਾ ਕੇ ਮਲਕ ਦੇ ਸਾਰੀ ਸਟੋਰੀ ਸੁਣੀ। ਉਹਨੇ ਕਿਹਾ ਮੈਂ ਤੇ ਗਿਆ ਸਾਂ, ਬਿਲਕੁਲ ਮੈਂ ਤਿਆਰ ਬੈਠਾ ਸਾਂ, ਲੇਕਿਨ ਹੈ ਕਿ ਅੱਲਾ ਦਾ ਸ਼ੁਕਰ ਹੈ। ਉਹ ਹੁਣ ਮਜ਼ਾਕ ਤੁਹਾਨੂੰ ਕਹਿੰਦੇ ਸ਼ੁਕਰ ਹੈ ਮੇਰਾ ਚੰਦਾ ਬਚ ਗਿਆ, ਵਰਨਾ ਮੈਂ ਚੰਦਾ ਦੇਣ ਵਾਲਿਆਂ 'ਚ ਸ਼ਾਮਲ ਹੋ ਜਾਣਾ ਸੀ।
ਤੇ ਇਹ ਗੱਲ ਇਸੇ ਤਰ੍ਹਾਂ ਕਈ ਲੋਕ ਐਸੇ ਆਏ ਨੇ ਕਿ ਜਿਹੜੇ ਨਾ ਜਿਹੜੇ ਕੱਚੇ ਜ਼ੇਨ ਦੇ ਨੇ, ਉਹ ਅਮਰੀਕਾ ਜਾਂ ਐਸੇ ਯੂਰਪੀਅਨ ਕੰਟਰੀ ਚ ਰਹਿ ਕੇ ਆਪਣੇ ਕਾਇਦੇ ਨਾਲ ਪਤਾ। ਅੱਲਾਹ ਪਾਕ ਇਹਨਾਂ ਨੂੰ ਸਿਹਤ ਦੇ, ਤੰਦਰੁਸਤੀ ਦੇ, ਤੇ ਇਹ ਜਨਾਬ ਕਾਇਦ ਲੋਕਾਂ ਦੇ ਉੱਤੇ ਖੋਲਦੇ ਰਹਿਣ। ਇਹਨਾਂ ਦੀ ਵਜ੍ਹਾ ਤੋਂ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਖੁਦ ਮਰਜ਼ਈ ਆ ਕੇ ਇੱਥੇ ਸਾਡੇ ਕੋਲ ਬਹਿੰਦੇ ਨੇ, ਇਸ ਕਰਕੇ ਕਿ ਆਮਰ ਭਾਈ ਕੋਲੋਂ ਜਿਹੜਾ ਨਾ ਉਹ ਸਾਨੂੰ ਰੂਹਾਨੀ ਖੁਜ਼ੈਨ ਤੇ ਹਵਾਲੇ ਮਿਲਦੇ ਨੇ ਬਕਾਇਦਾ। ਠੀਕ ਹੈ, ਉਹ ਤੇ ਅੱਗੇ ਇਹਨਾਂ ਅੱਗੇ ਹੀ ਆਖਿਆ ਮੇਰਾ ਭਾਂਜਾ ਹੈ, ਸਾਕੀ ਨੇ ਪਹਿਲੇ ਮੇਰਾ ਭਾਂਜਾ ਬਣਾਇਆ। ਯੂਸਫੀ ਯਾਰ ਲਾਨਤ ਭੇਜੋ ਉਸ ਫਿਰਕੇ ਤੇ ਜਿਹੜਾ ਬੰਦਾ ਖੁੱਲ ਕੇ ਹੀ ਨਾ ਕਹਿ ਸਕੇ ਕਿ ਮੈਂ ਮਰਜ਼ਈ ਆ। ਕੀ ਕਰਨਾ? ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਤੂੰ ਮਰਜ਼ਈ ਹੈ, ਕਹਿੰਦਾ ਨਹੀਂ ਇਸ ਗੱਲ ਨੂੰ ਛੱਡੋ। ਮੈਂ ਕਿਹਾ ਕਿਉਂ ਛੱਡੋ? ਮੈਂ ਕਿਹਾ ਇਸ ਗੱਲ ਨੂੰ ਕਿਉਂ ਛੱਡਾਂ? ਮੈਂ ਕਿਹਾ ਤੂੰ ਪੱਕਾ ਮਰਜ਼ਈ ਹੈ? ਕਹਿੰਦਾ ਮੈਂ ਕਿਹਾ ਤੂੰ ਦੱਸ। ਕਹਿੰਦਾ ਨਹੀਂ, ਕਹਿੰਦਾ ਜੀ ਬੈਤ ਦੇ 10 ਆਪਣਾ ਹੈਗੇ ਨੇ ਉਹ ਸ਼ਰਤਾਂ, ਉਹ ਵੇਖੋ। ਮੈਂ ਕਿਹਾ ਤੂੰ ਪੱਕਾ ਮਰਜ਼ਈ ਤੇਰੇ ਚ? ਮੈਂ ਕਿਹਾ ਮੈਨੂੰ ਕੋਈ ਨਹੀਂ ਗਾ, ਤੂੰ ਮਰਜ਼ਈ ਗਾ। ਮੈਂ ਕਿਹਾ ਖੁੱਲ ਕੇ ਕਹੋ। ਰਾਣਾ ਸਾਹਿਬ ਤੁਸੀਂ ਉੱਥੇ ਖਤਮੇ ਨਬੂਵਤ ਜ਼ਿੰਦਾਬਾਦ ਦਾ ਨਾਰਾ ਲਾ ਦਿੰਦੇ ਨਾ ਤੇ ਉਹਦੇ ਜੁੱਤੀਆਂ ਵੀ ਛੱਡ ਕੇ ਭੱਜ ਜਾਣਾ ਸੀ ਉਦੋਂ। ਬਸ ਸਰ ਮੇਰੀ ਜਾਨ ਦੇ ਟੋਟੇ, ਜਿਹੜਾ ਬੰਦਾ ਗੱਲ ਤੋਂ ਹੀ ਮੁੱਕਰ ਜੇ। ਉਧਰੋਂ ਮੈਂ ਰਿਕੁਐਸਟ ਪਾ ਕੇ ਥੱਲੇ ਲਿਖਿਆ, ਮੈਂ ਕਿਹਾ ਹੁਣ ਮੈਨੂੰ ਉਹਨਾਂ ਨੇ ਲੈਣਾ ਤੇ ਮੈਂ ਕਿਹਾ ਮੈਂ ਤੈਨੂੰ ਹੁਣੇ ਹੀ ਜਵਾਬ ਦਿਆਂਗਾ ਤੇਰੀ ਹਰ ਗੱਲ ਦਾ। ਉਹ ਮੁੱਕਰ ਹੀ ਗਿਆ, ਕਹਿੰਦਾ ਮੈਂ ਤਾਂ ਤੈਨੂੰ ਇਹ ਕਿਹਾ ਹੀ ਨਹੀਂ ਕਿ ਮਿਰਜ਼ਾ ਸਾਹਿਬ ਨੇ ਪਹਿਲੇ ਕਹਿੰਦਾ ਮਿਰਜ਼ਾ ਸਾਹਿਬ ਨੇ ਕਿਤੇ ਨਹੀਂ ਕਿਹਾ ਮੈਂ ਨਬਈ ਹਾਂ। ਮੈਂ ਕਿਹਾ ਮੈਂ ਤੈਨੂੰ ਹੁਣੇ ਵਹਾ ਦੇਣਾ। ਕਹਿੰਦਾ ਕਿੱਥੋਂ? ਮੈਂ ਕਿਹਾ ਤੁਹਾਡੀਆਂ ਬੁੱਕਾਂ ਚੋਂ। ਉਹ ਨਾਲ ਹੀ ਮੁੱਕਰ ਗਿਆ। ਕਹਿੰਦਾ ਮੈਂ ਤਾਂ ਤੁਹਾਨੂੰ ਇਹ ਕਿਹਾ ਹੀ ਨਹੀਂ, ਮੈਂ ਤਾਂ ਤੁਹਾਨੂੰ ਇਹ ਕਿਹਾ ਜੀ ਕਿ ਤੁਸੀਂ ਇਹ ਦੱਸੋ ਕਿ ਮਾਂ ਮਹਿੰਦੀ ਨੇ ਕਦੋਂ ਆਉਣਾ। ਮੈਂ ਕਿਹਾ ਤੇਰਾ ਮਾਂ ਮਹਿੰਦੀ ਨਾਲ ਕਿੱਧਰ ਲੱਗੇ? ਇਹ ਤੇ ਹਾਲ ਜੀ ਇਹਨਾਂ ਦਾ। ਹੋਰ ਕੋਈ ਨੁਕਸਾਨ ਜਾਂ ਫਾਇਦਾ ਹੋਇਆ ਜਾਂ ਨਾ ਹੋਵੇ, ਇਹ ਮਰਜ਼ੀਆਂ ਤੇ ਹੁਣ ਆਪਣੀ ਥਾਂ ਤੇ ਨਾ ਕੰਮ ਪੈ ਗਏ ਆ ਵੀ ਉਹਨਾਂ ਦੇ ਲੱਗਦਾ ਵੀ ਹੈ ਨਹੀਂ। ਉਹ ਅੱਗੇ ਜਿਹੜਾ ਇੱਕ ਬੰਦਾ ਆਇਆ ਸੀ ਕਹਿ ਰਿਹਾ ਫਿਰਕੇ ਕੋਈ ਨਹੀਂ ਵਿੱਚ ਮਰਜ਼ਈਅਤ ਚ, ਮੈਂ ਉਹਨੂੰ ਕਹਿਣਾ ਕਿ ਹਸੈਨੀ ਸਾਹਿਬ ਦੀ ਬਰਾੜ ਤੇ ਟੁਰ ਜਾ, 10 ਬੰਦੇ ਬੈਠੇ, 10 ਦਾ ਲਿਆਦਾ ਕੀਤਾ ਹੈ। 10 ਮਰਜ਼ਈ ਨੇ 10 ਹੀ ਨਹੀਂ ਰਲਦੇ ਆਪਸ ਚ। ਖੇਰੂ ਹੋ ਗਏ ਨੇ, ਸਿਵਾਏ ਉਹਨਾਂ ਦੇ ਜਿਹੜੇ ਗਾਲਾਂ ਕੱਢਦੇ ਨੇ ਬਹਿ ਕੇ 2 ਬਰਾਡਾਂ ਨੇ, ਬਸ ਬਾਕੀ ਸਭ ਖੇਰੂ ਹੋਏ ਨੇ। ਮਲਕ ਇਮਰਾਨ ਟਾਈਮ ਹੋ ਗਿਆ, ਮੈਂ ਸਿਰਫ ਤਾਂ ਚੁੱਕਿਆ ਗੱਲ ਕਰ ਲਓ ਜਿਹੜੀ ਕਰਨੀ ਹੈ ਤੇ ਮੈਂ ਬੰਦ ਕਰਨਾ। 10 ਹੋ ਗਏ ਨੇ, ਟਾਈਮ ਤੇ ਉੱਪਰ ਹੋ ਗਏ ਨੇ 3 ਮਿੰਟ। ਮੈਂ ਆਮਿਰ ਭਾਈ ਤੁਹਾਨੂੰ ਜਿਹੜਾ ਹੈ ਇਹਨਾਂ ਮੁਬਾਰਕਬਾਦ ਦੇਣੀ ਹੈ ਮੇਰੀ ਤਰਫੋਂ, ਤੁਹਾਨੂੰ ਵੀ ਜਿਹੜਾ ਹੈ ਇਹਨਾਂ ਮੁਬਾਰਕਬਾਦ। ਢਿੱਲੀ ਜੀ ਮੁਬਾਰਕ ਹੈ, ਸਿਗਨਲ ਰੈੱਡ ਸਿਗਨਲ ਨੇ, ਢਿੱਲੀ ਮੁਬਾਰਕ ਹੈ। ਮੈਂ ਆਦਾ ਪਿਆ ਅੱਲਾਹ ਤਾਲਾ ਤੁਹਾਡਾ ਜਿਹੜਾ ਹੈ ਨਾ ਸਾਇਆ, ਅੱਲਾ ਆਪਣੇ ਨਬੀ ਦੇ ਦੀਨ ਦਾ ਸਾਇਆ ਬਰਕਰਾਰ ਰੱਖੇ। ਇੱਕ ਮਿੰਟ ਠਹਿਰੋ, ਮੈਂ ਬਾਹਰ ਅੱਲਾ ਸਾਡੇ ਉੱਤੇ ਨਬੀ ਪਾਕ ਦੇ ਦੀਨ ਦਾ ਸਾਇਆ ਬਰਕਰਾਰ ਰੱਖੇ ਤੇ ਈਮਾਨ ਦੀ ਦੌਲਤ ਨਾਲ ਸਾਨੂੰ ਮਾਲਾ ਮਾਲ ਰੱਖੇ। ਉਹ ਸਾਰਿਆਂ ਨੂੰ ਕੀਮਤੀ ਚੀਜ਼ ਹੈ। ਆਮਰ ਮਰ ਜਾਏਗਾ ਤੇ ਕਿਹੜਾ ਕੋਈ ਅੱਗੋਂ ਬੰਦੇ ਨਹੀਂ ਪੈਦਾ ਹੋਣ ਲੱਗੇ। अस्सलाम वालेकुम। ਵਾਲੇकुम सलाम। अच्छा इमाम दीन साहब हुण आवाज मेरी अशनी पई है? अशनी पई है। अच्छा मैं कह रहा हूं कि अल्लाह ताला तुहाडे जे उलमा और इतने अच्छी आवाज और इतने अच्छे दलाल आलम दीन उन्हां दा साया साडे उत्ते और साडे उम्मत मुसलमान खास तौर ते जेड़े असां इंडियन पाकिस्तानी बांग्लादेशी इन्हां दे उत्ते तुहाडा साडे उत्ते जेड़ा है ना साया मदायम रखे ते साडे इस्लाम नूं कोई इन्हां मिर्ज़ाइयां कोल कुछ भी खतरा नहीं है। ते मैं तुहानू मुबारकबाद देना ते पूरे उम्मत मुसलमान और खास तौर ते जेड़ी साडी टीम है खत्म नबूवत दी उन्हां खास तौर ते मुबारकबाद उन्हां खास तौर ते मुबारकबाद ते फिर साकिब भाई नू कि अल्लाह ताला ने उन्हां तुसां को सीधा रास्ता विखाया ते
बहुत ही खुशी है। मैं आता पिया भाई साढ़े को तक ठाडे नहीं तो मैं याद निकल के भांगने पावा। ठीक हो गया, जज़ाकल्लाह। अस्सलाम वालेकुम। वालेकुम सलाम जी। जी क्या हाल है अमर भाई, ठीक ठाक हो, खैरियत है? अल्हम्दुलिल्लाह अल्हम्दुलिल्लाह। जी अमर भाई सब तो पहले बड़ी बड़ी मुबारक, माशाल्लाह तुसी एक इंसान नू अल्लाह तबारक व तआला और उसके रसूल दे रस्ते ते लाया। ते दूसरी चीज़ ये है अमर भाई, अगे तुहाडे नाल ना कोई है, मैं सुनदा हा पे थल्ले बैठ के कोई लगे है बंदे तुहाडे नाल बहस करन शादी दे मौजू दे उत्ते ना, तो तुसी उन्होंने जिहड़ी दलील दित्ती ही वो बिल्कुल सही है, क्योंकि यह चीज़ मैं अपने अखां दे नाल ऑब्जर्व कीती है अपने पिंड विच। पहले वाकई लोगों नू जिहड़ा ना इस चीज़ का इलम कोई नहीं सी कि मरज़ई दा ते सुन्नी दा अकीदा क्या है, क्योंकि पुराने लोग इन्हां चीज़ां ज़्यादा इंटरस्ट नहीं लैंदे। हत्ता कि साडे पिंड विच भी कई ऐसे जोड़े अजे भी हैं कि औरत जिहड़ी है वो कादियानी है, मर्द जिहड़ा है वो मुसलमान है। औरत कई और मुसलमान औरतां जिहड़ियां ने वो कादियानियां दे निकाह विच हियां। टिल उदों तक जद तक एक फसाद छिड़िया हा साडे एरिए दे विच, शायद काफ़ी कादियानियां नूं इस चीज़ का पता। मैं थोड़ी जी गल करके ते बंद करांगा। एक चक सिकंदर नां दा पिंड है, उत्थे एक मौलवी मीर साहब होए है ते उन्हां ने बड़ा कतलेआम कीता है इन्हां दा। उन्हां दी वजह तो उन्हां दियां केस्टां दी वजह तो मुसलमानां नूं इस चीज़ का पता लगा हा कि इन्हां दे अकायद के ने। उस तो परत किसी बंदे ने ना किसी मरज़ई औरत का रिश्ता लिया, ना अपनी बेटी का किसी मरज़ई नूं रिश्ता दिता। अलबत्ता जेड़े रिश्ते पहले रिश्तेदारां दे विच हो गए हैं ना, वो अइये भी बरकरार ने और चलते ने पे, और कई माशाअल्लाह मुसलमान हो गए ने, ईमान लै आए ने। मैं सिर्फ यह गल कहनी ही, मैं उस वक्त ही आ जाना गल कर छड़नी ही, तुहाडी गल तईद कर छड़नी ही। सिर्फ मैं इस वक्त नहीं आया, काम ते हा ते काम बहुत ज़्यादा हा, लेकिन मैं चलो मैं टाइम वेख के ते फिर आवांगा। बहुत बहुत शुक्रिया तुसीं मैनूं टाइम दिता, मैं सिर्फ यह गल करनी। अल्लाह तुहानूं जज़ाए खैर दे। चक सिकंदर किन्नी क दूर है तुहाडे? जी चक सिकंदर साढ़े तो तकरीबन 3 किलोमीटर दूर है। मेरा नाल ही पिंड है, क्योंकि वो फसाद साढ़े पिंड भी आया है। जेड़े मौलवी साहब है ना, मौलवी मीर साहब, उन्हां दी सकी मशीरा वो कादियानी है। पहले मौलवी मीर साहब उन्हां दी सकी मशीरा बेबे सरदार करके उन्होंने कहते हैं। साढ़े पिंड उन्हां दी शादी हुई ही, मौलवी मीर साहब ने साढ़े पिंड आके अपने भनूजे नूं कतल किया। हालांकि उन्हां दा भनूजा जिहड़ा है वो मुसलमान हा, इस दे बावजूद यानी कि वो इन्ने को मुखालफ है। वो कहते हैं या मेरी भैन मुसलमान होवे या तू जड़ा ना मुसलमान किसी ने शादी कर। यानी कि यह सारा रोला है मेरे वालद साहब दे दौर च, उदों मैं पैदा भी नहीं होया, यानी कि 90 की दिहाई तक यानी कि सारा मसला हा। फिर साडे पिंड दे विच एक यानी समझो कि ऑब्जरवेशन लोकां विच आई, लोकां नूं पता चलिया कि ये तो यारी कि एक झूठा कीदा है, झूठा नबी है। फिर उस तो बाद अजे तक अल्हम्दुलिल्लाह किसी ने ना रिश्ता लिता है ना किसी ने रिश्ता दिता है जी। अच्छा ਇਹ ਵੀ ਜਿਹੜੀ ਗੱਲ ਆ ਕੇ ਦੱਸੀ ਹੈ ਨਾ ਉਹ ਭਾਈ ਨੇ ਕਿ ਜੀ ਇਹ ਮੇਰੇ ਮਾਮੇ ਦਾ ਨਿਕਾਹ ਹੋ ਗਿਆ ਸੀ ਕਿਸੇ ਨਾਲ, ਉਹ ਤੇ ਇੰਜ ਹੀ ਸੀ। ਉਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੈ ਕਿ ਇਹਨਾਂ ਦਾ ਕਾਇਦ ਕੀ ਨੇ ਕੀ ਨਹੀਂ। ਉਹ ਬਸ ਇੱਕ ਦੂਸਰੇ ਨੂੰ ਹੀ ਕਹਿੰਦੇ ਜੀ ਤੁਸੀਂ ਬਸ ਇਸੇ ਤਰ੍ਹਾਂ ਜਿਵੇਂ ਤੁਸੀਂ ਸੁੰਨੀ ਹੋ, ਇਹ ਅਹਿਲੇ ਹਦੀਸ ਨੇ ਤੇ ਅਸੀਂ ਅਹਿਮਦੀ ਹਾਂ, ਇੰਜ ਕਰਕੇ। ਤੇ ਜਿਹੜੇ ਆਲਿਮ ਦਾ ਨਾਮ ਪੇ ਲਿਖਦੇ ਨੇ, ਜਾਂ ਤੇ ਫਿਰ ਉਹਦੀ ਤਸਦੀਕ ਕਰੋ ਨਾ ਕਿ ਉਹਨੂੰ ਜਾ ਕੇ ਅਸੀਂ ਦੱਸਿਆ ਸੀ ਕਿ ਜੀ ਇਹ ਜਿਹੜੇ ਲੋਕ ਨੇ ਇਹ ਅਹਿਮਦੀ ਨੇ, ਇਹਨਾਂ ਦੇ ਅਕਾਇਦ ਇਹ ਨੇ ਤੇ ਇਹਨਾਂ ਲੋਕਾਂ ਦੇ ਇਹ ਕਾਇਦ ਨੇ, ਹੁਣ ਤੁਸੀਂ ਨਿਕਾਹ ਪੜਾਓ। ਐਵੇਂ ਜਾ ਕੇ ਕਿਸੇ ਨੂੰ ਕਹਿ ਦੇਣਾ ਜੀ ਅਸੀਂ ਨਿਕਾਹ ਪੜਵਾਉਣਾ ਤੇ ਉਹ ਪੜ੍ਹਾ ਦੇਗਾ। ਉਹ ਏਡੀ ਕਿਹੜੀ ਤਫਤੀਸ਼ ਉਦੋਂ ਕੋਲ ਲੋਕੀ ਕਰਦੇ ਸੀ। ਲੋਕਾਂ ਨੂੰ ਤੇ ਪਤਾ ਹੀ ਨਹੀਂ ਸੀ ਹੈ ਕਿ ਮਤਲਬ ਪ੍ਰਾਇਮਰੀ ਪਾਸ ਬੰਦੇ ਜਿਹੜੇ ਉੱਥੇ ਮਾਸਟਰ ਭਰਤੀ ਹੋ ਜਾਂਦੇ ਸੀ। ਹੁਣ ਤੁਸੀਂ ਆਪ ਹਿਸਾਬ ਲਾਓ ਕਿੰਨੀ ਕੁ ਅਵੇਅਰਨੈਸ ਸੀ, ਐਜੂਕੇਸ਼ਨ ਕਿੰਨੀ ਕੁ ਸੀ। नहीं बिल्कुल सही गल है, लेकिन खैर उन्होंने ये इस गल दे उत्ते अपने आप नूं कुछ साल होर धोखा देना है ते अपने आप नाल झूठ बोलना है भी एवें करदे ने, असीं भी तो इंज ही फिरका हैं जिंज दूजे फिरका ने। ते दे लैन दो धोखा इंशाअल्लाह, अल्लाह मेहरबानी करेगा। मलिक साहब आ गए ने, मलिक साहब काल ते गल नहीं उस वेले हो सकी ते अल्लाह ताला तुहाडी वालदा दी मगफरत करे, अल्लाह ताला उन्होंने जन्नत च आला दर्जे अता फरमाए, अल्लाह पाक सारियां उन्हां दी आखिरत दी मंजिलां आसान फरमाए और तुहानूं सब्र जमील अता फरमाए। ते इन्हां मरज़ाइयां नूं भी अल्लाह ताला अकल हदायत दे। 4 दिन दी जिंदगी है, फिर अंधेरी रात, गम और खुशी दोनों कुछ देर के साथ ही हैं।
अस्सलाम फिर वालेकुम। रास्ता ही रास्ता है। वालेकुम सलाम व रहमतुल्लाहि व बरकातहू। क्या हाल है आमिर भाई? ठीक है, अल्हम्दुलिल्लाह अल्हम्दुलिल्लाह। बहुत बहुत मुबारक हो आपको, दिल की अता गहराइयों से अल्लाह आपकी के नबी मिलते के रंग दीन लाई। को मुबारक है। जी जी, अल्लाह ताला के नबी के दीन को मुबारक है भाईजान, इस्लाम को मुबारक है, इस्लाम को मुबारक है, तहरीक ख़त्म नबूवत को मुबारक है। हम तो अदना से सिपाही हैं अल्लाह के नबी के दीन के। लेकिन आमिर भाई आपकी बड़ी मेहनत है, आपकी बड़ी कोशिश है, आपने बड़ा टाइम दिया इस काज के लिए। आसान नहीं होता बाहर के मुल्क में रहना, जॉब भी करनी। मैं एक दिन जॉब पे मतलब गाड़ी चला रहा था, तो इस तरह मैं गाड़ी भी चलानी और साथ बात भी करनी, मुझसे नहीं हो पा रहा था दोनों काम इकट्ठे। और आप माशाल्लाह गाड़ी भी चला रहे होते हैं, साथ वाले भी लगा रहे होते हैं, साथ लड़ भी रहे हैं, साथ सारा कुछ कर रहे हैं, साथ बता भी रहे हैं। फिर वो कहते हैं नहीं ये लगा वो लगा, यहाँ से पढ़ वहाँ से पढ़। तो अल्लाह ताला आपको सलामत रखे, सबके सिरों पे कायम रखे। आपकी मेहनती कोशिशें रंग ला रही हैं। अल्लाह ताला आपको बहुत इस बात का अजर दे। बड़े दिल से आपके लिए दुआएं हैं। अल्लाह ताला आपको हमेशा अपने बच्चों के साथ खुशियाँ नसीब करे और हमेशा सलामत रखे। असल में ऊपर मलक ग्रुप में तो चले हमने तज़ीरा अल्लाह ताला उनकी मग़फ़िरत करे। आमीन आमीन सुम्मा आमीन सुम्मा आमीन। अल्लाह ताला उनकी आखिरत की सारी मंजिलें आसान फरमाए, उनको जन्नत के ऊंचे दर्जे अता फरमाए। अल्लाह ताला उनके सारे सगीरा कबीरा गुनाह माफ कर दे। आमीन आमीन। प्यारे नबी सल्लल्लाहु अलैहि वसल्लम के हौज़ कौसर से पानी का प्याला नसीब अता फरमाए। आमीन आमीन। अस्सलाम वालेकुम। मलिक साहब हुक्म रब्बी है जी, अल्लाह रब्बुल इज़्ज़त जवार रहमत में जगह अता फरमाए। और यही हक है, सच है, इसको कबूल करने के अलावा कोई और चारा ही नहीं है। बिल्कुल और किसी का जोर नहीं है इसमें। ये सबकी बारी है, कोई पहले कोई बाद में, और इस राह से सब ने गुजरना है। लेकिन यह है कि ये जो खला है, ये अल्लाह की रहमत के सिवा और कोई भी चीज़ इसका नेमल बदल नहीं हो सकती। उसके अलावा कुछ भी नहीं है। बैठते उठते खाते पीते हर अमल में हर काम में ये जो रिश्ता है ना माँ का, ये याद आता है, कोई शक नहीं। और एक दिन में जितनी बार सांस लेंगे उतनी बार याद आएगा। हर काम पे, हर चीज़ पे, हर उस अमल पे जहाँ माँ ने या आपने कहीं किसी से मशवरा वालदा से लिया होगा या कोई बात सुनी होगी, तो वो अमल में याद आएंगे। लेकिन अब क्या है, अल्लाह ताला की रज़ा है और कोई लफ्ज़ ही नहीं है। क्या बंदा अल्लाह की ज़ात के सामने तो किसी का जोर ही नहीं। पे राज़ी रहना चाहिए, उस पे राज़ी रहना चाहिए। सबका वादा है, सब ने जाना एक एक करके। अस्सलाम वालेकुम। वालेकुम अस्सलाम। मलक भाई, अल्लाह तबारक व तआला आपको सब्र जमील दे आमीन, और आपकी वालदा की कब्र की मंजिल आसान फरमाए, उनको जन्नत के बागों में से एक बाग अता फरमाए। आमीन। बड़ी अल्लाह ताला ने बड़े लोगों ने, बहुत सारे लोगों की दुआएं उनके लिए, अल्लाह ताला उनके लिए आसानियाँ फरमाए। सबके लिए, सबके वालिदैन जिनके जिंदा है, जिनके फोत हो गए, सबको अल्लाह ताला उन सब की मग़फ़िरत फरमाए। आमीन। अब्दुल्ला भाई, मैं आपके लिए रुक गया हूँ, टाइम तो ऊपर हो रहा है। मैं अच्छा एक सवाल था मैं आपसे। सिर्फ इतनी सी बात करनी थी कि अल्लाह और अल्लाह के रसूल सल्लल्लाहु अलैहि वसल्लम के दीन को भी मुबारक, आपको भी और साकी भाई को भी, और साकी भाई की जितनी कुर्बानियाँ हैं अल्लाह उनको भी कबूल फरमाए और उनकी मंजिलें भी आसान करे। आमीन आमीन। और ये अहमदियों से भी मैं कहना चाहूँगा, ये हैं जिंदा निशान। देखो कैसे लोग जोग दर जोग छोड़ रहे हैं, तो आप लोग भी अकल करो। ये सिर्फ साकी की फैमिली नहीं है, इटली में 23 लोग एक ही फैमिली के, फिर पाकिस्तान में 27 लोग एक ही फैमिली के, हजारों माशाल्लाह। ठीक है। और ये सबसे ज्यादा क्रेडिट जो है ना वो अमर भाई को ही जाता है।
बिल्कुल बिल्कुल, जो जो भी मेहनत कर रहा दिन है रात अल्लाह पाक कोशिश सबको की आमिर अजर भाई अजीम ने। दे। एक वक्त तो ऐसा आता था कि हम लोग भी नला हो जाते थे थोड़े से आमिर भाई से, लेकिन ये अपने मिशन पे पूरे कामयाब रहे। अल्लाह ताला आमिर भाई जो को भी होते सेहत हैं तंदुरुस्ती वाली लंबी ज़िंदगी दे, और ये इसी तरह ख़त्म नबूवत का जो है काम वो करते रहे। अल्लाह ताला इनसे अपना जो है ना हबीब के सदक़े इनसे ये काम लेता रहे और इनका ये काम कबूल भी करे। अल्लाह ताला कभी आपको मायूस आमीन आमीन। अल्लाह ताला इंशाल्लाह ज़रूर, आमीन अल्लाह ताला रियाकारी से भी बचाए। ये भी दुआ क्या करें। ये मरजाइयां दी परजाई थले आई है, ਇਹ ਸਕਰੀਨਸ਼ਾਟ ਲੈ ਲਓ ਤੇ ਆਪਣਾ ਨਾ ਇਹਦਾ ਸਾਲ ਕੇ ਰੱਖ ਲਓ। ਤੇ ਜਿਹੜਾ ਨਾ ਸਾਕੀ ਭਾਈ ਦਾ ਨਹੀਂ ओरिजिनल ਸਾਕੀ ਭਾਈ ਵਾਲਾ ਮੈਂ ਪਿਆ ਉਤਲਾ ਪਿਆ ਕਹਿੰਦਾ ਸਕਰੀਨਸ਼ਾਟ ਲੈ ਲਓ ਉਹਦੀ। ਤਾਂ ਮੈਨੂੰ ਕੋਈ ਆਮਰ ਭਾਈ ਤੁਹਾਡੇ ਨਾਲ ਇੱਕ ਸਵਾਲ ਕਰਨਾ ਸੀ। ਇਹ ਪੋਸਟਰ ਜਿਹੜਾ ਨਾ ਸਾਰੀ ਰਾਤ ਬਰਾੜ ਤੇ ਲੱਗਾ ਰਹਿਣਾ ਚਾਹੀਦਾ ਹੈ, ਸਾਕੀ ਭਾਈ ਵਾਲਾ। ਤੇ ਇਹਦਾ ਸਕਰੀਨਸ਼ਾਟ ਲੈ ਲਓ ਜਿੰਨਾ ਬਰਾੜ ਬਾਅਦ ਚ ਮੈਂ ਇਹਨੂੰ ਆਪਣੀ ਪ੍ਰੋਫਾਈਲ ਤੇ ਲਾ ਦੇਣਾ, ਐਡੀ ਕਿਹੜੀ ਗੱਲ ਹੈ। ਹਾਂ ਇਹਨੂੰ ਕੱਟ ਕੇ ਪ੍ਰੋਫਾਈਲ ਤੇ ਲਓ ਸਕਰੀਨਸ਼ਾਟ ਲੈ ਕੇ। ਆਮਰ ਭਾਈ ਉਹ ਜਿਸ ਬਰਾੜ ਤੇ ਤੁਸੀਂ ਗਏ ਸੀ ਨਾ ਇੱਕ ਦਿਨ, ਉਹ ਖਾਤੂਨ ਦੇ ਨਾਲ ਗੱਲ ਕਰਨ ਜਿਹੜੀ ਕਹਿੰਦੀ ਸੀ ਮੈਂ ਅਹਿਮਦੀ ਹੋਈ ਹਾਂ ਨਵੀਂ ਨਵੀਂ, ਹਾਂਜੀ ਉਹ ਬੇਟੀ ਹੈ ਜੀ। ਅੱਛਾ ਹਾਂਜੀ ਕਿਸ ਤਰ੍ਹਾਂ ਪਤਾ बस ऐसे ही कह रहे हैं अब्दुल्ला। ਅਮਰ ਭਾਈ ਥੋੜੀ ਜਿਹੀ ਹਟ ਕੇ ਇੱਕ ਨਾ ਮੈਂ ਨਜ਼ਰ ਚਾਹਨਾ ਤੁਹਾਡੀ ਸਾਰਿਆਂ ਦੋਸਤਾਂ ਦੀ, ਕੁਰਾਨੇ ਪਾਕ ਜਿਹੜਾ ਸਾਡੇ ਕੋਲ ਅਰਬੀ ਦੇ ਵਿੱਚ ਮੌਜੂਦ ਹੈ, ਇਹ ਕੋਈ ਮੁਖਤਲਿਫ ਹੋਰ ਲਫ਼ਜ਼ਾਂ 'ਚ ਵੀ ਹੈ ਵੇ ਕਿਧਰੇ? ਕੀ ਮਤਲਬ ਹੋਰ ਲਫ਼ਜ਼ਾਂ 'ਚ? ਯਾਨੀ ਕਿ ਹੁਣ ਕੁਲ ਹੂ ਅੱਲਾ ਦੀ ਜਗ੍ਹਾ ਫੇ ਲਿਖਿਆ ਹੋਇਆ, ਫੁੱਲ ਹੂ ਅੱਲਾਹੁ ਅਹਦ, ਕੁਲ ਅਊਜ਼ੁ ਬਿਰੱਬਿਨ ਨਾਸ ਦੀ ਜਗ੍ਹਾ ਫੇ ਨਾਲ ਇਸਤੇਮਾਲ ਕੀਤਾ। ਇਸ ਤਰ੍ਹਾਂ ਨਹੀਂ। ਉਹ ਕਿਰਾਤ ਜਿਹੜੀ ਹੈ ਨਾ, ਉਹ 7 ਕਿਰਾਤਾਂ ਨੇ ਤੇ ਉਹਨਾਂ ਦੇ ਵਿੱਚ ਕੋਈ ਲਫ਼ਜ਼ ਜਿਹੜੀ ਨੇ ਉਹਨਾਂ ਦੀ ਪ੍ਰੋਨਾਂਸੀਏਸ਼ਨ 'ਚ ਹਾਂ ਫਰਕ ਹੈ ਵੇ ਲਫ਼ਜ਼ਾਂ ਜਿਵੇਂ ਹੁਣ ਮਸਰੀ ਨੇ ਨਾ, ਹਾਂ ਮਸਰੀ ਗਾਇਨ ਨੂੰ ਗਾਫ ਪੜ੍ਹਦੇ ਨੇ, ਯਾਨੀ ਉਹ ਗਦਾ ਨਹੀਂ ਕਹਿਣਗੇ, ਗਦਾ ਕਹਿਣਗੇ। ਉਸਮਾਨ ਨੂੰ ਉਤਮਾਨ ਪੜ੍ਹਦੇ ਨੇ, ਉਸਮਾਨ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ। ਇਹ ਜਿਹੜੇ ਨੇ ਅਫਰੀਕੀ ਇੱਧਰ ਵਾਲੇ। ਹਾਂਜੀ ਹਾਂ ਗੱਲ ਇੱਕੋ ਹੀ ਹੈ, ਸਿਰਫ ਬੋਲ ਵਿੱਚ ਫਰਕ ਹੈ। ਠੀਕ ਹੋ ਆਮਰ ਭਾਈ ਉਸਮਾਨ ਨੂੰ ਅਕਸਰ ਜਿਹੜੇ ਕਾਲੇ ਨਾ ਉਹ ਪੜ੍ਹਦੇ ਨੇ ਉਤਮਾਨ। ਉਤਮਾਨ, ਹਾਂ ਬਿਲकुल ਬਿਲकुल। ਮੁਸਲਮਾਨਾਂ ਦੇ ਖਿਲਾਫ ਤੇ ਇਹ ਬਗੈਰਤ ਜਿਹੜਾ ਨਾ ਮੈਸੇਜ ਦਿਓ ਕਿ ਆਪਣਾ ਪਿਓ ਜਿਹੜਾ ਨਾ ਉਹ ਹੈ ਕਿ ਇਸ ਤਰ੍ਹਾਂ ਦੂਸਰਿਆਂ ਨੂੰ ਬਦਨਾਮ ਹੀ ਨਾ ਕਰ। ਫਿਰ ਸੁਣ ਲਓ ਹਦੀਸ। ਨਬੀ अलैहिस्सलातु वस्सलाम ਕੋਲ ਯਮਨ ਦੇ ਪੇਸ਼ਵਾ ਆਏ ਜਿਹੜੇ ਉਹਨਾਂ ਦੇ ਉੱਥੇ हज़रत खालिद बिन वलीद ਨੂੰ ਭੇਜਿਆ ਨਬੀ ਪਾਕ ਨੇ, ਤੇ ਉੱਥੇ ਬੰਦਿਆਂ ਇਸਲਾਮ ਕਬੂਲ ਨਹੀਂ ਕੀਤਾ ਕਿਉਂਕਿ ਖਾਲਿਦ ਬਿਨ ਵਲੀਦ ਰਜ਼ੀ ਅੱਲਾਹ ਤਾਲਾ ਨੂੰ ਕੋਈ ਮਬਲਗ ਤੇ ਨਹੀਂ ਸਨ, ਤੇ ਜੰਗਜੂ ਸਨ। ਹਜ਼ਰਤ ਅਲੀ ਨੂੰ ਬਾਅਦ 'ਚ ਭੇਜਿਆ, 6 ਮਹੀਨੇ ਸਾਰਾ ਯਮਨ ਇਸਲਾਮ ਕਬੂਲ ਕਰ ਲਿਆ ਉਹਨਾਂ। ਉਹ ਆਏ, ਉਹਨਾਂ ਦਾ ਜਿਹੜਾ ਬਾਦਸ਼ਾਹ ਸੀ ਯਮਨ ਦਾ, ਉਹ ਨਬੀ अलैहिस्सलातु वस्सलाम ਕੋਲ ਆਇਆ ਤੇ ਉਹ ਕਹਿਣ ਲੱਗਾ ਕਿ ਯਾ ਰਸੂਲੁल्लाह ਜਿਸ ਤਰ੍ਹਾਂ ਅਸੀਂ ਆਪਣੇ ਕੌਮ ਦੇ ਸਰਬਰਾਹ ਵਾਂ ਤੇ ਬਾਦਸ਼ਾਹ ਵਾਂ, ਇਸ ਤਰ੍ਹਾਂ ਹੀ ਤੁਸੀਂ ਵੀ ਆਪਣੇ ਕੌਮ ਦੇ ਪੇਸ਼ਵਾ ਹੋ, ਹੈ ਹੋ, ਯਾਨੀ ਬਾਦਸ਼ਾਹ ਹੋ, ਸ਼ਾਹੀ ਖਾਨਦਾਨ ਨਾਲ ਤੁਹਾਡਾ ਤਲਕ ਹੈ ਜਿਸ ਤਰ੍ਹਾਂ ਅਸੀਂ ਸ਼ਾਹੀ ਖਾਨਦਾਨ ਦੇ, ਅਸੀਂ ਹਮ ਖਾਨਦਾਨ ਹਾਂ। ਨਬੀ ਪਾਕ ਨੇ ਫਰਮਾਇਆ ਅਸੀਂ ਨਜ਼ਰ ਬਿਨ ਕਨਾਨਾ ਦੇ ਖਾਨਦਾਨ ਨਾਲ ਤਲਕ ਰੱਖਨੇ ਆ, ਨਾ ਅਸੀਂ ਮਾਂ ਬਦਲ ਸਕਨੇ ਆ, ਨਾ ਅਸੀਂ ਪਿਓ ਦਾ ਇਨਕਾਰ ਕਰ ਸਕਨੇ ਆ। ਜਿਹੜਾ ਬੰਦਾ ਆਪਣੀ ਇਸ ਤਰ੍ਹਾਂ ਵਲਦੀਅਤ ਬਦਲਦਾ ਨਾ, ਉਹ ਫਿਰ ਉਹ ਹੀ ਛੱਡੋ ਪਰਾਂ, ਇਹਨਾਂ ਗੱਲਾਂ ਨੂੰ ਛੱਡੋ। ਤੁਸੀਂ ਨਾ ਇਹ ਸਕਰੀਨਸ਼ਾਟ ਲੈ ਲਓ ਤੇ ਰਾਤ ਲਾ ਕੇ ਰੱਖੋ ਜਿਹਨੇ ਬਰਾਡਨ। ਆਮਰ ਭਾਈ ਮੇਰਾ ਇੱਕ ਸਵਾਲ ਰਹਿ ਗਿਆ, ਅਬਦੁੱਲੇ ਕੋਲ ਉਹ ਜਿਹੜੀ ਉਹ ਲੇਡੀ ਪੁਲਿਸ ਆਈ, ਉਹ ਜਿਹੜੀ ਹੈ ਕਹਿੰਦੀ ਬੇਟੀ ਹੈ ਉਹਦੀ ਮਰਜ਼ਾਈਆਂ ਦੀ ਭਰਜਾਈ। ਨਹੀਂ
नहीं नाल ਇਹ ਪੇ ਕਹਿੰਦਾ ਅਬਦੁੱਲਾ ਪੇ ਕਹਿੰਦਾ ਅਬਦੁੱਲਾ ਨੇ ਉਹਦੇ ਤੱਤੇ ਤਵੇ ਤੇ ਚਾੜਿਆ ਸੀ ਉਹਨਾਂ ਨੂੰ ਨਸਰ ਭੱਟ ਹੋਰਾਂ ਨੂੰ ਤੇ ਦੂਜਿਆਂ ਤੀਜਿਆਂ ਨੂੰ ਐਸਾ ਕੀ ਮੁਨੱਵਰ अच्छा ਚਲੋ वाओ ਠੀਕ ਹੈ ਨਹੀਂ ਆਮਿਰ ਭਾਈ ਤੇ ਅਬੂ ਬਕਰ ਭਾਈ ਮੈਨੂੰ ਇਹ ਦੱਸੋ ਕਿ ਇਹ ਮਰਜ਼ਈਆਂ ਨੂੰ ਸ਼ਰਮ ਵੀ ਨਹੀਂ ਹੁੰਦੀ ਇਹਨਾਂ ਫੇਕ ਆਈਡੀਆਂ ਤੇ ਫੇਕ ਕਮੈਂਟਸ ਤੇ ਫੇਕ ਮੈਸੇਜ ਇਹਨਾਂ ਨੇ ਇਸ ਤੋਂ ਕਮਾਇਆ ਕੀ ਹੈ ਕੀਤਾ ਕੀ ਹੈ ਅੱਜ ਤੱਕ ਉਹ ਕੱਲ 1122 ਆਇਆ ਮੈਂ ਸਰਪ੍ਰਾਈਜ਼ ਦਿਆਂਗਾ ਇਹ ਦਿਆਂਗਾ ਉਹਨੇ ਅੱਜ ਤੱਕ ਸਰਪ੍ਰਾਈਜ਼ ਕੀ ਦਿੱਤਾ ਸਾਨੂੰ ਉਹ ਜਾਂਦਾ ਸਲੀਮ ਮੀਰ ਕੋਲ ਉਹਦੇ ਕੋਲ ਗਾਲਾਂ ਖਾਂਦਾ ਹੈ ਮੀਆਂ ਕੋਲ ਜਾਂਦਾ ਹੈ ਮੀਆਂ ਨਵੰਜੇ ਕੋਲ ਉਹਦੇ ਕੋਲ ਗਾਲਾਂ ਖਾਂਦਾ ਹੈ ਇਹ ਸਰਪ੍ਰਾਈਜ਼ ਦਿੰਦੇ ਨੇ ਸਾਨੂੰ ਚਲੋ ਕੋਈ ਗੱਲ ਨਹੀਂ ਇਜਾਜ਼ਤ ਦੇ ਦਿਓ ਮੈਂ ਬਹੁਤ ਲੇਟ ਹੋ ਗਿਆ सुबह ਅੱਛਾ जॉब ਆਮਿਰ है ਭਾਈ ਤੁਸੀਂ आमिर ਜਾਣਾ ਹੈ भाई ਹੁਣ ਜਾਂਦੇ ਜਾਂਦੇ सुबह ਮੇਰੀ जॉब है ਇੱਕ थोड़ी ਆਖਰੀ ਗੱਲ आमिर भाई ਕੀ ਆਖਿਆ ਜੀ मैं क्या सुबह थोड़ी जॉब है ਹਾਂਜੀ ਹਾਂਜੀ अच्छा अच्छा ठीक है चलो फिर तुसी सुबह उठोगे तो बरात ऑन होगी इंशाल्लाह फिर गल करांगे ਜਜ਼ਾਕ ਅੱਛਾ ਅੱਲਾਹ ਮਲਿਕ ਸਾਹਿਬ ਆਪਣਾ ਪਰਸੋਂ ਤੁਹਾਡੀ ਕੀ ਮਸਰੂਫੀਅਤ ਹੈ ਮੰਡੇ कोई खास नहीं ਅੱਛਾ ਚਲੋ ਮੈਂ ਪਰਸੋਂ ਹਾਜ਼ਰ ਹੋਵਾਂਗਾ ਫਿਰ जरूर ਅੱਛਾ ਆਮਿਰ ਭਾਈ ਮੈਂ ਇੱਕ ਸਿਰਫ ਮੁਖਤਸਰ ਕਰਾਂ ਤੂੰ ਮੈਨੂੰ ਪਤਾ ਤੁਸੀਂ ਹੁਣ ਜਾਣਾ ਹੈ ਤੁਹਾਨੂੰ ਖਿੱਚ ਕੇ ਬਹਾਨੇ ਪਏ ਆ ਕਿ ਇਹ ਜਿਹੜੀ ਗੱਲ ਕੀਤੀ ਨਾ ਆਈਡੀਆਂ ਚੇਂਜ ਕਰਕੇ ਉੱਥੇ ਬਹਿ ਕੇ ਨਾ ਉੱਥੇ ਇਸ ਗੱਲ ਤੇ ਲੱਗੇ ਸਨ ਉੱਥੇ ਇਲਜ਼ਾਮ ਤੁਹਾਡੇ ਤੇ ਲਾ ਰਹੇ ਸਨ ਕਿ ਆਈਡੀਆਂ ਬਣਵਾ ਕੇ ਉੱਤੇ ਛੱਡਦਾ ਤੇ ਮਾਮਾ ਭੈਣਾਂ ਦੇ ਨਾਲ ਗਾਲੇ ਕੱਢ ਰਹੇ ਸੀ ਉਹ ਜਿਹੜਾ ਭਾਈ ਹੈ ਇੱਥੇ ਕਹਿੰਦਾ ਨਾ ਮੈਨੂੰ ਬਹੁਤ ਇੱਜ਼ਤ ਦਿਆ ਕਰੋ ਉੱਥੇ ਹਾਂਜੀ ਲੱਗਾ ਸੀ ਗੁੱਸਾ ਮੈਨੂੰ ਇਸ ਚੀਜ਼ ਦਾ ਆਉਂਦਾ ਹੈ ਕਿ ਸਾਡੇ ਕੋਲ ਆ ਕੇ ਬਹਿ ਕੇ ਕਹਿੰਦੇ ਨੇ ਕਿ ਸਾਨੂੰ ਇੱਜ਼ਤ ਇਤਰਾਮ ਪੂਰਾ ਦਿਓ ਅਸੀਂ ਇਸ ਵਾਸਤੇ ਤੁਹਾਡੇ ਕੋਲ ਆਨੇ ਆ ਕਿ ਅਸੀਂ ਇੱਜ਼ਤ ਦੇ ਮੁਤਲਾਸ਼ੀ ਹਾਂ ਤੇ ਦੂਸਰੀ ਜਗ੍ਹਾ ਤੇ ਬਹਿ ਕੇ ਮਾਮਾ ਭੈਣੇ ਦੀ ਗੰਦੀਆਂ ਗਾਲਾਂ ਤੇ ਇਲਜ਼ਾਮਾਤ ਲਗਾ ਰਹੇ ਨੇ ਕਿ ਜੀ ਇਹ ਅਮਨ ਨਜ਼ੀਰ ਜਿਹੜੀਆਂ ਨਾ ਆਈਡੀਆਂ ਬਣਵਾ ਕੇ ਉਮੇ ਦੀ ਆਈਡੀ ਉਹਨੇ ਬਣਵਾਈਏ ਤਾਂ ਕਿ ਬਦਨਾਮ ਕਰੇ ਉਹ ਨਾਲ ਉਹਨੂੰ ਵੀ ਭਾਇਆ ਸੀ ਇਹ ਜੀ ਮੇਰੀ ਆਈਡੀ ਬਣਾ ਕੇ ਇੰਜ ਕਰਵਾਉਂਦੇ ਨੇ ਤੇ ਨਾਲ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਨਾਲੇ ਬਿਲਕੁਲ ਹਲਕੀ ਆਂਚ ਤੇ ਢੋਲਕੀ ਵਜਾ ਰਹੇ ਸੀ ਜਾਂ ਤੇ ਉੱਥੇ ਬਹਿ ਕੇ ਕਹਿੰਦਾ ਨੇ ਕਿ ਖਬਰਦਾਰ ਉਹ ਬੰਦਾ ਐਸਾ ਨਹੀਂ ਹੈ ਮੈਂ ਉਹਦੇ ਕੋਲ ਜਾਣਾ ਮੈਂ ਮੈਨੂੰ ਇੱਜ਼ਤ ਵੀ ਦਿੰਦੇ ਨੇ ਇਤਰਾਮ ਵੀ ਦਿੰਦੇ ਨੇ ਉਹਨੇ ਤਾਂ ਮੈਨੂੰ ਓਏ ਵੀ ਨਹੀਂ ਕੀਤਾ कोई नहीं कर एडा बड़ा अच्छा सुबह इंशाल्लाह ਉਹ ਲੇਡੀ ਪੁਲਿਸ